ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਗੁਰਮਤਿ ਜੀਵਨ ਜਾਂਚ ਚੈਨਲ। ਕਿਰਪਾ ਕਰਕੇ ਸਬਸਕ੍ਰਾਈਬ ਕਰੋ ਤੇ ਪ੍ਰੈਸ ਕਰੋ ਬੈਲ ਆਈਕਨ ਨੂੰ, ਤੇ ਜੋ ਆਪ ਜੀ ਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸ਼ੋ ਹੋਵੇ। ਵੀਡੀਓ ਦੇ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਸੇਵਾਦਾਰਾਂ ਨਾਲ ਸੰਪਰਕ ਕਰੋ। ਸੇਵਾਦਾਰਾਂ ਦੇ ਨੰਬਰ ਸਕਰੀਨ ਅਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਹਨ। ਕਿਰਪਾ ਕਰਕੇ ਕੰਟੈਕਟ ਕਰੋ ਤੇ ਆਪਣੇ ਸੁਝਾਅ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी एक ओंकार सतनाम करता पुरख निर्भव निर्वैर मूर्त अजूनी सहब गुर प्रसाद कच्चों कंचन भयो शब्द गुर सर्व ने सुनियो देखते अमृत होयो नाम सतगुर मुख बणियो होयो लाल नदर सतगुर नानक कर ज्ञान गुर कहो विचार काठों श्रीखंड सतगुर किए दुख दरिदर तिनके गए सतगुर चरण जिन परसिया से पाश परेत सुर नर भये कहो टल गुर सेविया अहनिस सहज सुभाए दर्शन परसिया गुरु कै जन्म मरण दुख जाए। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜੁਗੋ ਜੁਗ ਟਲ ਚਵਰ ਸ਼ਤਲ ਤਖਤ ਤੇ ਮਾਲਕ ਖੰਡਾਂ ਬ੍ਰਹਮੰਡਾਂ ਦੇ ਸਾਮੀ ਦੇਖਦਾ ਬੋਲਦਾ ਸੁਣਦਾ ਕੱਖ ਵਾਹਿਗੁਰੂ ਦਸਾਂ ਹੀ ਪਾਤਸ਼ਾਹਾਂ ਦੀ ਆਤਮਿਕ ਜੋਤ ਜੁਗੋ ਜੁਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕੀਤੀ ਹੈ, ਮਿਹਰਮਤ ਕੀਤੀ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੰਗਤ ਬਖਸ਼ੀ ਆ, ਕਿਰਪਾ ਕੀਤੀ ਹੈ। ਗੁਰੂ ਪਾਤਸ਼ਾਹ ਜੀ ਨੇ ਨਾਮ ਜਪਾਇਆ, ਸੁਰਤੀਆਂ ਲਵਾਈਆਂ, ਸਾਰੀ ਸੰਗਤ ਤੇ ਬਖਸ਼ਿਸ਼ ਕੀਤੀ ਹੈ ਤੇ ਸਾਰਿਆਂ ਨੂੰ ਨਾਮ ਜਪਾਇਆ। ਗੁਰੂ ਪਾਤਸ਼ਾਹ ਜੀ 24 ਘੰਟੇ ਹੀ ਆਪਣੇ ਨਾਮ ਸਿਮਰਨ ਦੀਆਂ ਬਖਸ਼ਿਸ਼ਾਂ ਵੰਡ ਰਹੇ ਆ। ਪਾਤਸ਼ਾਹ ਸਾਰੀ ਸੰਗਤ ਤੇ ਬਖਸ਼ਿਸ਼ਾਂ ਲੈ ਰਹੀ ਆ। ਜੋ ਪੁਰਾਣੀ ਜ਼ੂਮ ਰਾਹੀਂ ਜੁੜਦੇ ਆ ਜਾਂ ਜਿਹੜੇ ਹੋਰ ਵੀ ਸਾਰੀ ਸੰਗਤ ਜਪਦੀ ਆ, ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਆ। ਸੋ ਗੁਰੂ ਸਾਹਿਬ ਦੀਆਂ ਇਹਨਾਂ ਹੀ ਬਖਸ਼ਿਸ਼ਾਂ ਦੇ ਤਹਿਤ ਜਿਹੜੀ ਆਪਾਂ ਨੂੰ 2 ਟਾਈਮ ਗੁਰੂ ਪਾਤਸ਼ਾਹ ਜੀ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰਬਾਣੀ ਦੀ ਵਿਚਾਰ ਬਖਸ਼ਦੇ ਆ। ਉਹਦੇ ਵਿੱਚ ਜਿਹੜੀ ਇਸ ਵੇਲੇ ਦੀ ਸ਼ਬਦ ਦੀ ਵਿਚਾਰ ਚੱਲ ਰਹੀ ਆ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ 265 ਤੇ 66 ਅੰਕ ਦੇ ਉੱਤੇ ਅੱਜ ਦੇ ਸ਼ਬਦ ਆ, ਜਿਹੜੇ ਗੌੜੀ ਸੁਖਮਨੀ ਰਾਗ ਸੁਖਮਨੀ ਬਾਣੀ ਆ ਗੌੜੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਜੀ ਦੇ ਮੁਖਾਰ ਬਿਰਧ ਤੋਂ ਉਚਾਰਨ। ਸੋ ਆਪਾਂ ਇਹ ਤੀਸਰਾ ਸ਼ਲੋਕ, ਤੀਸਰੀ ਅਸ਼ਟਪਦੀ ਆ। ਪਹਿਲੇ 2 ਅਸ਼ਟਪਦੀਆਂ ਦੇ ਵਿਚਾਰ ਗੁਰੂ ਪਾਤਸ਼ਾਹ ਨੇ ਕਰਵਾਈ ਆ। ਅੱਜ ਆਪਾਂ ਇਸ ਅਸ਼ਟਪਦੀ ਦੇ ਪਹਿਲੇ 4 ਜਿਹੜੇ ਬਣਦੇ ਆ, ਜਿਹੜੇ 4 ਪਦੇ ਆ। ਅਸ਼ਟਪਦੀ ਦਾ ਭਾਵ 8, ਅਸ਼ਟ ਹੁੰਦਾ 8, ਪਦੀ ਦਾ ਭਾਵ 8 ਪਦਿਆਂ ਵਾਲੀ ਬਾਣੀ। ਸੋ ਪਹਿਲੇ 4 ਪਦੇ ਜਿਹੜੇ ਆ ਉਹਨਾਂ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਆਪਾਂ ਵਿਚਾਰ ਕਰਾਂਗੇ। ਤੇ ਜਦੋਂ ਵੀ ਆਪਾਂ ਇਹ ਪੂਰੀ ਬਾਣੀ ਦੀ ਵਿਚਾਰ ਕਰਨੀ ਆ, ਕਿਉਂਕਿ 2 ਹਿੱਸਿਆਂ 'ਚ ਕਰਨੀ ਆ ਤੇ ਵਿਚਾਰ ਲੰਬੀ ਹੋ ਜਾਂਦੀ, ਗੁਰਸਿੱਖ ਪਿਆਰਿਆਂ ਦੀ ਸੁਜੈਸ਼ਨ ਸੀ। ਤੇ ਆਪਾਂ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਕੀ ਕਹਿ ਰਹੇ ਆ ਉਹ ਸੈਂਟਰਲ ਭਾਵ ਆ। ਸੋ ਬਾਣੀ ਨੂੰ ਆਪਾਂ ਵਿਚਾਰਦੇ ਆ, ਜਦੋਂ ਪੜ੍ਹਦੇ ਆ ਥੋੜਾ ਧਿਆਨ ਰੱਖਣਾ ਪੈਂਦਾ ਆ
ਕਿ ਬਾਣੀ ਨੂੰ ਕਿਵੇਂ ਵਿਚਾਰਨਾ ਹੈ। ਖਾਸ ਤੌਰ ਤੇ ਜਿਹੜਾ ਸ਼ਬਦ ਆਪਾਂ ਵਿਚਾਰਨ ਲੱਗੇ ਉਹਦਾ ਸੈਂਟਰਲ ਭਾਵ ਕੀ ਆ। ਜੇ ਆਪਾਂ ਆਮ ਜਿੰਨੇ ਵੀ ਸ਼ਬਦ ਪੜ੍ਹਦੇ ਹਾਂ, ਲਾਈਕ 80 70 80% ਬਾਣੀ ਜਿਹੜੀ ਉਹ 'ਚ ਰਹਾਉ ਦੀ ਪੰਕਤੀ ਹੁੰਦੀ ਆ। ਸੋ ਸੁਖਮਨੀ ਦੇ ਵਿੱਚ ਵੀ ਰਹਾਉ ਦੀ ਪੰਕਤੀ ਨੂੰ ਪਹਿਲਾਂ ਧਿਆਨ 'ਚ ਰੱਖਣਾ ਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ। ਸੁੱਖਾਂ ਦੀ ਮਣੀ ਜਿਹੜੀ ਆ, ਮਣੀ ਹੁੰਦੀ ਆ ਸੱਪ ਦੇ ਸਿਰ ਦੇ ਵਿੱਚ, ਕਿਹਾ ਜਾਂਦਾ ਮਣੀ ਹੁੰਦੀ ਉੱਥੋਂ ਜੋ ਮਰਜ਼ੀ ਮਿਲ ਜਾਂਦਾ ਹੈ। ਪਰ ਸਾਡੇ ਵਾਸਤੇ ਸੁੱਖਾਂ ਦੀ ਮਣੀ ਜਿਹੜੀ ਆ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰ ਦੇ ਹਿਸਾਬ ਨਾਲ ਵਾਹਿਗੁਰੂ ਦਾ ਨਾਮ ਆ। ਨਾਮ ਸਿਮਰਨ ਸੁੱਖਾਂ ਦੀ ਮਣੀ ਆ। ਤਾਂ ਇਹ ਜਿਹੜੇ ਭਗਤ ਜਨ ਆ, ਜਿਹੜੇ ਗੁਰਸਿੱਖ ਪਿਆਰੇ ਆ, ਜਿਹੜੇ ਗੁਰਮੁਖ ਆ, ਇਹਨੂੰ ਜਪਦੇ ਆ, ਉਹਨਾਂ ਦੇ ਮਨ ਦੇ ਵਿੱਚ ਵਿਸ਼ਰਾਮ ਕਰਦਾ, ਭਾਵ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਰਹਿੰਦਾ ਆ। ਤਾਂ ਸਾਰੀ ਸ੍ਰਿਸ਼ਟੀ 'ਚ ਆਪਣਾ ਸਭ ਤੋਂ ਉੱਚਾ ਉਹਨਾਂ ਦਾ ਜੀਵਨ ਹੁੰਦਾ ਆ ਤੇ ਆਪਣੇ ਜੀਵਨ ਦਾ ਮਕਸਦ ਪੂਰਾ ਕਰਕੇ ਸੱਚਖੰਡ ਜਾਂਦੇ ਆ। ਸੋ ਇਹ ਇਸ ਬਾਣੀ ਦਾ ਸੈਂਟਰ ਭਾਵ ਆ ਕਿ ਜੇ ਕੋਈ ਸੁੱਖ, ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਵਾਹਿਗੁਰੂ ਦੇ ਨਾਮ ਦਾ ਆਸਰਾ ਲੈਣਾ ਹੈ ਜੇ ਸੁੱਖ ਚਾਹੁੰਦੇ ਆ। ਸੋ ਬਾਣੀ ਦਾ ਨਾਮ ਵੀ ਸੁੱਖਾਂ ਦੀ ਮਣੀ, ਸੁਖਮਣੀ ਰੱਖਿਆ, ਭਾਵ ਸੁੱਖਾਂ ਦੀ ਮਣੀ ਵਾਹਿਗੁਰੂ ਦਾ ਨਾਮ ਹੈ। ਸੋ ਜਦੋਂ ਆਪਾਂ ਕੱਲੀ ਕੱਲੀ ਅਸ਼ਟਪਦੀ ਨੂੰ ਵਿਚਾਰਨਾ ਆ, ਚਾਹੇ ਦੂਜਾ ਹਿੱਸਾ ਵਿਚਾਰਨਾ ਹੋਵੇ, 4 ਪਦੇ ਪਹਿਲੇ, 4 ਅਗਲੇ ਮੋਰਲੇ, ਤਾਂ ਸ਼ਲੋਕ ਨੂੰ ਥੋੜਾ ਧਿਆਨ 'ਚ ਰੱਖਣਾ ਆ। ਕਿਉਂਕਿ ਹੁਣ ਅੱਗੇ ਜਿਹੜਾ ਕੱਲੀ ਕੱਲੀ ਅਸ਼ਟਪਦੀ 'ਚ ਗੁਰੂ ਪਾਤਸ਼ਾਹ ਸ਼ਲੋਕ ਦੇ ਵਿੱਚ ਸੈਂਟਰਲ ਭਾਵ ਅਸ਼ਟਪਦੀ ਦਾ ਦੇ ਰਹੇ ਆ। ਸਾਰੀ ਬਾਣੀ ਦਾ ਸੈਂਟਰਲ ਭਾਵ ਰਹਾਉ ਦੇ ਵਿੱਚ ਆ, ਪਰ ਕੱਲੀ ਕੱਲੀ ਅਸ਼ਟਪਦੀ ਦਾ ਜਿਹੜਾ ਸੈਂਟਰਲ ਭਾਵ ਆ ਉਹ ਸ਼ਲੋਕ ਵਿੱਚ ਆ। ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ, ਰਹਾਉ ਪੰਕਤੀ ਰਹਾਉ ਹੁੰਦੀ ਹਰੇਕ ਸ਼ਬਦ ਦੇ ਵਿੱਚ, ਪੰਕਤੀ ਬਹੁਤਿਆਂ ਦੇ ਵਿੱਚ, ਤਾਂ ਉੱਥੇ ਆਪਾਂ ਨੂੰ ਸੈਂਟਰਲ ਭਾਵ ਮਿਲ ਜਾਂਦਾ। ਉਹਦੇ ਹਿਸਾਬ ਨਾਲ ਵਿਚਾਰ ਸੌਖੀ ਪਕੜ ਵਿੱਚ ਆ ਜਾਂਦੀ ਆ। ਪਤਾ ਲੱਗ ਜਾਂਦਾ ਕਿ ਅੱਜ ਦਾ ਜਿਹੜਾ ਉਪਦੇਸ਼ ਆ ਗੁਰੂ ਪਾਤਸ਼ਾਹ ਜੀ ਦਾ ਕਿਹੜੀ ਗੱਲ ਦੇ ਦੁਆਲੇ ਘੁੰਮਦਾ। ਸੋ ਇਸੇ ਤਰ੍ਹਾਂ ਜਦੋਂ ਆਪਾਂ ਵਾਰਾਂ ਦਾ ਪਾਠ ਕਰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਚ 22 ਵਾਰਾਂ, ਜਿਨ੍ਹਾਂ ਵਿੱਚੋਂ 20 ਵਾਰਾਂ ਦੇ ਨਾਲ ਸ਼ਲੋਕ ਆ, ਤਾਂ ਉਹਦੇ ਵਿੱਚ ਵੀ ਜਿਹੜਾ ਸੈਂਟਰਲ ਭਾਵ ਹੁੰਦਾ ਆ ਪੌੜੀ ਵਿੱਚ ਹੁੰਦਾ, ਤੇ ਸ਼ਲੋਕ ਜਿਹੜੇ ਆ ਉਹ ਪੌੜੀ ਦੀ ਵਿਆਖਿਆ ਕਰਨ ਵਾਸਤੇ ਹੁੰਦੇ ਆ। ਸੋ ਇਹ ਥੋੜਾ ਤਰੀਕਾ ਧਿਆਨ 'ਚ ਰੱਖਣਾ ਪੈਂਦਾ ਕਿ ਬਾਣੀ ਦੀ ਵਿਚਾਰ। ਇਸੇ ਤਰ੍ਹਾਂ ਹੀ ਆਪਾਂ ਜਦੋਂ ਸੁਖਮਨੀ ਦੇ ਇੱਕ ਪੂਰੀ ਅਸ਼ਟਪਦੀ ਦੀ ਵਿਚਾਰ ਕਰਨੀ ਆ, ਤਾਂ ਸ਼ਲੋਕ ਨੂੰ ਧਿਆਨ ਵਿੱਚ ਰੱਖਣਾ ਕਿ ਜਿਹੜੀ ਇਹ ਹੈ ਪਰਟੀਕੁਲਰ ਅਸ਼ਟਪਦੀ ਆ, ਜਿੱਦਾਂ ਹੁਣ ਤੀਸਰੀ ਅਸ਼ਟਪਦੀ ਹੈ 'ਚ ਗੁਰੂ ਪਾਤਸ਼ਾਹ ਸ਼ਲੋਕ ਵਿੱਚ ਕੀ ਕਹਿ ਰਹੇ ਆ, ਉਹਨੂੰ ਧਿਆਨ ਵਿੱਚ ਰੱਖਣਾ। ਸੋ ਜਦੋਂ ਆਪਾਂ ਪਹਿਲੇ ਪਿਛਲੇ 4 ਪੰਨਿਆਂ ਦਾ ਵੀ ਵਿਚਾਰ ਕਰਾਂਗੇ ਤਾਂ ਸ਼ਲੋਕ ਨੂੰ ਫਿਰ ਵੀ ਆਪਾਂ ਸਾਹਮਣੇ ਰੱਖਾਂਗੇ। ਸ਼ਲੋਕ ਨੂੰ ਪਹਿਲਾਂ ਪੜ੍ਹ ਲਵਾਂਗੇ ਤਾਂ ਵੀ ਠੀਕ ਆ, ਜਿਵੇਂ ਵਿਚਾਰ ਚੱਲ ਰਹੀ ਆ। ਸੋ ਪਾਤਸ਼ਾਹ ਨੇ ਜਿਵੇਂ ਪਹਿਲੀ ਅਸ਼ਟਪਦੀ 'ਚ ਕਿਹਾ ਹੈਗਾ ਕਿ ਵਾਹਿਗੁਰੂ ਦਾ ਨਾਮ ਜਿਹੜਾ ਮੈਂ ਸਿਮਰਦਾ ਆ, ਮੈਨੂੰ ਸਾਰਾ ਕੁਛ ਇੱਥੋਂ ਹੀ ਮਿਲਦਾ ਹੈ। ਮੇਰੇ ਕਾਲ ਕਲੇਸ਼ ਇਹਦੇ ਨਾਲ ਖਤਮ ਹੁੰਦੇ ਆ, ਮੈਨੂੰ ਸਾਰਾ ਕੁਛ ਹੀ ਵਾਹਿਗੁਰੂ ਦੇ ਨਾਮ 'ਚੋਂ ਮਿਲਦਾ ਜੇ ਮੈਂ ਉਹਨੂੰ ਸਿਮਰਦਾ ਆ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ। ਸੋ ਦੂਜੀ ਅਸ਼ਟਪਦੀ 'ਚ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਿੱਥੇ ਤੇਰਾ ਕੋਈ ਸਹਾਈ ਨਹੀਂ ਹੋਣਾ, ਉੱਥੇ ਵਾਹਿਗੁਰੂ ਦਾ ਨਾਮ ਤੇਰੇ ਨਾਲ ਸਹਾਈ ਹੋਣਾ। ਤੇ ਇਹਦੇ 'ਚ ਕੱਲ੍ਹ ਵਾਲੀ ਜਿਹੜੀ ਵਿਚਾਰ ਸੀ ਉਹ 'ਚ ਗੁਰੂ ਪਾਤਸ਼ਾਹ ਨੇ ਸਾਰੀ ਹੀ ਨਾਮ ਦੀ ਵਡਿਆਈ ਕੀਤੀ ਸੀਗੀ ਕਿ ਗੁਰਸਿੱਖ ਪਿਆਰੇ ਜਿਹੜੇ ਆ ਨਾਮ ਹੀ ਜਪਦੇ ਆ। ਨਾਮ ਤੁਲ ਕਾ ਸ਼ੋਭਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਬਰਾਬਰ ਹੋਰ ਕੁਛ ਨਹੀਂ ਹੈਗਾ। ਤੇ ਇਹ ਨਾਨਕ ਜਿਹੜਾ ਗੁਰੂ ਵਾਲਾ ਬਣ ਕੇ ਨਾਮ ਦੀ ਦਾਤ ਹਾਸਲ ਕਰਦਾ ਆ, ਕੋਈ ਵਿਰਲਾ ਹੀ ਹੁੰਦਾ ਆ। ਸਾਰਿਆਂ ਨੂੰ ਨਾਮ ਦੀ ਦਾਤ ਨਹੀਂ ਮਿਲਦੀ। ਦੇਖੋ ਆਪਾਂ ਇੱਕ ਇਹ ਵੀ ਦੇਖਦੇ ਆ, ਜੇ ਆਪਾਂ ਸਾਰੀ ਸ੍ਰਿਸ਼ਟੀ ਦੀ ਗੱਲ ਕਰੀਏ, 8 ਕਰੋੜ ਜਿਹੜੇ 800 ਕਰੋੜ ਦੁਨੀਆ ਹੈ ਇਸ ਟਾਈਮ, ਤੇ ਉਹਦੇ ਵਿੱਚੋਂ ਕਿੰਨੇ ਕੁ ਜਿਹੜੇ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਆ। ਜਿੱਦਾਂ ਹੁਣ ਬਹੁਤੇ ਵੱਡੇ ਮੁਲਕ ਆ, ਚਾਈਨਾ ਆ, ਰਸ਼ੀਆ ਆ, ਜਾਂ ਯੂਰਪ ਆ, ਹੋਰ ਵੀ ਸਾਰਾ ਜਿਹੜਾ ਸਿਸਟਮ ਆ, ਉਹਨਾਂ ਨੂੰ ਆਪਾਂ ਇੱਕ ਸਾਈਡ ਤੇ ਕਰ ਦਈਏ ਕਿ ਉਹਨੂੰ ਪਤਾ ਹੀ ਨਹੀਂ ਗਾ ਕਿ ਨਾਮ ਕੀ ਹੁੰਦਾ ਆ। ਨਾ ਰਹਿਤ ਦਾ ਤਾਂ ਪਤਾ ਆ। ਇਹ ਹੋਰ ਜਿੰਨਾ ਵੀ ਸਿਸਟਮ ਹੈ ਉਹਨੂੰ ਮੈਕਸੀਮਮ ਸਾਰਿਆਂ ਨੂੰ ਹੀ ਪਾਸੇ ਕਰ ਲਈਏ ਤੇ ਸਿਰਫ ਬਹੁਤ ਥੋੜੀ ਗਿਣਤੀ ਰਹਿ ਜਾਂਦੀ ਹੈ ਜਿਨ੍ਹਾਂ ਨੂੰ ਨਾਮ ਦਾ ਪਤਾ ਹੈ। ਉਹਨਾਂ ਦੇ ਵਿੱਚੋਂ ਵੀ ਮਤਲਬ ਨਾਮ ਜਪਦੇ ਕਿਹੜੇ ਆ, ਕਿੰਨੇ ਕੁ ਜਪਦੇ ਆ। ਸੋ ਗਿਣਤੀ ਬਹੁਤੀ ਨਹੀਂ ਹੈ, ਨਾਮ ਜਪਣ ਵਾਲਿਆਂ ਦੀ ਗਿਣਤੀ ਬਹੁਤੀ ਨੇ। ਤਾਂ ਹੀ ਤੇ ਗੁਰੂ ਪਾਤਸ਼ਾਹ ਨੇ ਵਿਰਲਿਆਂ ਦੀ ਗੱਲ ਕੀਤੀ ਆ ਕਿ ਭਗਤੀ ਵਿਰਲਿਆਂ ਦੀ ਖੇਡ ਆ। ਇੱਕ ਵਾਹਿਗੁਰੂ ਨੇ ਆਪ ਹੀ ਖੇਡ ਬਣਾਈ ਆ, ਸਾਰੇ ਜੀਵਾਂ ਨੂੰ ਵਾਹਿਗੁਰੂ ਨੇ ਆਪ ਹੀ ਲਾਇਆ ਹੈ। ਇਹ ਨਹੀਂ ਕਿ ਜਿਹੜੇ ਭਗਤੀ ਨਹੀਂ ਕਰਦੇ ਉਹਨਾਂ ਨੂੰ ਵਾਹਿਗੁਰੂ ਨੇ ਸਿਸਟਮ ਉਦਾਂ ਦਾ ਬਣਾ ਦਿੱਤਾ, ਉਹ ਵੀ ਵਾਹਿਗੁਰੂ ਦੀ ਆਪਣੀ ਖੇਡ ਆ। ਸੋ ਅੱਜ ਦੇ ਜਿਹੜੇ ਸ਼ਬਦ ਹੈ ਚ ਗੁਰੂ ਪਾਤਸ਼ਾਹ ਜੀ ਆਪਾਂ ਜਿਨ੍ਹਾਂ ਦੇ ਜਿਹੜੇ ਸ਼ਲੋਕ ਆਪਾਂ ਪਾਠ ਕੀਤਾ, ਪਾਤਸ਼ਾਹ ਕਹਿੰਦੇ ਬਹੁਤ ਸ਼ਾਸਤਰ ਬਹੁਤ ਸਮਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅੱਜ ਦੀ ਵੀ ਸਾਰੀ ਦੀ ਸਾਰੀ ਅਸ਼ਟਪਦੀ ਨਾਮ ਦੇ ਦੁਆਲੇ ਘੁੰਮਣੀ ਆ ਕਿ ਨਾਮ ਦੀ ਮਹਿਮਾ ਹੈ ਸਾਰੀ ਦੀ ਸਾਰੀ। ਪਰ ਨਾਮ ਨੂੰ ਛੱਡ ਕੇ ਦੁਨੀਆ ਕਰ ਕੀ ਰਹੀ ਹੈ,
ਉਹਦੇ ਬਾਰੇ ਗੁਰੂ ਸਾਹਿਬ ਨੇ ਅੱਜ ਦੀ ਅਸ਼ਟਪਦੀ 'ਚ ਜ਼ਿਆਦਾਤਰ ਗੱਲ ਕੀਤੀ ਹੈ, ਖਾਸ ਤੌਰ ਤੇ ਜਿਹੜੇ ਆਪਾਂ ਪਦੇ ਵਿਚਾਰਨੇ ਆ ਕਿ ਜੇ ਕੋਈ ਬੰਦਾ ਆਪਣੇ ਆਪ ਨੂੰ ਧਾਰਮਿਕ ਵੀ ਅਖਵਾ ਰਿਹਾ ਆ ਕਿ ਮੈਂ ਧਾਰਮਿਕ ਬੰਦਾ ਆ, ਧਰਮ ਦੇ ਰਾਹ ਤੇ ਚੱਲਿਆ ਹੋਇਆ ਆ, ਮੈਂ ਵੀ ਰੱਬ ਨੂੰ ਮਿਲਣਾ ਚਾਹੁੰਦਾ, ਮੈਨੂੰ ਵੀ ਇਸ ਗੱਲ ਦੀ ਸੋਝੀ ਆ ਕਿ ਮੈਂ ਰੱਬ ਨੂੰ ਮਿਲਣਾ ਆ। ਹੁਣ ਦੇਖੋ, ਰੱਬ ਨੂੰ ਚਾਹੇ ਕੋਈ ਮਿਲਣਾ ਚਾਹਵੇ ਨਾ ਚਾਹਵੇ, ਪਰ ਮਨ ਦੀ ਸ਼ਾਂਤੀ ਸਾਰੇ ਹੀ ਚਾਹੁੰਦੇ ਆ। ਜਿਨ੍ਹਾਂ ਨੂੰ ਰੱਬ ਦੀ ਬਿਲਕੁਲ ਵੀ ਸੋਝੀ ਨਹੀਂ, ਜਿੱਦਾਂ ਹੁਣ ਅਮਰੀਕਾ ਆ ਜਾਂ ਹੋਰ ਕੰਟਰੀਆਂ 'ਚ ਪੈਸਾ ਲੋਕਾਂ ਕੋਲ ਬਹੁਤ ਆ, ਰੱਬ ਦਾ ਨਹੀਂ ਪਤਾ, ਪਰ ਉਹ ਟਿਕਾ ਚਾਹੁੰਦੇ ਆ। ਇਹ ਟਿਕਾ ਕਿੱਥੋਂ ਆਵੇ, ਮਨ ਕਿੱਦਾਂ ਟਿਕੇ, ਸ਼ਾਂਤੀ ਕਿੱਦਾਂ ਮਿਲੇ, ਪਤਾ ਹੀ ਨਹੀਂ ਇਸ ਗੱਲ ਦਾ। ਕੋਈ ਕਹਿੰਦਾ ਉਹਨਾਂ ਨੂੰ ਕਿ ਤੁਸੀਂ ਏਦਾਂ ਮਨ ਟਿਕਾ ਲਓ, ਮੈਡੀਟੇਸ਼ਨ ਕਰ ਲਓ, ਕੋਈ ਕਹਿੰਦਾ ਹੈ ਯੋਗਾ ਕਰ ਲਓ, ਕੋਈ ਕਹਿੰਦਾ ਆ ਤੁਸੀਂ ਇਹ ਤਰੀਕਾ ਆ ਇਹ ਅਪਣਾ ਲਓ, ਇਹ ਨਾਲ ਤੁਹਾਡਾ ਮਨ ਟਿਕ ਜਾਊਗਾ। ਕਿਉਂਕਿ ਡਿਪਰੈਸ਼ਨ ਦੀਆਂ ਸਾਰੀਆਂ ਸਾਰਾ ਸਿਸਟਮ ਹੀ ਜਿਹੜਾ ਆ ਉਹ ਇਦਾਂ ਦਾ ਆ ਕਿ ਸਾਰੇ ਲੋਕ ਹੀ, ਮੈਕਸੀਮਮ ਲੋਕ ਜਿਹੜੇ ਆ ਡਿਪਰੈਸ਼ਨ ਦੇ ਵਿੱਚ। ਅਮਰੀਕਾ ਦੇ ਵਿੱਚ ਮੈਜੋਰਿਟੀ ਪਾਪੂਲੇਸ਼ਨ ਜਿਹੜੀ ਆ ਉਹ ਸਾਈਕੋਲੋਜਿਸਟ ਕੋਲ ਜਾਂਦੀ ਆ ਕਿਉਂਕਿ ਡਿਪਰੈਸ਼ਨ ਆ, ਤੇ ਉਹਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਆ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਆ, ਤੁਸੀਂ ਜੇ ਕਿਸੇ ਤਰੀਕੇ ਨਾਲ ਮਨ ਟਿਕਾ ਲਓ, ਮਨ ਟਿਕ ਜਾਵੇ, ਮੈਡੀਟੇਸ਼ਨ ਕਰੋ, ਇਹਦੇ ਨਾਲ ਤੁਹਾਡੀਆਂ ਜਿਹੜੀਆਂ ਡਿਪਰੈਸ਼ਨ ਦੀ ਪ੍ਰੋਬਲਮ ਆ ਤੇ ਸਰੀਰਕ ਪ੍ਰੋਬਲਮ ਆ ਠੀਕ ਹੋ ਜਾਣਗੀਆਂ। ਸੋ ਕਹਿਣ ਦਾ ਭਾਵ ਆ ਕਿ ਜਿਹੜੇ ਲੋਕਾਂ ਨੂੰ ਧਰਮ ਦੀ ਜਾਂ ਕਿਸੇ ਚੀਜ਼ ਦੀ ਵੀ, ਕਾਹੇ ਦੀ ਵੀ ਸੋਝੀ ਨਹੀਂ ਆ, ਉਹ ਵੀ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਸਾਡਾ ਮਨ ਟਿਕ ਜਾਵੇ, ਪਰ ਉਹਦੇ ਵਾਸਤੇ ਕਰ ਕੀ ਰਹੇ ਆ, ਉਹ ਸਾਰਾ ਹੀ ਸਿਸਟਮ ਜਿਹੜਾ ਮਨ ਟਿਕਾਉਣ ਵਾਲਾ ਹੈ ਨਹੀਂਗਾ, ਸਿਰਫ ਬਿਜ਼ਨਸ ਆ ਉਹ। ਮਤਲਬ ਬੰਦੇ ਨੇ ਯੋਗਾ ਦਾ ਕੋਈ ਲਿਆ ਆ ਜਾਂ ਮੈਡੀਟੇਸ਼ਨ ਦਾ, ਉਹ ਕਿੰਨੇ ਪੈਸੇ ਉੱਥੇ ਦੇਣੇ ਪੈਂਦੇ ਆ, ਰਜਿਸਟ੍ਰੇਸ਼ਨ ਕਰਾਓ, ਤੇ ਉਹ ਸਾਰਾ ਹੀ ਉਹ ਤਾਂ ਫਿਰ ਦੁਨਿਆਵੀ, ਉਹ ਬਈ ਮਾਇਆ ਦਾ ਪੱਖ ਹੀ ਹੋ ਗਿਆ, ਤੇ ਉਹ 'ਚ ਮਨ ਕਿੱਥੇ ਟਿਕੂਗਾ, ਖਰਚੇ ਤਾਂ ਪਹਿਲਾਂ ਹੀ ਬਹੁਤ। ਸੋ ਪਾਤਸ਼ਾਹ ਨੇ ਅੱਜ ਦੇ ਸ਼ਬਦਾਂ 'ਚ ਕਿਹਾ ਕਿ ਵਾਹਿਗੁਰੂ ਦੀ ਭਗਤੀ ਤੋਂ ਬਗੈਰ ਸਭ ਜਿਹੜਾ ਆ ਮਿੱਥਿਆ ਆ, ਸਭ ਜਿਹੜਾ ਗਲਤ ਸਿਸਟਮ ਆ, ਤੇ ਕਿੱਥੋਂ ਮਤਲਬ ਬੰਦੇ ਦਾ ਮਨ ਟਿਕ ਜਾਊਗਾ, ਰੱਬ ਕਿੱਦਾਂ ਮਿਲ ਜਾਊਗਾ। ਸੋ ਇਹ ਸਾਰਾ ਜਿਹੜਾ ਸਿਸਟਮ ਆ, ਇਹ ਖਾਸ ਤੌਰ ਤੇ ਜਿਹੜਾ ਆਪਾਂ ਜਿਹੜਾ ਸਨਾਤਨਿਜ਼ਮ ਆ ਉਹਦੇ ਵਿੱਚੋਂ ਜਾਂ ਨਿਕਲ ਕਿੱਥੋਂ ਰਿਹਾ ਆ, ਉਹਦੀ ਗੱਲ ਕੀਤੀ ਗੁਰੂ ਪਾਤਸ਼ਾਹ ਜੀ ਨੇ ਸਲੋਕ ਦੇ ਵਿੱਚ, ਕਿ ਜਿੰਨਾ ਵੀ ਇਹ ਧਰਮ ਦੇ ਨਾਂ ਤੇ ਕਰਮਕਾਂਡ ਹੋ ਰਿਹਾ ਆ, ਦੁਨੀਆ ਚਾਹੁੰਦੀ ਆ ਕਿ ਸਾਨੂੰ ਰੱਬ ਮਿਲ ਜਾਵੇ, ਸਾਡਾ ਮਨ ਟਿਕ ਜਾਵੇ, ਸਾਨੂੰ ਪ੍ਰਾਪਤੀ ਹੋ ਜਾਵੇ, ਸਾਡਾ ਇਹ ਜੀਵਨ ਸਫਲ ਹੋ ਜਾਵੇ, ਪਰ ਉਹ ਹੋ ਨਹੀਂ ਰਿਹਾ। ਉਹ ਜੋ ਕੁਛ ਉਹ ਕਰ ਰਹੇ ਆ, ਉਹ ਕੀ ਕੁਛ ਕਰ ਰਹੇ ਆ, ਤੇ ਉਹਦਾ ਫਾਇਦਾ ਕੀ ਆ ਤੇ ਕੀ ਨਹੀਂ, ਉਹ ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦਾਂ 'ਚ ਗੱਲ ਕੀਤੀ ਆ। ਤੇ ਨਾਲ ਇਹ ਦੱਸਿਆ ਕਿ ਇਹ ਸਾਰਾ ਕੁਛ ਨਿਕਲ ਕਿੱਥੋਂ ਰਿਹਾ ਆ, ਪੈਦਾ ਕਿੱਥੋਂ ਹੋ ਰਿਹਾ ਆ, ਕਿੱਥੋਂ ਪੈਦਾ ਹੋ ਰਿਹਾ ਆ, ਕਿ ਜਿਹੜੀ ਦੇਖਣ ਨੂੰ ਤਾਂ ਵਿਚਾਰ ਰੱਬ ਦੀ ਲੱਗਦੀ ਆ, ਪਰ ਉਹ ਰੱਬ ਦੀ ਗੱਲ ਹੈ ਨੀ ਗੀ। ਦੇਖਣ ਨੂੰ ਲੱਗਦਾ ਆ ਕਿ ਇਹ ਧਾਰਮਿਕ ਗ੍ਰੰਥ ਆ, ਇਹਦੇ 'ਚ ਰੱਬ ਦੀ ਗੱਲ ਆ, ਪਰ ਰੱਬ ਵਾਲੀ ਉਹਦੇ 'ਚ ਕੋਈ ਗੱਲ ਨਹੀਂ ਹੈਗੀ, ਸਾਰਾ ਕਰਮ ਕਾਂਡ ਆ। ਹੁਣ ਉਹਨੂੰ ਪੜ੍ਹ ਕੇ, ਉਹਦੀ ਵਿਚਾਰ ਕਰਕੇ, ਕੋਈ ਮਨੁੱਖ ਪ੍ਰਾਣੀ ਕਰੋੜਾਂ ਦੀ ਗਿਣਤੀ ਦੇ ਵਿੱਚ ਉਹ ਕਰ ਰਹੇ ਆ ਉਹ ਕੰਮ, ਤੇ ਵਿੱਚੋਂ ਪ੍ਰਾਪਤੀ ਕੋਈ ਹੋਣੀ ਨੀ ਗੀ, ਕਿਉਂਕਿ ਉਹਦੇ 'ਚ ਕੋਈ ਰੱਬ ਦੀ ਖੇਡ ਹੀ ਨਹੀਂ ਹੈਗੀ ਕੋਈ। ਪਾਤਸ਼ਾਹ ਕਹਿੰਦੇ ਆ, ਬਹੁਤ ਸ਼ਾਸਤਰ ਬਹੁਤ ਸਿਮਰਤੀ ਭੇਖੇ ਸਰਬ ਢੰਡੋਲ। ਬਹੁਤ ਦਾ ਭਾਵ ਆ ਬੜੇ, ਆਪਾਂ ਬਹੁਤ ਸ਼ਬਦ ਕਹਿੰਦੇ ਆ, ਪਰ ਆਪਾਂ ਆਮ ਹੀ ਸ਼ਬਦ ਬਹੁਤ ਵਰਤ ਲੈਂਦੇ ਆ ਕਿ ਮੈਨੂੰ ਬਹੁਤ ਵਧੀਆ ਲੱਗਦਾ। ਸੋ ਬਹੁਤ ਵੀ ਕਹਿ ਸਕਦੇ, ਉਹਦਾ ਭਾਵ ਵੀ ਬਹੁਤ ਹੁੰਦਾ। ਬੜੇ ਸ਼ਾਸਤਰ, ਬਹੁਤ ਸਿਮਰਤੀ ਗ੍ਰੰਥ ਆ, ਵੇਦਾਂ ਤੇ ਆਧਾਰਿਤ ਸਿਮਰਤੀਆਂ ਆ ਗ੍ਰੰਥਾਂ ਦਾ ਨਾਂ। ਇਹਨਾਂ ਨੂੰ ਪਾਤਸ਼ਾਹ ਕਹਿੰਦੇ ਕਿ ਮੈਂ ਸਰਬ ਦਾ ਭਾਵ ਹੁੰਦਾ ਸਾਰੇ, ਢੰਡੋਲ ਭੇਖੇ ਦਾ ਭਾਵ ਵੇਖ ਲਏ ਆ, ਢੰਡੋਲ ਕੇ ਭਾਵ ਇਹਨਾਂ ਦੀ ਵਿਚਾਰ ਕਰਕੇ ਦੇਖ ਲਈ ਆ, ਇਹਨਾਂ ਦੇ ਵਿੱਚ ਕੀ ਲਿਖਿਆ ਸਾਰਾ ਹੀ ਮੈਂ ਪੜ੍ਹ ਲਿਆ, ਪਰ ਇਹ 'ਚ ਕੱਖ ਵੀ ਨਹੀਂ ਹੈਗਾ। ਬਹੁਤ ਸ਼ਾਸਤਰ ਬਹੁਤ ਸਿਮਰਤੀ ਭੇਖੇ ਸਰਬ ਢੰਡੋਲੇ, ਪੰਜਵੇਂ ਪਾਤਸ਼ਾਹ ਕਹਿ ਰਹੇ ਆ, ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਪੰਜਵੇਂ ਪਾਤਸ਼ਾਹ ਕਹਿ ਰਹੇ ਆ ਕਿ ਸਾਰੇ ਸ਼ਾਸਤਰ ਸਿਮਰਤੀਆਂ ਮੈਂ ਢੰਡੋਲ ਕੇ ਦੇਖ ਰਹੇ ਆ। ਪਰ ਹੁਣ ਹੈਰਾਨੀ ਇਸ ਚੀਜ਼ ਦੀ ਹੁੰਦੀ ਆ ਕਿ ਪੰਜਵੇਂ ਪਾਤਸ਼ਾਹ ਇਹ ਗੱਲ ਕਹਿ ਰਹੇ ਆ, ਤੇ ਸਾਡਾ ਇਤਿਹਾਸ ਇਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀਆਂ ਗੱਲਾਂ ਨੂੰ ਗੁਰੂ ਪਾਤਸ਼ਾਹ ਬਕਵਾਸ ਦੱਸ ਰਹੇ ਆ, ਇਹਦੀ ਸਟੱਡੀ ਕਰਨ ਵਾਸਤੇ ਕਾਸ਼ੀ ਬਨਾਰਸ ਦੇ ਵਿੱਚ ਸਿੰਘ ਭੇਜੇ। ਕਿੰਨਾ ਸਮਾਂ ਉਹਨਾਂ ਦਾ ਵੇਸਟ ਕੀਤਾ। ਗੁਰੂ ਸਾਹਿਬ ਏਦਾਂ ਕਰ ਸਕਦੇ ਆ ਕਦੀ? ਤੇ ਜਿਹਦੇ ਵਿੱਚ ਕੁਛ ਹੈ ਹੀ ਨਹੀਂਗਾ,
ਜਿਹੜਾ ਕੂੜਾ ਕਰਕਟ ਹੈ, ਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਆ ਕਿ ਹੈ ਹੀ ਕੱਖ ਨਹੀਂ ਇਹਦੇ ਵਿੱਚ। ਸਮਾਂ ਖਰਾਬ ਕਰਨਾ ਆ, ਉਹਨਾਂ ਗੁਰਸਿੱਖਾਂ ਨੂੰ ਭਗਤੀ, ਸਿਮਰਨ, ਗੁਰਬਾਣੀ ਦੀ ਵਿਚਾਰ, ਸੰਗਤ ਦੀ ਸੇਵਾ ਨਾਲੋਂ ਦੂਰ ਕਰਕੇ ਕਾਂਸ਼ੀ ਬਨਾਰਸ ਭੇਜ ਦਿੱਤਾ, ਬਣਾ ਕੇ ਜਥਾ 4-5 ਬੰਦਿਆਂ ਦਾ, ਕਿ ਜਾਓ ਤੁਸੀਂ ਉੱਥੇ ਜਾ ਕੇ, ਤਾਂ ਉੱਥੇ ਨਾ ਸ਼ਾਸਤਰਾਂ ਸਿਮਰਤੀਆਂ ਦਾ, ਜਿੰਨੇ ਵੀ ਵੇਦ ਆ, ਸਾਰੇ ਗ੍ਰੰਥਾਂ, ਇਹਨਾਂ ਦੀ ਸਟੱਡੀ ਕਰਕੇ ਆਓ, ਵੀ ਇਹਦੇ ਚ ਆਪਾਂ ਨੂੰ ਸ਼ਾਇਦ ਕੁਝ ਮਿਲ ਜਾਵੇ, ਕੋਈ ਸਾਨੂੰ ਕੋਈ ਲਾਭ ਹੋ ਜਾਵੇ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਭੇਜ ਰਿਹਾ ਹੈ ਗੁਰੂ ਸਾਹਿਬ। ਗੁਰ ਕੀ ਮਹਿਮਾ ਕਿਆ ਕਹੂੰ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ। ਜਿਹੜਾ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਆ, ਉਹ ਸਿੱਖਾਂ ਨੂੰ ਭੇਜ ਰਿਹਾ ਹੈ। ਸਾਡਾ ਦੇਖੋ ਇਤਿਹਾਸ ਕਿੱਦਾਂ ਦਾ ਲਿਖਿਆ ਪਿਆ ਆ, ਤੇ ਪੜ੍ਹਾਉਂਦੇ ਆ, ਸਟੇਜਾਂ ਤੇ ਦੱਸਦੇ ਆ ਕਿ ਇੱਥੋਂ ਗੁਰੂ ਸਾਹਿਬ ਨੇ ਭੇਜੇ, ਸਿੱਖ ਭੇਜੇ 10ਵੇਂ ਪਾਤਸ਼ਾਹ ਨੇ ਕਾਸ਼ੀ ਦੇ ਵਿੱਚ ਇਹ ਚੀਜ਼ਾਂ ਦਾ ਸਟੱਡੀ ਕਰਨ ਵਾਸਤੇ, ਅਧਿਐਨ ਕਰਨ ਵਾਸਤੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਬਾਣੀ ਚ ਬਾਰ-ਬਾਰ ਰੱਦ ਕਰਦੇ ਆ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ। ਇਹਨਾਂ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਸਿਰਫ ਪੁੰਨਾਂ ਪਾਪਾਂ ਦੀ ਵਿਚਾਰਿਆ ਕਿ ਆਹ ਕੰਮ ਕਰ ਲਓ ਤੁਹਾਨੂੰ ਪੁੰਨ ਮਿਲ ਜਾਏਗਾ, ਆਹ ਕਰ ਲਓ ਤੁਹਾਨੂੰ, ਤੇ ਜੇ ਆਹ ਏਦਾਂ ਕਰ ਲਿਆ ਤਾਂ ਤੁਹਾਨੂੰ ਪਾਪ ਲੱਗ ਜਾਣਾ ਆ। ਉਹ ਬਸ ਬੰਦਾ ਪਾਪ ਪੁੰਨ ਦੇ ਵਿੱਚ ਹੀ ਪਿਆ ਆ। ਉਹਨੂੰ ਇੰਨਾ ਹੀ ਨਹੀਂ ਪਤਾ ਕਿ ਪਾਪ ਹੈ ਕੀ ਹੈ, ਉਹਨੂੰ ਇੰਨਾ ਹੀ ਨਹੀਂ ਪਤਾ ਕਿ ਪੁੰਨ ਹੈ ਕੀ ਹੈ। ਪੁੰਨ ਹੈ ਵਾਹਿਗੁਰੂ ਦੀ ਭਗਤੀ, ਸਿਮਰਨ, ਸੰਗਤ, ਸੇਵਾ। ਤੇ ਪਾਪ ਕੀ ਆ? ਪਾਪ ਪਿਆ ਵਾਹਿਗੁਰੂ ਤੋਂ ਦੂਰ ਜਾਣਾ, ਟੁੱਟਣਾ। ਜਿਵੇਂ ਭਗਤ ਕਬੀਰ ਜੀ ਕਹਿੰਦੇ ਆ ਕਿ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪ੍ਰਹਰਾ ਜਹ ਬੇਗੰਧ ਤਾਂ ਜਾਏ। ਪਾਪੀ ਉਹ ਆ ਜਿਹੜਾ ਭਗਤੀ ਨਹੀਂ ਕਰਦਾ, ਜਿਹੜਾ ਆਪਣੀ ਆਤਮਾ ਦਾ ਘਾਤ ਕਰ ਰਿਹਾ। ਤੇ ਇਹਨਾਂ ਸ਼ਾਸਤਰਾਂ ਸਿਮਰਤੀਆਂ ਦੇ ਵਿੱਚ ਤਾਂ ਪੁੰਨਾਂ ਪਾਪਾਂ ਦੀ ਗੱਲ ਕੀਤੀ ਹੈ, ਕੋਈ ਮਤਲਬ ਰੱਬ ਦੀ ਤਾਂ ਗੱਲ ਹੀ ਨਹੀਂ ਹੈਗੀ। ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤਿੰਨਾਂ ਗੁਣਾਂ ਦੇ ਵਿੱਚ, ਮਾਇਆ ਦੇ 3 ਗੁਣਾਂ ਦੇ ਵਿੱਚ, ਰਜੋ ਤਮੋ ਸਤੋ ਗੁਣ ਦੇ ਵਿੱਚ ਤਾਂ ਦੁਨੀਆ ਸੁੱਤੀ ਪਈ ਆ। ਇਸ ਸੁੱਤੀ ਹੋਈ ਦੁਨੀਆ ਨੂੰ ਇਹ ਸ਼ਾਸਤਰ ਸਿਮਰਤੀਆਂ ਤਾਂ ਜਗਾ ਨਹੀਂ ਸਕਦੀਆਂ। ਇਹ ਤਾਂ ਸਗੋਂ ਕਹਿ ਲਓ ਵੀ ਸੰਗਲ ਪਏ ਹੋਏ ਆ। ਭਗਤ ਕਬੀਰ ਜੀ ਕਹਿੰਦੇ ਆ, ਵੇਦ ਕੀ ਪੁੱਤਰੀ ਸਿਮਰਤੀ ਭਾਈ, ਸੰਕਲ ਜੇਵਰੀ ਲੈ ਹੈ ਆਈ। ਭਗਤ ਕਬੀਰ ਜੀ ਕਹਿੰਦੇ ਵੇਦਾਂ ਦੇ ਵਿੱਚੋਂ ਵੇਦ ਕੀ ਪੁੱਤਰੀ ਵਾ, ਵੇਦਾਂ ਦੇ ਆਧਾਰ ਤੇ ਇਹ ਗ੍ਰੰਥ ਆ। 4 ਵੇਦ ਆ, 4 ਵੇਦਾਂ ਤੇ ਆਧਾਰਿਤ ਸਿਮਰਤੀ ਗ੍ਰੰਥ ਆ। ਭਗਤ ਕਬੀਰ ਜੀ ਕਹਿੰਦੇ ਇਹ ਤਾਂ ਸਗੋਂ ਸੰਗਲ ਪਏ ਆ ਲੋਕਾਂ ਨੂੰ, ਕਿ ਉਹਨਾਂ ਨੂੰ ਤਾਂ ਕੁਛ ਸਮਝ ਹੀ ਨਹੀਂ ਆ ਰਹੀ। ਇਹ ਤਾਂ ਸਾਡੇ ਵਾਸਤੇ ਸੰਗਲ ਆ। ਤਾਂ ਸੰਗਲ ਤਾਂ ਪਹਿਲਾਂ ਹੀ ਪਏ ਆ, ਮਾਇਆ ਦੇ ਪਏ ਆ, ਵਿਕਾਰਾਂ ਦੇ ਪਏ ਆ, ਤੇ ਹੋਰ ਸੰਗਲ ਪਾ ਲਏ ਧਾਰਮਿਕ ਗ੍ਰੰਥਾਂ ਦੇ, ਜਿਹਨਾਂ ਦੇ ਵਿੱਚ ਕੋਈ ਵਾਹਿਗੁਰੂ ਦੀ ਭਗਤੀ ਦੀ ਗੱਲ ਹੀ ਨਹੀਂ ਹੈਗੀ। ਸੋ ਪਾਤਸ਼ਾਹ ਕਹਿੰਦੇ ਸਾਰੇ ਹੀ ਇਹਨਾਂ ਨੂੰ ਢੰਡੋਲ ਕੇ ਦੇਖ ਲਿਆ ਆ। ਢੰਡੋਲਣਾ ਹੁੰਦਾ ਆ ਕਿ ਬੜਾ ਉਹਦੀ ਖੋਜ ਕਰਨੀ, ਉਹਨੂੰ ਜਿਹੜਾ ਵਿਚਾਰਨਾ, ਦੇਖਣਾ ਕਿ ਇਹਦੇ ਚ ਕੁਛ ਕੀ ਆ ਤੇ ਕੀ ਨਹੀਂ। ਸਾਰੇ ਹੀ ਢੰਡੋਲ ਕੇ ਦੇਖ ਲਏ ਆ ਜਿੰਨੇ ਵੀ ਗ੍ਰੰਥ ਆ। ਸੋ ਪਾਤਸ਼ਾਹ ਸਾਨੂੰ ਇਹ ਗੱਲ ਕਿਉਂ ਕਹਿ ਰਹੇ ਆ? ਅੱਜ ਦੀ ਸ਼ਬਦ ਜੇ ਆਪਾਂ ਕਹੀਏ, ਹੁਣ ਆਪਾਂ ਕਹੀਏ ਅਸੀਂ ਤਾਂ ਨਹੀਂ ਸ਼ਾਸਤਰਾਂ ਸਿਮਰਤੀਆਂ ਦੀ ਵਿਚਾਰ ਕਰਦੇ, ਤਾਂ ਸਾਨੂੰ ਕੀ ਲੋੜ ਪਈ ਹੈ? ਸਾਡੇ ਵਾਸਤੇ ਨਹੀਂ ਹੈਗੀ ਇਹ ਬਾਣੀ। ਸਾਡੇ ਵਾਸਤੇ ਕਿਉਂ ਨਹੀਂ ਹੈਗੀ? ਸਾਡੇ ਵਾਸਤੇ ਆਪਾਂ ਦੇਖਣਾ ਪੈਣਾ ਕਿ ਅੱਜ ਦਾ ਸ਼ਬਦ ਸਾਡੇ ਤੇ ਕਿੱਦਾਂ ਢੁਕਦਾ ਆ। ਸਾਡੇ ਤੇ 100% ਢੁਕਦਾ ਆ। ਅੱਜ ਦਾ ਸਿੱਖ ਸਮਾਜ ਜੋ ਬਾਬਾਵਾਦ ਆ, ਡੇਰਾਵਾਦ ਆ, ਜੋ ਸਾਡੇ ਵੱਡੇ ਇਤਿਹਾਸਕ ਸਥਾਨ ਆ ਜਾਂ ਜੋ ਵੀ ਆ, ਉੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਨੂੰ ਛੱਡ ਕੇ ਜਿਹੜੇ ਬਾਹਰਲੇ ਕੱਚ ਘਰੜ ਗ੍ਰੰਥ, ਜਿਹੜੀਆਂ ਨਕੰਮੀਆਂ ਗੱਲਾਂ, ਬੇਮਤਲਬ ਦੀਆਂ ਗੱਲਾਂ ਆ, ਉਹਨਾਂ ਦੀ ਵਿਚਾਰ ਹੋ ਰਹੀ ਆ, ਜਿਹਦੇ ਚੋਂ ਨਿਕਲਣਾ ਕੱਖ ਨਹੀਂ ਹੈਗਾ। ਉਹ ਵੀ ਸ਼ਾਸਤਰ ਸਿਮਰਤੀਆਂ ਹੀ ਸਾਡੇ ਵਾਸਤੇ, ਕਿਉਂਕਿ ਇੱਕ ਓਂਕਾਰ ਤੋਂ ਲੈ ਕੇ ਤਨ ਮਨ ਥੀਵੈ ਹਰਿਆ ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰ ਕਰਕੇ ਤੇ ਆਪਣੀ ਜੀਵਨ ਦੇ ਉੱਤੇ ਟਿਕਾਉਣੀ, ਉਹਦੇ ਹਿਸਾਬ ਨਾਲ ਜੀਵਨ ਬਣਾਉਣਾ, ਉਹਦੇ ਵਾਸਤੇ ਸਾਡਾ ਜੀਵਨ ਬਹੁਤ ਛੋਟਾ ਆ। ਗੁਰਬਾਣੀ ਦੀ ਵਿਚਾਰ ਨੂੰ ਜੇ ਆਪਾਂ ਸਾਰੀ ਨੂੰ ਵਿਚਾਰ ਕੇ ਆਪਣੇ ਜੀਵਨ ਤੇ ਟਿਕਾਉਣਾ ਹੋਵੇ ਤਾਂ 60, 70, 80 ਸਾਲ ਵੀ ਬਹੁਤ ਛੋਟੇ ਆ। ਤੇ ਫਿਰ ਆਸੇ-ਪਾਸੇ ਜਿਹੜਾ ਕੂੜਾ ਕਰਕਟ ਅਸੀਂ ਖਿਲਾਰਿਆ ਆ, ਉਹਦੀ ਵਿਚਾਰ ਕਰਨੀ, ਜਿਹੜੇ ਸਾਡੇ ਵਾਸਤੇ ਸਿਮਰਤੀਆਂ ਸ਼ਾਸਤਰੀ ਆ ਸਮਝ ਲਓ, ਤੇ ਉਹ ਕੀ ਸਾਡਾ ਸਮਾਂ ਵੇਸਟ ਨਹੀਂ ਹੋ ਰਿਹਾ? ਹੁਣ ਪਟਿਆਲੇ ਗੁਰਦੁਆਰਾ ਸਾਹਿਬ ਆ, ਇਤਿਹਾਸਕ ਗੁਰਦੁਆਰਾ ਸਾਹਿਬ ਆ, ਉੱਥੇ ਸਿਰਫ 10 ਮਿੰਟ ਵਾਸਤੇ ਮਤਲਬ ਮੱਥਾ ਟੇਕਣ ਵਾਸਤੇ ਗਏ। ਭਾਈ ਸਾਹਿਬ, ਮੇਰਾ ਨਾਂ ਹਰਪ੍ਰੀਤ ਸਿੰਘ। ਉੱਥੇ ਭਾਈ ਵਿਚਾਰ ਕੀ ਕਰ ਰਿਹਾ ਸੀ? ਜੇ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਹੋਵੇ ਤੇ ਗੁਰੂ ਸਾਹਿਬ ਕੀ ਕਹਿਣਗੇ? ਭਗਤੀ ਕਰੋ, ਨਾਮ ਜਪੋ,
ਸੰਗਤ ਕਰੋ, ਸਿਮਰਨ ਕਰੋ, ਚਰਨ ਧੂੜ ਲਓ, ਵੱਧ ਤੋਂ ਵੱਧ ਨਾਮ ਜਪੋ। ਗੁਰਬਾਣੀ ਦੀ ਵਿਚਾਰ ਨੇ ਸਾਨੂੰ ਭਗਤੀ ਨਾਲ ਜੋੜਨਾ, ਵਾਹਿਗੁਰੂ ਨਾਲ ਜੋੜਨਾ। ਤੇ ਭਾਈ ਉੱਥੇ ਕਹਿ ਰਿਹਾ ਸੀ ਕਿ ਗੁਰੂ ਸਾਹਿਬ ਨੂੰ, ਭਾਈ ਮਰਦਾਨਾ ਜੀ ਕਹਿ ਰਹੇ ਆ ਕਿ ਉਹ ਗੁਰੂ ਸਾਹਿਬ ਜੀ ਇੱਥੇ ਤੁਹਾਨੂੰ ਕਿੰਨੇ ਦਿਨ ਆਪਾਂ ਨੂੰ ਆਇਆਂ ਨੂੰ ਹੋ ਗਏ, ਲੱਗਦਾ ਆਪਾਂ ਹੁਣ ਗਾਂਹ ਚੱਲੀਏ, ਲੱਗਦਾ ਤੁਹਾਡਾ ਇੱਥੇ ਮਨ ਹੀ ਲੱਗ ਗਿਆ ਹੈ, ਤੁਹਾਨੂੰ ਖਰੇ ਇਹ ਜਗ੍ਹਾ ਕਿੰਨੀ ਵਧੀਆ ਲੱਗਦੀ, ਆਪਾਂ ਨੂੰ ਹੁਣ ਗਾਂਹ ਤੁਰਨਾ ਚਾਹੀਦਾ। ਨਾਲੇ ਕਹਿ ਰਿਹਾ ਸੀ ਕਿ ਗੁਰੂ ਸਾਹਿਬ ਕਹਿ ਰਿਹਾ ਸੀ ਕਿ ਸਿੱਖ ਨੂੰ ਕਦੀ ਗੁਰੂ ਸਾਹਿਬ ਦੇ ਉੱਤੇ ਏਦਾਂ, ਗੁਰੂ ਸਾਹਿਬ ਨੂੰ ਏਦਾਂ ਨਹੀਂ ਕਹਿਣਾ ਚਾਹੀਦਾ। ਮਤਲਬ ਕਿ ਭਾਈ ਮਰਦਾਨਾ ਜੀ ਤਾਂ ਕਦੀ ਵੀ ਨਹੀਂ ਏਦਾਂ ਕਹਿ ਸਕਦੇ ਕਿ ਗੁਰੂ ਸਾਹਿਬ ਇੱਥੇ ਤੁਸੀਂ, ਗੁਰੂ ਸਾਹਿਬ ਦੀ ਮਰਜ਼ੀ ਹੈ, ਗੁਰੂ ਸਾਹਿਬ ਨੇ ਕਿੱਥੇ ਜਾਣਾ ਆ, ਕਿੱਥੇ ਕਿੰਨੇ ਦਿਨ ਟਿਕਣਾ ਆ, ਕਿੱਥੇ ਕਿਹਨੂੰ ਦਰਸ਼ਨ ਦੇਣੇ, ਕਿੱਥੇ ਬਖਸ਼ਿਸ਼ ਕਰਨੀ ਆ, ਭਾਈ ਮਰਦਾਨਾ ਜੀ ਤਾਂ ਕਦੀ ਵੀ ਦਖਲ ਨਹੀਂ ਦੇ ਸਕਦੇ। ਉਹ ਤਾਂ ਗੁਰੂ ਪਾਤਸ਼ਾਹ ਦਾ ਰੂਪ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਮਰਦਾਨਿਆ ਤੂੰ ਮੇਰਾ ਰੂਪ ਆ, ਤੇਰੇ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ ਹੈਗਾ। ਤੋ ਏਦਾਂ ਦੀਆਂ ਗੱਲਾਂ ਸਾਡੀਆਂ ਸਟੇਜਾਂ ਤੇ ਬਹਿ ਕੇ, ਇਹ ਸਮਝ ਲਓ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਕਥਾ ਹੀ ਹੋ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਛੱਡ ਕੇ ਤੇ ਬਾਕੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਆ, ਕੱਚ ਘਰੜ ਨਕੰਮੀਆਂ ਗੱਲਾਂ, ਜੇ ਉਹਨਾਂ ਦੇ ਅਸੀਂ ਵਿਚਾਰਾਂ ਕਰ ਰਹੇ ਆ, ਪੜ੍ਹ ਰਹੇ ਆ, ਤੇ ਤਾਂ ਮਤਲਬ ਸਮਾਂ ਵੇਸਟ ਕਰ ਰਹੇ ਆ, ਆਪਣਾ ਵੀ ਦੂਸਰੇ ਦਾ ਵੀ। ਹੁਣ ਏਡਾ ਵੱਡਾ ਇਤਿਹਾਸਕ ਗੁਰਦੁਆਰਾ ਸਾਹਿਬ, ਏਡਾ ਵੱਡਾ ਦਰਬਾਰ ਦੇਖਣ ਵਾਲਾ ਹੈ, ਪਰ ਉੱਥੇ ਗੱਲ ਕਿਹਦੀ ਹੋ ਰਹੀ ਆ? ਗੱਲ ਹੋ ਰਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਛੱਡ ਕੇ ਆਸੇ ਪਾਸੇ ਦਾ ਜਿਹੜਾ ਕੂੜਾ ਕਰਕਟ ਆ ਉਹਦੀ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਕੀ ਕਰਾਂਗੇ ਆਪਾਂ? ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ, ਸਾਰੇ ਹੀ ਢੰਡੋਲ ਕੇ ਦੇਖ ਲਏ ਆ। ਹੁਣ ਆਪਾਂ ਦੇਖਣਾ ਕਿ ਸਾਡੇ ਸ਼ਾਸਤਰ ਸਿਮਰਤ ਕਿਹੜੀਆਂ ਬਣੀਆਂ ਅੱਜ ਕੱਲ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਛੱਡ ਕੇ ਜੋ ਵੀ ਅਸੀਂ ਕਰਦੇ ਹਾਂ, ਬਸ ਇਹੋ ਹੀ ਆ, ਸਮਾਂ ਵੇਸਟ ਵਾਲਾ ਕੰਮ ਹੀ। ਉਹਦੇ ਚ ਕੋਈ ਭਗਤੀ ਦੀ ਗੱਲ ਨਹੀਂ ਮਿਲਣੀ। ਭਗਤੀ ਦੀ ਗੱਲ ਲੈਣੀ ਹੋਵੇ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਸਾਡੀ ਲਾਈਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਏ ਤੋਂ ਲੈ ਕੇ ਜ਼ੈਡ ਤੱਕ ਵਿਚਾਰ ਕਰਕੇ ਉਹਦੇ ਹਿਸਾਬ ਨਾਲ ਆਪਾਂ ਲਾਈਫ ਬਣਾਉਣੀ ਹੋਵੇ ਤਾਂ ਵੀ ਬਹੁਤ ਛੋਟੀ ਆ। ਤੇ ਫਿਰ ਸਾਡੇ ਕੋਲ ਸਮਾਂ ਕਿੱਥੇ ਆ ਜਿਹੜੀਆਂ ਆਸੇ ਪਾਸੇ ਵਾਲੀਆਂ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਵਿਚਾਰੀਏ ਤੇ ਸਮਾਂ ਵੇਸਟ ਕਰੀਏ, ਆਪਣਾ ਵੀ ਤੇ ਦੂਜਿਆਂ ਦਾ ਵੀ। ਸਾਰੇ ਢੰਡੋਲ ਕੇ ਦੇਖ ਲਏ। ਪਾਤਸ਼ਾਹ ਕਹਿੰਦੇ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪੂਜਸ ਦਾ ਭਾਵ ਪੁੱਜਣਾ, ਪੂਜਸ ਨਹੀਂ ਪੁੱਜਦੇ, ਉਹਦੇ ਬਰਾਬਰ ਹੀ ਨਹੀਂ ਕਰ ਸਕਦੇ ਕਿਤੇ ਨਾ ਹੀ ਹਰ ਹਰੇ। ਹਰ ਹਰੇ ਦਾ ਭਾਵ ਵਾਹਿਗੁਰੂ ਵਾਹਿਗੁਰੂ, ਜਿੱਥੇ ਵੀ ਹਰ ਹਰ, ਵਾਹ ਵਾਹ, ਗੁਰੂ ਗੁਰ, ਧੰਨ ਧੰਨ, ਜਿੱਥੇ ਵੀ ਸ਼ਬਦ ਆਉਂਦਾ ਉਹਦਾ ਇੱਕੋ ਹੀ ਅਰਥ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੱਥੇ 2 ਵਾਰੀ ਗੁਰੂ ਪਾਤਸ਼ਾਹ ਨੇ ਕਿਤੇ ਵੀ ਲਿਖਿਆ ਹੋਵੇ ਜਾਂ 2 ਤੋਂ ਵੱਧ ਵਾਰੀ, ਸਭ ਆਖੋ ਧੰਨ 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 ਗੁਰ ਸੋਈ। ਉਹਦਾ ਕੀ ਭਾਵ ਆ? ਸਾਰੇ ਵਾਹਿਗੁਰੂ ਵਾਹਿਗੁਰੂ ਕਰੋ। ਸੋ ਵਾਹਿਗੁਰੂ ਵਾਹਿਗੁਰੂ ਦੇ ਬਰਾਬਰ ਇਹ ਚੀਜ਼ਾਂ ਨਹੀਂ ਪਹੁੰਚ ਸਕਦੀਆਂ। ਹੈ ਨਾਨਕ, ਨਾਨਕ ਦਾ ਕੱਕਾ ਮੁਕਤਾ ਹੋਵੇ ਜਿੱਥੇ ਵੀ, ਜਿੱਥੇ ਨਾਨਕ ਪਦਾ ਹੁੰਦਾ ਜ਼ਿਆਦਾਤਰ, ਤੇ ਜੇ ਸੰਬੰਧਕ ਨਹੀਂ ਲੱਗਿਆ ਨਾਲ ਉਹਦੇ ਨਾਨਕ ਕਾ ਪ੍ਰਭ ਅੰਤਰਜਾਮੀ, ਉੱਥੇ ਵੀ ਕੱਕਾ ਮੁਕਤਾ ਹੋ। ਪਰ ਜ਼ਿਆਦਾਤਰ ਇਹਦਾ ਜਿਹੜਾ ਭਾਵ ਇਹੀ ਹੁੰਦਾ ਕਿ ਇਹਨੂੰ ਆਪਾਂ ਹੈ ਨਾਨਕ ਦੇ ਹਿਸਾਬ ਨਾਲ ਵਿਚਾਰ ਕਰਨੀ ਹੈ ਕਿ ਗੁਰੂ ਪਾਤਸ਼ਾਹ ਕਹਿ ਰਿਹਾ ਕਿ ਨਾਮ ਅਮੋਲ ਆ। ਜਿਹੜਾ ਨਾਮ ਆ ਇਹਦੇ ਬਰਾਬਰ ਦੀ ਕੋਈ, ਇਹਦਾ ਕੋਈ ਮੁੱਲ ਨਹੀਂ ਹੈਗਾ। ਗੁਰੂ ਪਾਤਸ਼ਾਹ ਦੇ ਕੋਲ ਪਾਤਸ਼ਾਹ ਕਹਿੰਦੇ ਆ ਕਿ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਗੁਰੂ ਪਾਤਸ਼ਾਹ ਦੇ ਕੋਲ ਸਭ ਤੋਂ ਜਿਹੜਾ ਅਮੋਲਕ ਰਤਨ ਆ ਨਾ, ਉਹ ਨਾਮ ਆ। ਆਪਾਂ ਜਿੰਨੇ ਵੀ ਪ੍ਰਾਣੀ ਸੁਣ ਰਹੇ ਆ ਜਾਂ ਜਿੰਨੇ ਵੀ ਸੁਣਾਂਗੇ ਇਸ ਵਿਚਾਰ ਨੂੰ, ਇਸ ਚੀਜ਼ ਤੇ ਧਿਆਨ ਦੇਣਾ ਕਿ ਜੇ ਗੁਰੂ ਪਾਤਸ਼ਾਹ ਨੇ ਨਾਮ ਦੀ ਦਾਤ ਆਪਾਂ ਨੂੰ ਦਿੱਤੀ ਹੋਈ ਆ, 5 ਕਕਾਰ ਬਖਸ਼ੇ ਆ, ਸਿਰ ਤੇ ਹੱਥ ਰੱਖ ਕੇ ਨਾਮ ਦ੍ਰਿੜ ਕਰ ਦਿੱਤਾ ਆ 5 ਪਿਆਰਿਆਂ ਦੇ ਰਾਹੀਂ ਗੁਰੂ ਪਾਤਸ਼ਾਹ ਜੀ ਨੇ ਆਪ, ਤੇ ਸਮਝ ਲਓ ਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਕੀਮਤੀ ਰਤਨ ਸਾਨੂੰ ਦੇ ਦਿੱਤਾ ਆ। ਗੁਰੂ ਸਾਹਿਬ ਕਹਿ ਰਿਹਾ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਪੂਰਾ ਸਤਿਗੁਰ ਕੌਣ ਆ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸਭ ਤੋਂ ਅਮੋਲਕ ਰਤਨ ਜਿਹੜਾ ਆ ਉਹ ਗੁਰੂ ਪਾਤਸ਼ਾਹ ਦਿੰਦੇ ਆ ਜਿੱਤੇ ਬਖਸ਼ਿਸ਼ ਕਰਨੀ ਹੋਵੇ। ਸੋ ਨਾਮ ਅਮੋਲ ਇਹ ਨਾਨਕ, ਇਹਦੇ ਨਾਮ ਅਮੋਲ ਹੈ, ਇਹਦੇ ਬਰਾਬਰ ਕੋਈ ਚੀਜ਼ ਨਹੀਂ ਆ। ਜੋ ਵੀ ਆਸੇ ਪਾਸੇ ਮਿਲ ਰਿਹਾ ਆ ਸਭ ਕੂੜਾ ਕਰਕਟ ਆ, ਨਾਮ ਸਭ ਤੋਂ ਉੱਪਰ ਆ, ਸਮਾਂ ਵੇਸਟ ਆ। ਉਹ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ। ਜਾਪ ਤਾਪ, ਜਾਪ ਦਾ ਭਾਵ ਆ ਜਿੱਦਾਂ ਹੁਣ ਆਪਾਂ ਜਾਪ ਸਿਮਰਨ ਨੂੰ ਕਹਿੰਦੇ ਆ, ਪਰ ਜਿੱਥੇ ਗੁਰੂ ਪਾਤਸ਼ਾਹ ਜਾਪ ਦਾ ਖੰਡਨ ਕਰ ਰਹੇ, ਹੁਣ ਉਹਦਾ ਭਾਵ ਹੁੰਦਾ ਆ ਕਿ ਐਵੇਂ ਕਿਸੇ ਮੰਤਰ ਦਾ ਜਾਂ ਕਿਸੇ ਹੋਰ ਹੀ ਚੀਜ਼ ਦਾ ਜਾਪ ਕਰੀ ਜਾਣਾ। ਵਾਹਿਗੁਰੂ ਨਹੀਂ ਜਪਣਾ, ਕੋ ਹੋਰ ਹੀ ਜਪੀ ਜਾਣਾ। ਉਹਨੂੰ ਕਹਿੰਦੇ ਆ ਜਿਹੜਾ ਬੇਮਤਲਬ ਦਾ ਜਾਪ ਆ। ਤੇ ਤਾਪ ਦਾ ਭਾਵ ਆ
ਜਿਹੜਾ ਧੂਣੀਆਂ ਤਪਾਉਣੀਆਂ, ਆਪਣੇ ਸਰੀਰ ਨੂੰ ਤੰਗ ਕਰਨਾ, ਗਰਮੀਆਂ ਦੇ ਦਿਨ ਆ, ਉਹਦੇ ਵਿੱਚ 40-45 ਮਾਈਨਸ ਪਲੱਸ ਟੈਂਪਰੇਚਰ ਆ, ਉਹਦੇ ਚ ਬੰਦਾ ਧੂਣੀ ਤਪਾ ਕੇ ਗੋਇਆਂ ਦੀ ਲੱਕੜਾਂ ਦੀ ਲਾਗੇ ਬੈਠਾ ਕੇ ਆਪਣੇ ਸਰੀਰ ਨੂੰ ਤਪਾ ਰਿਹਾ, ਦੁੱਖ ਦੇ ਰਿਹਾ, ਉਹਨੂੰ ਕਹਿੰਦੇ ਤਾਪ। ਇਹੋ ਜਿਹੇ ਬਿਨਾਂ ਮਤਲਬ ਦੇ ਵੇਦਾਂ ਮੰਤਰਾਂ ਦੇ ਜਾਂ ਹੋਰ ਜੋ ਨਕੰਮੀਆਂ ਚੀਜ਼ਾਂ ਜਿਹੜੀਆਂ ਗਲਤ ਗੱਲਾਂ ਆ, ਉਹਨਾਂ ਦਾ ਜਾਪ ਕਰਨਾ, ਭਾਵ ਸਿਮਰਨ ਕਰਨਾ, ਬਾਰ-ਬਾਰ ਉਹਨੂੰ ਜਪੀ ਜਾ, ਉਹ ਵਾਹਿਗੁਰੂ ਨਾ ਜਪਣਾ, ਤੇ ਤਾਪ, ਧੂਣੀਆਂ ਤਪਾਉਣੀਆਂ, ਸਰੀਰ ਨੂੰ ਤੰਗ ਕਰਨਾ। ਗਿਆਨ ਸਭ ਧਿਆਨ, ਗਿਆਨ ਨੂੰ ਇੱਥੇ ਗੁਰੂ ਪਾਤਸ਼ਾਹ ਜੀ ਨੇ ਖੰਡਨ ਕੀਤਾ। ਕਿਹੜਾ ਗਿਆਨ? ਜਿਹੜਾ ਫੋਕਾ ਗਿਆਨ ਆ, ਜਿਹੜਾ ਰੱਬੀ ਗਿਆਨ ਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਉਹਦੀ ਗੱਲ ਨਹੀਂ ਆ ਇੱਥੇ। ਗਿਆਨ ਦਾ ਭਾਵ ਆ ਜਿਹੜਾ ਗਿਆਨ ਸਾਨੂੰ ਰੱਬ ਨਾਲ ਨਹੀਂ ਮਿਲਾ ਸਕਦਾ, ਜਿਹੜਾ ਇਹਨਾਂ ਸ਼ਾਸਤਰਾਂ ਸਿਮਰਤੀਆਂ ਚੋਂ ਮਿਲਣਾ ਆ, ਜਿਹੜਾ ਸਾਨੂੰ ਧੰਨ ਅੱਜ ਦੇ ਜਿਹੜੇ ਸਿੱਖ ਕਹਾ ਰਹੇ ਆ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਛੱਡ ਕੇ ਜਿਹੜਾ ਬਾਕੀ ਗ੍ਰੰਥਾਂ ਤੋਂ ਜਾਂ ਬਾਕੀ ਆਸੇ ਪਾਸੇ ਦਾ ਜਿਹੜਾ ਕੂੜਾ ਕਰਕਟ ਖਿਲ ਰਿਹਾ ਆ, ਉਹਦੇ ਵਿੱਚੋਂ ਜਿਹੜਾ ਮਿਲ ਰਿਹਾ ਗਿਆਨ ਆ ਨਾ, ਉਹ ਸਭ ਬੇਕਾਰ ਆ ਪਾਤਸ਼ਾਹ। ਸਭ ਧਿਆਨ ਤੇ ਸਭ ਤਰ੍ਹਾਂ ਦਾ ਧਿਆਨ, ਕੋਈ ਮਤਲਬ ਕਿਸੇ ਦੇ ਧਨ ਧਰ ਰਿਹਾ, ਕੋਈ ਸ਼ਿਵ ਜੀ ਦਾ ਧਰ ਰਿਹਾ, ਕੋਈ ਫਲਾਣੇ ਦਾ ਧਰ ਰਿਹਾ, ਕੋਈ ਬੰਦਿਆਂ ਦੀ ਪੂਜਾ ਕਰੀ ਜਾਂਦਾ, ਕੋਈ ਉਹਦੇ ਤੇ ਮਨ ਟਿਕਾਉਣ ਦੀ ਕੋਸ਼ਿਸ਼ ਕਰਦਾ ਆ। ਇਹ ਖਟ ਸ਼ਾਸਤਰ ਸਿਮਰਤ ਵਿਖਿਆਨ, ਖਟ ਸ਼ਾਸਤਰ 6 ਸ਼ਾਸਤਰ ਆ, ਜਿਨ੍ਹਾਂ ਦਾ ਯੋਗ, ਮੀਮਾਂਸਾ, ਵੇਦਾਂਤ, ਏਦਾਂ ਦੇ 6 ਸ਼ਾਸਤਰ ਆ, ਜਿਨ੍ਹਾਂ ਦੇ ਬਾਰੇ ਆਪਾਂ 16 ਸਾਲ ਚ ਪੜ੍ਹਨਾ। 6 ਘਰ, 6 ਗੁਰ, 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਕਿ ਜਿਹੜੇ 6 ਸ਼ਾਸਤਰ ਆ, 6 ਉਹਨਾਂ ਦੇ ਗੁਰ ਆ, ਭਾਵ ਉਹਨਾਂ ਦੇ ਜਿਹੜੇ ਰਚਨ ਵਾਲੇ ਆ, ਰਿਸ਼ੀ ਆ, ਵੇਦ ਵਿਆਸ ਆ ਜਾਂ ਹੋਰ ਜੈਮਨੀ ਆ ਵਗੈਰਾ, ਤੇ ਉਹਨਾਂ ਦੇ 6 ਤਰ੍ਹਾਂ ਦਾ ਉਹਦੇ ਚ ਉਪਦੇਸ਼ ਆ। ਦੇਖੋ ਹੈਗਾ ਉਹ ਭਗਤੀ ਦੀ ਗੱਲ, ਸਮਝ ਰਹੇ ਹੋ ਕਿ ਭਗਤੀ ਦੀ ਗੱਲ ਆ, ਪਰ ਉਹਦੇ ਚ ਕੋਈ ਇੱਕ ਦੂਜੇ ਨਾਲ ਗੱਲ ਰਲਦੀ ਨਹੀਂ, ਸਗੋਂ ਇੱਕ ਦੂਜੇ ਦੇ ਕੰਟਰਾਡਿਕਟ ਕਰਦੇ ਆ। ਹੈਗੇ 6 ਸ਼ਾਸਤਰ ਆ, ਪਰ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੀ। ਪਰ ਗੁਰੂ ਪਾਤਸ਼ਾਹ ਕਹਿੰਦੇ ਕਿ ਵਾਹਿਗੁਰੂ ਤਾਂ ਹਮੇਸ਼ਾ ਹੀ ਇੱਕ ਆ, ਉਹਦੀ ਤੇ ਗੱਲ ਕਦੀ ਵੀ ਇੱਕ ਦੂਜੇ ਨਾਲ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚ ਆਪਾਂ 35 ਮਹਾਂਪੁਰਖਾਂ ਦੀ ਬਾਣੀ ਪੜ੍ਹਦੇ ਆ, ਵਿਚਾਰ ਇੱਕ ਆ, ਸਾਰੇ ਦੀ ਸਾਰੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੀ। ਉੱਥੇ ਵਿਚਾਰ ਗੁਰ ਗੁਰ ਏਕੋ ਵੇਸ ਅਨੇਕ, ਗੁਰੂ ਤਾਂ ਹਮੇਸ਼ਾ ਇੱਕ ਆ, ਉਹਦੀ ਵਿਚਾਰ ਕਦੀ ਵੀ ਟਕਰਾਉਂਦੀ ਨਹੀਂ। ਸੋ ਪਾਤਸ਼ਾਹ ਕਹਿੰਦੇ ਖਟ ਸ਼ਾਸਤਰ ਸਿਮਰਤ ਵਿਖਿਆਨ, ਸਿਮਰਤ ਦਾ ਭਾਵ ਸਿਮਰਤੀ ਗ੍ਰੰਥ ਜਿਹੜੇ ਆ, ਜਿਨ੍ਹਾਂ ਬਾਰੇ ਗੱਲ ਕੀਤੀ ਗਈ ਇਸ ਲੋਕ ਵਿੱਚ। ਇਹ 6 ਖਟ ਹੁੰਦਾ, 6 ਸ਼ਾਸਤਰਾਂ ਦੀ ਵਿਚਾਰ, ਸਿਮਰਤੀ ਗ੍ਰੰਥਾਂ ਦੀ ਵਿਚਾਰ, ਵਿਖਿਆਨ, ਉਹਨਾਂ ਦਾ ਕੋਈ ਵਿਆਖਿਆ ਕਰ ਰਿਹਾ ਹੋਵੇ ਬਹਿ ਕੇ, ਤੇ ਆਪਾਂ ਵੀ ਦੇਖਦੇ ਆ, ਆਪਾਂ ਨਾਲ ਨਾਲ ਚੱਲਣਾ ਕਿ ਸਾਡੇ ਵਾਸਤੇ ਕੀ ਹੈ ਇਹ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਬਾਹਰੋਂ ਦੀਆਂ ਰਚਨਾਵਾਂ, ਹੋਰ ਚੀਜ਼ਾਂ ਦੀ ਗੁਰੂ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਵਿਆਖਿਆ ਕਰਨੀ ਬੇਕਾਰ ਆ। ਯੋਗ ਅਭਿਆਸ ਕਰਮ ਧਰਮ ਕਰਿਆ, ਕੋਈ ਯੋਗ ਦਾ ਅਭਿਆਸ ਕਰੇ, ਪ੍ਰੈਕਟਿਸ ਕਰੇ ਯੋਗ ਦੀ। ਜਿਹੜੇ ਯੋਗੀ ਆ, ਜਿਵੇਂ ਉਹ ਆਸਣ, ਵੱਖ-ਵੱਖ ਤਰ੍ਹਾਂ ਦੇ ਆਸਣ ਆ, ਜਿਹੜੇ ਯੋਗ ਦੇ ਆਸਣ ਆ, ਯੋਗ ਸਿੱਧ ਆਸਣ 84 ਤਰ੍ਹਾਂ ਦੇ ਆਸਣ ਆ ਉਹਨਾਂ ਦੇ, ਕੋਈ ਪਦਮ ਆਸਣ ਆ, ਕੋਈ ਹੋਰ ਕਈ ਤਰ੍ਹਾਂ ਦੇ ਆਸਣ ਆ। ਇਹਨਾਂ ਦਾ ਕੋਈ ਅਭਿਆਸ ਕਰੇ ਕਿ ਇਹਦੇ ਨਾਲ ਮੈਨੂੰ ਕੋਈ, ਮੇਰਾ ਮਨ ਟਿਕ ਜਾਊਗਾ, ਜਾਂ ਮੈਨੂੰ ਰੱਬ ਦੀ ਪ੍ਰਾਪਤੀ ਹੋ ਜਾਊਗੀ, ਮੈਂ ਮਤਲਬ ਵਾਹਿਗੁਰੂ ਨੂੰ ਮਿਲ ਲਊਂਗਾ। ਕਰਮ ਧਰਮ ਕਰਿਆ, ਤੇ ਕਰਮ ਧਰਮ, ਕਰਮ ਕਾਂਡ, ਜਿਹੜਾ ਕਿ ਧਰਮ ਦੇਖਣ ਨੂੰ ਧਰਮ ਲੱਗਦਾ ਪਰ ਹੈਗਾ ਉਹ ਕਰਮ ਕਾਂਡ ਆ। ਇਹ ਸਾਰੀਆਂ ਕਿਰਿਆਵਾਂ ਕਰੇ, ਕਿਰਿਆ ਦਾ ਭਾਵ ਆ ਉਹਦੀ ਜਿਹੜੀਆਂ ਪ੍ਰੈਕਟਿਸਿਸ ਆ, ਜਿਹੜਾ ਉਹਨੂੰ ਕਰਨਾ ਆ। ਕੋਈ ਇਹ ਕਰੇ ਧਰਮ ਦੇ ਨਾਂ ਤੇ ਕਰਮ ਕਾਂਡ ਕਰ ਰਿਹਾ ਹੋਵੇ, ਤੇ ਸਮਝੇ ਕਿ ਮੈਨੂੰ ਇਹਨਾਂ ਟਿਕਾ ਮਿਲ ਜਾਊਗਾ। ਪਾਤਸ਼ਾਹ ਆਨੰਦ ਬਾਣੀ ਜੀ ਕਹਿੰਦੇ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਕਰਮ ਕਾਂਡ ਦੇ ਨਾਲ ਤੈਨੂੰ ਟਿਕਾ ਨਹੀਂ ਆ ਸਕਦਾ, ਤੇ ਜਿੰਨਾ ਚਿਰ ਟਿਕਾ ਨਹੀਂ ਆਉਂਦਾ ਉਹਨਾਂ ਚਿਰ ਤੇਰੇ ਅੰਦਰੋਂ ਸਹਿਮ ਨਹੀਂ ਜਾਣਾ, ਡਰ ਖਤਮ ਨਹੀਂ ਹੋਣਾ। ਹਾਂ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸਾ ਜੀਓ ਮਿਲੀਨ ਹੈ, ਕਦੇ ਸੰਜਮ ਧੋਤਾ ਜਾਏ। ਏਦਾਂ ਨਹੀਂ ਇਹਨੇ ਕਦੇ ਵੀ ਹੋਣਾ। ਕਰਮ ਕਾਂਡ ਆਪਾਂ ਵੀ ਦੇਖੋ, ਆਪਾਂ ਵੀ ਜੇ ਆਪਾਂ ਗੁਰਸਿੱਖੀ ਦੇ ਰਸਤੇ ਤੇ ਚੱਲਣਾ ਚਾਹੁੰਦੇ ਆ, ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ, ਸੰਗਤ ਜਾਂਦੇ ਆ, ਤਾਂ ਗੁਰਬਾਣੀ ਦੀ ਵਿਚਾਰ, ਸਿਮਰਨ, ਕੀਰਤਨ, ਅਰਦਾਸ, ਹੁਕਮਨਾਮਾ, ਸੰਗਤ ਦੀ ਚਰਨ ਧੂੜ ਲੈਣੀ, ਸੇਵਾ ਕਰਨੀ, ਤੇ ਇੱਕ ਦੋ ਹੋਰ। ਇਹ ਤੋਂ ਬਗੈਰ ਜੇ ਕੁਛ ਹੋਰ ਹੋ ਰਿਹਾ ਉਹ ਕਰਮ ਕਾਂਡ ਹੀ ਆ, ਉਹ ਚੋਂ ਕੁਛ ਨਹੀਂ ਨਿਕਲਣਾ। ਖਾਸ ਤੌਰ ਤੇ ਜਿੱਦਾਂ ਵਾਹਿਗੁਰੂ ਗੁਰਬਾਣੀ ਦੀ ਵਿਚਾਰ ਆ, ਸਿਮਰਨ ਆ, ਇਹ ਅਸਲੀ ਚੀਜ਼ ਆ।
ਗੁਰਬਾਣੀ ਦੀ ਵਿਚਾਰ ਹੋ ਰਹੀ ਆ, ਬੜੇ ਧਿਆਨ ਨਾਲ ਟਿਕ ਕੇ ਗੁਰਬਾਣੀ ਦੀ ਵਿਚਾਰ ਸੁਣਨੀ ਆ। ਜੇ ਉਹ ਵਿਚਾਰ ਗੁਰੂ ਸਾਹਿਬ ਦੇ ਅਨੁਸਾਰ ਹੋ ਰਹੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਆ, ਉਹਨੇ ਸਾਡਾ ਜੀਵਨ ਬਦਲਣਾ ਆ। ਤੇ ਉਹਦੇ ਵਿੱਚੋਂ ਸਿਮਰਨ ਭਗਤੀ ਦੀ ਗੱਲ ਪਤਾ ਲੱਗੂਗੀ ਤੇ ਆਪਾਂ ਸੰਗਤ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਾਂਗੇ। ਦੂਜੇ ਪਾਸੇ ਸੰਗਤ ਜੋੜੇ ਮੱਥੇ ਨੂੰ ਲਾ ਰਹੀ ਹੈ, ਚਰਨ ਧੂੜ ਲੈ ਰਹੀ ਹੈ। ਸੋ ਇਹ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਆ, ਪਰ ਬਾਕੀ ਸਭ ਕਰਮ ਕਾਂਡ ਆ। ਜ਼ਿਆਦਾਤਰ ਕਰਮ ਕਾਂਡ ਹੀ ਹੋ ਰਿਹਾ ਆਪਣੇ ਵੀ। ਜਾ ਕੇ ਉੱਥੇ ਹੁਣ ਕੀ ਕਰੇ ਬੰਦਾ, ਉੱਥੇ ਜਾ ਕੇ ਮਤਲਬ ਆਪਾਂ ਨੂੰ ਕੁਛ ਲੱਭਦਾ ਹੀ ਨਹੀਂਗਾ ਵੀ ਮਤਲਬ ਏਦਾਂ ਦੇ ਕੁਛ ਹੋ ਰਿਹਾ ਹੋਵੇ। ਚਲੋ ਮੰਨ ਲਓ ਕੀਰਤਨ ਹੋ ਰਿਹਾ, ਆਪਾਂ ਬਹਿ ਕੇ 10 ਮਿੰਟ ਕੀਰਤਨ ਸੁਣ ਲਿਆ, ਮਨ ਟਿਕਾਇਆ, ਵਧੀਆ ਗੱਲ ਆ। ਪਰ ਜੇ ਕੁਛ ਵੀ ਗੁਰਸਿੱਖੀ ਤੋਂ ਉਲਟ ਹੋ ਰਿਹਾ, ਉਹ ਕਰਮ ਕਾਂਡ ਹੀ ਆ। ਸਗਲ ਤਿਆਗ ਬਨ ਮੱਧੇ ਫਿਰਿਆ, ਸਗਲ ਦਾ ਭਾਵ ਸਾਰਾ ਕੁਝ ਛੱਡ ਕੇ, ਆਪਣਾ ਘਰ-ਬਾਰ ਛੱਡ ਕੇ, ਬੱਚੇ ਛੱਡ ਕੇ, ਬਿਜ਼ਨਸ ਕੰਮ ਛੱਡ ਕੇ, ਤਿਆਗ ਦਾ ਭਾਵ ਤਿਆਗ ਕੇ, ਬਨ ਜੰਗਲ ਮੱਧੇ ਦਾ ਭਾਵ ਵਿੱਚ ਫਿਰਦਾ ਰਵੇ। ਕੋਈ ਵਿਅਕਤੀ ਚਾਹੁੰਦਾ ਕਿ ਮੈਂ ਰੱਬ ਨੂੰ ਮਿਲਣਾ, ਸਾਰਾ ਕੁਝ ਛੱਡ ਕੇ ਚਲ ਜਾਵੇ। ਜਿੱਦਾਂ ਜੋਗੀ ਆ, ਉਹ ਆਪਣਾ ਘਰ-ਬਾਰ ਛੱਡ ਕੇ ਦੌੜ ਗਏ ਸੀਗੇ ਤੇ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਪੁੰਅਰ ਤਾਪ ਗੇਰੀ ਕੇ ਬਸਤਰਾ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਪੁੰਅਰ ਤਾਪ, ਧੂਣੀਆਂ ਤਪਾਉਂਦਾ ਆ, ਪੁੰਅਰ ਹੁੰਦੀ ਧੂਣੀ, ਤੇ ਗੇਰੂਏ ਰੰਗ ਦੇ ਕੱਪੜੇ ਪਾ ਲਏ। ਤੂੰ ਕਹਿੰਦੇ ਤੂੰ ਤੇ ਆਪਦਾ ਦਾ ਮਾਰਿਆ, ਤੂੰ ਤਾਂ ਬਿਪਤਾ ਦਾ ਮਾਰਿਆ, ਕੰਮ ਨਹੀਂ ਕਰਨਾ ਚਾਹੁੰਦਾ ਸੀ, ਪਰਿਵਾਰ ਨੂੰ ਪਾਲਣਾ ਨਹੀਂ ਚਾਹੁੰਦਾ ਸੀ, ਤੈਨੂੰ ਔਖਾ ਲੱਗਦਾ ਸੀ ਤਾਂ ਤੂੰ ਦੌੜ ਆਇਆ। ਤੇ ਜਿਹੜੇ 5 ਵਿਕਾਰ ਕਹਿੰਦੇ, ਇੱਕ ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਾਮ ਕਰੋਲੋ ਹੰਕਾਰ, ਜਿਹੜੇ ਚੰਡਾਲ ਸੀ ਉਹ ਤੇ ਤੂੰ ਨਾਲ ਹੀ ਲੈ ਆਇਆ। ਛੱਡਿਆ ਕੀ ਹੈ? ਪਰਿਵਾਰ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਪਰਿਵਾਰ ਦੇ ਵਿੱਚ ਹੀ ਰਹਿ ਕੇ ਆਪਾਂ ਪਰਿਵਾਰ ਛੱਡਣਾ ਆ। ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਛੱਡਣਾ, ਭਾਵ ਕਿ ਪਰਿਵਾਰ ਦਾ ਮੋਹ ਨਹੀਂ ਪਾਣਾ। ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਇਹ ਪਰਿਵਾਰ ਜਿਹੜਾ ਆ ਤੇਰੇ ਨਾਲ ਨਹੀਂ ਜਾਣਾ, ਇਹਨਾਂ ਨਾਲ ਮੋਹ ਨਹੀਂ ਪਾਉਣਾ, ਤਾਂ ਰਹਿਣਾ ਇਹਨਾਂ ਦੇ ਵਿੱਚ ਹੀ ਆ। ਸੇਵਾ ਇਹਨਾਂ ਦੀ ਕਰਨੀ ਆ, ਕੰਮ ਇਹਨਾਂ ਖਾਤਰ ਕਰਨਾ ਆ, ਜ਼ਿੰਮੇਵਾਰੀ ਤੋਂ ਨਹੀਂ ਭੱਜਣਾ, ਪਰ ਰਹਿਣਾ ਇਹਨਾਂ ਦੇ ਵਿੱਚ ਹੀ ਆ। ਪਰ ਜੇ ਕੋਈ ਇਹ ਸਾਰਾ ਕੁਝ ਛੱਡ ਕੇ ਜੰਗਲਾਂ 'ਚ ਚਲ ਜਾਵੇ, ਬਨ ਮੱਧੇ ਫਿਰਿਆ, ਜੰਗਲਾਂ 'ਚ ਤੁਰਿਆ ਫਿਰੇ ਪਰਿਵਾਰ ਛੱਡ ਕੇ, ਪਾਤਸ਼ਾਹ ਕਹਿੰਦੇ ਨਹੀਂ। ਇਹ ਸਾਰੀਆਂ ਗੱਲਾਂ ਲਿਖ ਰਹੇ ਆ ਪਾਤਸ਼ਾਹ, ਅੱਗੇ ਜਾ ਕੇ ਰੱਦ ਕਰ ਦੇਣਗੇ ਨਾਮ ਦੀ ਗੱਲ ਦੱਸ ਕੇ। ਅਨਕਰ ਪ੍ਰਕਾਰ ਕੀਏ ਬਹੁਤ ਯਤਨਾਂ, ਤੇ ਬੜੇ ਯਤਨ ਕਰੇ ਕਿ ਮੈਨੂੰ ਰੱਬ ਮਿਲ ਜਾਵੇ, ਮੇਰਾ ਮਨ ਟਿਕ ਜਾਵੇ, ਮੈਨੂੰ ਸ਼ਾਂਤੀ ਆ ਜਾਵੇ, ਮੈਂ ਭਗਤੀ ਕਰਾਂ। ਪਰ ਭਗਤੀ ਦਾ ਰਾਹ ਨਾ ਪਤਾ ਹੋਵੇ, ਕਿਉਂਕਿ ਗੁਰੂ ਸਾਹਿਬ ਤੋਂ ਬਗੈਰ ਤਾਂ ਕੋਈ ਦੱਸ ਨਹੀਂ ਸਕਦਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰ ਕਹਾ ਨਾਮ ਬਰਾ। ਗੁਰੂ ਪਾਤਸ਼ਾਹ ਦੇ ਲੜ ਲੱਗਣ ਤੋਂ ਬਗੈਰ ਇਹ ਗੱਲ ਕਿਸੇ ਨੇ ਦੱਸਣੀ ਨਹੀਂ। ਤਾਂ ਅਨੇਕਾਂ ਪ੍ਰਕਾਰ ਦੇ ਯਤਨ ਕਰਦਾ ਹੋਵੇ ਕਿ ਮੈਨੂੰ ਰੱਬ ਮਿਲ ਜੂਗਾ ਤਾਂ ਮੈਂ ਕੁਛ ਹਾਸਲ ਕਰ ਲੂੰਗਾ। ਪੁੰਨ ਦਾਨ ਹੋਮੇ ਬਹੁ ਰਤਨਾ, ਪੁੰਨ ਦਾਨ ਬੜਾ ਕਰਦਾ ਹੋਵੇ। ਹੋਮੇ ਦਾ ਭਾਵ ਹੁੰਦਾ ਜਿੱਥੇ ਹਾਹੇ ਨੂੰ ਹੋੜਾ ਤੇ ਪਿੱਛੇ ਮੰਮੇ ਦੇ ਨਾਲ ਲਾਵਾਂ ਜਾਂ ਦਲਾਵਾਂ ਜਾਂ ਕੁਛ ਹੋਵੇ, ਤੇ ਉਹਦਾ ਭਾਵ ਹੁੰਦਾ ਆ ਹਵਨ ਦੇ ਵਿੱਚ ਕਿਸੇ ਚੀਜ਼ ਨੂੰ ਸਾੜਨਾ। ਜਿਵੇਂ ਹਵਨ ਕਰਨਾ, ਹਵਨ ਦੇ ਵਿੱਚ ਜਿਹੜਾ ਅਗਨ ਕੁੰਡ ਜਿਹਾ ਬਣਾ ਕੇ ਉਹਦੇ ਵਿੱਚ ਅੱਗ ਦੇ ਵਿੱਚ ਸਾੜ ਦੇਣਾ, ਇਹਨੂੰ ਹੋਮੇ। ਤੇ ਹੋਮੇ ਨਾਲੋਂ ਥੋੜਾ ਜਿਹਾ ਧਿਆਨ ਰੱਖਣਾ ਕਿ ਜਿੱਥੇ ਵੀ ਹੋਮੇ ਸ਼ਬਦ ਆਊਗਾ ਉੱਥੇ ਹਾਹਾ ਤੇ ਉਦੋਂ ਅੱਗੇ ਊੜੇ ਨੂੰ ਔਂਕੜ ਵਾਲਾ ਸ਼ਬਦ ਆਊਗਾ। ਜਾਂ ਜੇ ਆਪਾਂ ਅੱਜ ਦੀ ਪੰਜਾਬੀ 'ਚ ਲਿਖਣਾ ਹੋਵੇ, ਹੋਮੇ ਲਿਖਣਾ ਹੋਵੇ, ਤੇ ਆਪਾਂ ਲਿਖਾਂਗੇ ਹਾਹੇ ਨੂੰ ਖਨੌੜਾ ਤੇ ਮੰਮੇ ਨੂੰ ਦਲਾਵਾਂ, ਉਹ ਹਉਮੈ ਬਣਦੀ। ਜਿਵੇਂ ਹਉਮੈ ਹੰਕਾਰ, ਪਰ ਜਿੱਥੇ ਹਾਹੇ ਨੂੰ ਹੋੜਾ ਆਵੇ, ਹੋਮੇ ਹੁੰਦਾ ਹੋਮ। ਹੋਮ ਦਾ ਭਾਵ ਹੁੰਦਾ ਹੈ ਯੱਗ ਕਰਨਾ, ਹਵਨ ਦੇ ਵਿੱਚ ਅੱਗ ਦੇ ਵਿੱਚ ਕਿਸੇ ਚੀਜ਼ ਨੂੰ ਸਾੜਨਾ, ਜਿਹੜੇ ਜਿਵੇਂ ਪੰਡਤ ਕਰਦੇ ਆ, ਯੱਗ ਕਰਦੇ ਆ। ਸੋ ਪੁੰਨ ਦਾਨ ਹੋਮੇ ਬਹੁ ਰਤਨਾ, ਬੜਾ ਪੁੰਨ ਦਾਨ ਕਰੇ ਤੇ ਬੜਾ ਅੱਗ ਦੇ ਵਿੱਚ ਬੜੇ ਰਤਨ ਕੀਮਤੀ ਚੀਜ਼ਾਂ ਨੂੰ ਸਾੜੇ। ਹੁਣ ਘਿਓ ਵੀ ਰਤਨ ਹੀ ਇੱਕ ਤਰ੍ਹਾਂ ਦਾ, ਜਿਹੜੇ ਗਰੀਬ ਆ ਵਿਚਾਰੇ ਉਹਨਾਂ ਵਾਸਤੇ ਤੇ ਘਿਓ ਵੀ ਇੱਕ ਤਰ੍ਹਾਂ ਦਾ ਰਤਨ ਆ। ਤੇ ਇਹਨਾਂ ਨੂੰ ਅੱਗ ਦੇ ਵਿੱਚ ਸਾੜੇ, ਭਾਵੇਂ ਹਵਨ ਕਰੇ ਬੜੇ। ਜਿਵੇਂ ਆਪਣੇ ਹੁਣ ਵੀ ਆਪਾਂ ਦੇਖਦੇ ਹਾਂ ਹਵਨ ਕਰਦੇ ਕਈ ਥਾਂ ਤੇ, ਤਾਂ ਜਿਹੜੇ ਸਿੱਖੀ ਸਰੂਪ ਦੇ ਵਿੱਚ ਆਪਾਂ ਦੇਖਦੇ ਨਾ ਚਿੱਟੇ ਚਿੱਟੇ ਕੱਪੜਿਆਂ ਵਾਲੇ, ਉਹ ਹਵਨ ਕਰਦੇ ਆ। ਉਹ ਹਵਨ ਕੁੰਡ ਦੇ ਦਿਵਾਲੀ ਫੇਰੇ ਲੈਂਦੇ ਆ ਜਦੋਂ ਵਿਆਹ ਕਰਦੇ ਆ, ਕਹਾਉਂਦੇ ਆ ਆਪਣੇ ਆਪ ਨੂੰ ਉਹ ਵੀ ਸਿੱਖੀ ਆ, ਹਾਲਾਂਕਿ ਉਹ ਸਿੱਖੀ ਦੇ ਵਿੱਚੋਂ ਖਾਰਜ ਆ ਬੰਦੇ। ਉਹ ਬੜੇ ਯਤਨ ਏਦਾਂ ਦੇ ਕਰਦੇ ਆ, ਉਹ ਹਵਨ ਕਰਦੇ ਆ ਸਾਰਾ, ਤੇ ਬਾਣਾ ਉਹਨਾਂ ਵੀ ਸਿੱਖੀ ਵਾਲਾ ਹੀ ਪਾਇਆ ਤੇ ਕਰਦੇ ਹਵਨ ਆ। ਜੇ ਕੋਈ ਕਹਿੰਦੇ ਆ ਕਿ ਹੋਮ ਕਰਦਾ ਹੋਵੇ ਏਦਾਂ, ਸਰੀਰ ਕਟਾਏ ਹੋਮੈ ਕਰ ਰਾਤੀ, ਸਰੀਰ ਨੂੰ ਕਟਾ ਕੇ
ਆਪਣੇ ਸਰੀਰ ਨੂੰ ਛੋਟਾ ਛੋਟਾ ਕਟਾ ਕੇ, ਇਦਾਂ ਵੀ ਕਰਦੇ ਰਹੇ ਆ ਲੋਕ, ਹੁਣ ਵੀ ਕਰਦੇ ਹੋਣਗੇ, ਪਰ ਪਹਿਲਾਂ ਕਰਦੇ ਰਹੇ ਆ ਕਿ ਬ੍ਰਾਹਮਣ ਨੇ ਕਹਿਣਾ ਕਿ ਜੇ ਤੂੰ ਆਪਣੇ ਸਰੀਰ ਨੂੰ ਛੋਟਾ ਛੋਟਾ ਕਟਵਾ ਕੇ ਨਾ, ਟੁਕੜੇ ਕਰਾ ਕੇ ਇਹਦੇ ਵਿੱਚ ਹੋਮ ਦੇ ਵਿੱਚ ਜਿਹੜਾ ਇਹ ਹਵਨ ਕੁੰਡ ਆ ਜਿਹੜੀ ਹੈ ਇਹਦੇ ਵਿੱਚ ਸਾੜ ਲਵੇਂ, ਛੋਟੇ ਛੋਟੇ ਟੁਕੜੇ ਕਰਕੇ ਤੇਰੇ ਚ ਪਾ ਦਈਏ ਤੇ ਤੇਰੀ ਮੁਕਤੀ ਹੋ ਜੂਗੀ, ਤੂੰ ਮਤਲਬ ਰੱਬ ਨੂੰ ਮਿਲ ਪਏਗਾ, ਤੇਰੀ ਆਤਮਾ ਜਿਹੜੀ ਆ ਰੱਬ ਚ ਭੇਦ ਹੋ ਜੂਗੀ, ਤੂੰ ਸੱਚਖੰਡ ਜਿਵੇਂ ਵੀ ਉਹਨਾਂ ਦਾ ਬਣਿਆ ਸਿਸਟਮ ਸੁਰਗਾਂ ਵਗੈਰਾ ਉੱਥੇ ਚੱਲ ਜਾਏਗਾ। ਸਰੀਰ ਨੂੰ ਕਟਾ ਕੇ ਗੁਰੂ ਪਾਤਸ਼ਾਹ ਕਹਿੰਦੇ ਹੋਮ ਮੈਂ ਕਰ ਰਾਤੀ, ਰਾਤੀ ਦਾ ਭਾਵ ਰੱਤੀ ਰੱਤੀ ਕਰਕੇ, ਛੋਟੇ ਛੋਟੇ ਟੁਕੜੇ ਕਰਕੇ ਉਹ ਆਪਣੇ ਸਰੀਰ ਨੂੰ ਕਟਾ ਕੇ ਅੱਗ ਵਿੱਚ ਸਾੜ ਲਵੇ, ਹਵਨ ਕੁੰਡ ਦੇ ਵਿੱਚ ਸੜਵਾ ਲਵੇ। ਵਰਤ ਨੇਮ ਕਰੈ ਬਹੁ ਭਾਤੀ, ਬੜੇ ਤਰ੍ਹਾਂ ਦੇ ਵਰਤ ਕਰਦਾ ਹੋਵੇ, ਨੇਮ ਬਣਾਇਆ ਹੋਵੇ ਕਿ ਮੈਂ ਆਹ ਕੰਮ ਕਰਨਾ ਹੀ ਆ। ਵਰਤ ਹੁੰਦਾ ਜਿੱਦਾਂ ਆਪਾਂ ਵਰਤ ਕਹਿ ਦਿੰਦੇ ਆ, ਅਸਲ ਚ ਹਿੰਦੀ ਸੰਸਕ੍ਰਿਤ ਦਾ ਸ਼ਬਦ ਹੈ ਵਰਤ। ਵਰਤ ਹੁੰਦਾ ਕਿਸੇ ਚੀਜ਼ ਬਾਰੇ ਆਪਣੇ ਮਨ ਚ ਧਾਰ ਲੈਣਾ ਕਿ ਮੈਂ ਆਹ ਕੰਮ ਕਰਨਾ ਹੀ ਕਰਨਾ, ਜਾਂ ਮੈਂ ਆਹ ਕੰਮ ਨਹੀਂ ਕਰਨਾ। ਖਾਸ ਤੌਰ ਤੇ ਨਹੀਂ ਕਰਨਾ ਜਿਹੜਾ ਉਹਦੇ ਵਾਸਤੇ ਹੁੰਦਾ ਕਿ ਅੱਜ ਤੋਂ ਬਾਅਦ ਮੈਂ ਕਹਿ ਲਓ ਵੀ ਵਰਤਣ ਵਾਲੇ ਬੜੇ ਹਾਸ ਹੋਏ ਨੇ ਕਿ ਅੱਜ ਤੋਂ ਬਾਅਦ ਮੈਂ ਮੰਗਲਵਾਰ ਨੂੰ ਵੀ ਆਹ ਕੰਮ ਕਰਨਾ, ਫਿਰ ਮੈਂ ਵਰਤ ਲੈ ਲਿਆ ਆ। ਆਪਾਂ ਸਮਝਦੇ ਕਿ ਵਰਤ ਦਾ ਭਾਵ ਇਹ ਆ ਕਿ ਉਹ ਵਰਤ ਰੱਖ ਲੈਣਾ, ਕੁਛ ਖਾਣਾ ਨਾ। ਅਸਲ ਚ ਵਰਤ ਦਾ ਭਾਵ ਹੁੰਦਾ ਆ ਕਿਸੇ ਚੀਜ਼ ਬਾਰੇ ਨੇਮ ਬਣਾ ਲੈਂਦੇ ਆ ਕਿ ਮੈਂ ਅੱਜ ਤੋਂ ਬਾਅਦ ਗੋਭੀ ਨਹੀਂ ਖਾਣੀ, ਮੇਰਾ ਵਰਤ ਆ, ਮੈਂ ਵਰਤ ਲਿਆ ਹੋਇਆ ਆ ਕਿ ਮੈਂ ਅੱਜ ਤੋਂ ਬਾਅਦ ਮਿਰਚਾਂ ਨਹੀਂ ਖਾਣੀਆਂ, ਅੱਜ ਤੋਂ ਬਾਅਦ ਮੈਂ ਕਾਲਾ ਕੱਪੜਾ ਨਹੀਂ ਪਹਿਨਣਾ। ਏਦਾਂ ਦੇ ਵਰਤ ਤਲੇ ਲੈ ਲੈਂਦੇ ਆ ਤੇ ਨੇਮ ਬਣਾ ਲੈਣਾ ਕਿ ਰੋਜ਼ਾਨਾ ਕਿ ਆਹ ਕੰਮ ਮੈਂ ਕਰਨਾ ਹੀ ਕਰਨਾ। ਜਿਵੇਂ ਸਾਡੇ ਬੰਦਿਆਂ ਨੇ ਨੇਮ ਬਣਾਇਆ ਆ ਨਿਤਨੇਮ, ਪਾਤਸ਼ਾਹ ਨੇ ਸਾਡਾ ਨੇਮ ਬਣਾਇਆ ਭਗਤੀ ਕਰਨੀ ਆ, ਰੋਜ਼ਾਨਾ ਨਾਮ ਜਪਣਾ ਆ, ਪਰ ਆਪਾਂ ਬਣਾ ਲਿਆ ਕਿ ਨੇਮ ਬੰਦਿਆਂ ਦਾ ਬਣਾਇਆ ਹੋਇਆ ਆਪਾਂ ਅਪਣਾ ਲਿਆ। ਗੁਰੂ ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਵੈ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਗੁਰਸਿੱਖ ਦਾ ਨੇਮ ਹੋਣਾ ਚਾਹੀਦਾ ਕਿ ਜਿਹੜਾ ਰੋਜ਼ ਉੱਠ ਕੇ ਭਗਤੀ ਕਰੇ, ਵਾਹਿਗੁਰੂ ਜਪੇ, ਉਹ ਦਿਨ ਚੜੇ ਵਾਹਿਗੁਰੂ ਦੀ ਬਾਣੀ ਨੂੰ ਗਾਵੇ, ਗਾ ਗਾ ਕੇ ਬੜੇ ਪਿਆਰ ਨਾਲ ਪੜ੍ਹੇ ਗੁਰੂ ਸਾਹਿਬ ਬਾਣੀ ਵਿੱਚ ਕੀ ਕਹਿ ਰਹੇ ਆ। ਇਹ ਸਾਡਾ ਨੇਮ ਆ, ਪਰ ਆਪਾਂ ਨੇਮ ਬਣਾ ਲਿਆ ਉਲਟਾ ਹੀ, ਬੰਦਿਆਂ ਦਾ ਬਣਾਇਆ ਹੋਇਆ ਨੇਮ ਆਪਾਂ ਅਪਣਾਇਆ ਆ। ਏਦਾਂ ਹੀ ਕਹਿੰਦੇ ਕਿ ਜੇ ਕੋਈ ਏਦਾਂ ਵਰਤ ਰੱਖ ਲਵੇ, ਥੋੜਾ ਆਪਣੇ ਆਪ ਨੂੰ ਬੰਨ ਲਵੇ ਤੇ ਬੜੇ ਨੇਮ ਬਣਾ ਲਵੇ ਕਿ ਮੈਂ ਆਹ ਕੰਮ ਕਰਨਾ ਹੀ ਕਰਨਾ ਆ। ਕਰੇ ਬਹੁ ਭਾਤੀ, ਬਹੁ ਭਾਤੀ ਦਾ ਭਾਵ ਬੜੇ ਤਰੀਕਿਆਂ ਨਾਲ, ਭਾਤੀ ਹੁੰਦਾ ਤਰੀਕੇ, ਵੱਖ ਵੱਖ ਤਰੀਕਿਆਂ ਦੇ ਨੇਮ ਬਣਾ ਲਵੇ। ਪਾਤਸ਼ਾਹ ਨੇ ਲਾਸਟ ਕਿਹਾ ਕਿ ਨਹੀਂ ਤੁਲ, ਇਹ ਜਿੰਨੀਆਂ ਵੀ ਗੱਲਾਂ ਇਸ ਪਦੇ ਵਿੱਚ ਕਹੀਆਂ ਆ ਸਾਰੀਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਰੱਦ ਕੀਤਾ ਕਿ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਹ ਸਾਰੇ ਹੀ ਜੋ ਕੁਛ ਵੀ ਉੱਪਰ ਕਿਹਾ ਗਿਆ ਆ, ਜੋ ਵੀ ਆਪਣੇ ਆਪ ਨੂੰ ਹਵਨ ਕੁੰਡ ਚ ਸਾੜ ਲੈਣਾ, ਨੇਮ ਬਣਾ ਲੈਣੇ, ਵਰਤ ਰੱਖ ਲੈਣੇ, ਇਹ ਸਾਰਾ ਕੁਛ ਵੀ ਵਾਹਿਗੁਰੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹੈਗਾ। ਨਹੀਂ ਤੁਲ, ਤੁਲ ਦਾ ਭਾਵ ਹੁੰਦਾ ਬਰਾਬਰ, ਰਾਮ ਨਾਮ ਵਿਚਾਰ ਵਾਹਿਗੁਰੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹੈਗਾ ਕਦੇ ਵੀ। ਰਾਮ ਦਾ ਭਾਵ ਆ ਘਟ ਘਟ ਦੇ ਵਿੱਚ ਵਿਆਪਕ ਰਮਿਆ ਹੋਇਆ, ਕਣ ਕਣ ਦੇ ਵਿੱਚ ਰਮਿਆ ਹੋਇਆ ਵਾਹਿਗੁਰੂ ਨੂੰ ਕਹਿੰਦੇ ਰਾਮ। ਵਾਹਿਗੁਰੂ ਦੇ ਨਾਮ ਦੇ ਵਿਚਾਰ ਦੇ ਬਰਾਬਰ ਨਹੀਂ ਹੈਗਾ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਇਹ ਨਾਨਕ ਜੇ ਕੋਈ ਗੁਰੂ ਵਾਲਾ ਬਣ ਕੇ, ਗੁਰੂ ਵਾਲਾ ਬਣ ਕੇ, ਗੁਰਮੁਖ ਦਾ ਭਾਵ ਹੈ ਗੁਰੂ ਵਾਲਾ ਬਣ ਕੇ। ਗੁਰੂ ਵਾਲਾ ਕਿੱਦਾਂ ਬਣ ਕੇ? ਨਾਮ ਦੀ ਦਾਤ ਪੰਜ ਪੈਰਾਂ ਤੋਂ ਲੈ ਕੇ, ਉਹਨੂੰ ਕਹਿੰਦੇ ਗੁਰਮੁਖ, ਗੁਰੂ ਵਾਲਾ ਬਣਨਾ। ਨਾਮ ਜਪੀਆ ਇੱਕ ਵਾਰ, ਸਿਰਫ ਇੱਕ ਵਾਰੀ ਵਾਹਿਗੁਰੂ ਜਪ ਲਵੇ, ਇੱਕ ਵਾਰੀ ਵਾਹਿਗੁਰੂ। ਜਿੱਦਾਂ ਹੁਣ ਆਪਾਂ ਤਾਂ ਗੁਰੂ ਸਾਹਿਬ ਨੇ ਕਹਿੰਦਾ ਵਾਹਿਗੁਰੂ 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 ਜਪੀ ਜਾਣਾ, ਜਪੀ ਜਾਣਾ ਆ। ਪਰ ਜੇ ਗੁਰੂ ਵਾਲਾ ਬਣ ਕੇ ਕੋਈ ਇੱਕ ਵਾਰੀ ਵਾਹਿਗੁਰੂ ਕਹਿ ਦੇਵੇ, ਸਿਰਫ ਇੱਕ ਵਾਰੀ, ਸਿਰਫ ਵਾਹਿਗੁਰੂ, ਬਸ ਇੰਨਾ, ਇੱਕ ਵਾਰੀ ਵਾਹਿਗੁਰੂ ਕਿਹਾ ਨਾ, ਤੇ ਆ ਸਾਰੀ ਜ਼ਿੰਦਗੀ ਕੋਈ ਬੰਦਾ ਇਹੋ ਜਿਹੇ ਕਰਮਕਾਂਡ ਕਰ ਰਿਹਾ ਹੋਵੇ, ਸਾਰਾ ਕੁਝ ਕਰ ਰਿਹਾ ਹੋਵੇ, ਆਪਣੇ ਆਪ ਨੂੰ ਕਟਾ ਕਟਾ ਕੇ ਅੱਗ ਚ ਸਾੜ ਲਵੇ, ਤਾਂ ਵੀ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ ਵੀ ਨਹੀਂ ਹੈਗਾ। ਇੱਕ ਵਾਰ ਲਿਖਿਆ ਗੁਰੂ ਪਾਤਸ਼ਾਹ ਜੀ ਨੇ। ਤੇ ਜਿਹੜਾ ਹੁਣ ਆਪਾਂ ਨੂੰ ਗੁਰੂ ਪਾਤਸ਼ਾਹ ਬਾਰ-ਬਾਰ ਕੋਈ ਗੁਰਸਿੱਖ ਜਪ ਰਹੇ ਆ, ਸੰਗਤ ਜਪ ਰਹੀ ਆ, ਹਿਸਾਬ ਲਾ ਲਓ ਕਿ ਕਿੱਡਾ ਵੱਡੀ ਚੀਜ਼ ਆ। ਇੱਕ ਵਾਰੀ ਵਾਹਿਗੁਰੂ ਕਹਿਣ ਦੇ ਵੀ ਇਹ ਚੀਜ਼ਾਂ ਬਰਾਬਰ ਨਹੀਂ ਹੈਗੀਆਂ ਜਿਹੜੀਆਂ ਕਿ ਕਰੋੜਾਂ ਲੋਕ ਕਰ ਰਹੇ ਆ ਇੰਡੀਆ ਦੇ ਵਿੱਚ ਤੇ ਬਾਹਰ ਸਾਰੇ ਥਾਵਾਂ ਤੇ। ਨੌ ਖੰਡ ਪ੍ਰਿਥਵੀ ਫਿਰੈ ਚਿਰਜੀਵੈ। ਨੌ ਖੰਡ ਧਰਤੀ ਦੇ 9 ਖੰਡਾਂ ਦੇ ਵਿੱਚ, ਜਿਵੇਂ ਆਪਾਂ 9 ਹਿੱਸਿਆਂ ਚ ਧਰਤੀ ਦੇ ਖੰਡ ਵੰਡੇ ਹੋਇਆ, ਯੂਰਪ ਆ, ਆਸਟ੍ਰੇਲੀਆ ਆ, ਨਾਰਥ ਅਮਰੀਕਾ, ਲੈਟਿਨ ਅਮਰੀਕਾ, ਅਫਰੀਕਾ ਤੇ ਅੰਟਾਰਕਟਿਕਾ ਆ। 9 ਹਿੱਸੇ ਆ ਧਰਤੀ ਦੇ।
ਹੁਣ ਜਿਹੜੇ ਜੋਗੀ ਆ ਜਾਂ ਦੂਸਰੇ ਉਹ ਤਾਂ ਸਿਰਫ ਪਹਾੜਾਂ ਤੱਕ ਹੀ ਜਾਂਦੇ ਸੀ ਨਾ, 150 200 400 ਮੀਲ ਚੱਲ ਜਾਂਦੇ ਸੀ ਆਪਣੇ ਘਰ ਤੋਂ ਦੂਰ। ਜੇ ਗੁਰੂ ਸਾਹਿਬ ਕਹਿੰਦੇ ਕਿ ਨੌਵਾਂ ਧਰਤੀ ਦੇ 9 ਖੰਡਾਂ ਤੇ ਵੀ ਕੋਈ ਤੁਰਿਆ ਫਿਰੇ, ਕਿ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੂਰ ਵੀ ਕੋਈ ਚਲਾ ਜਾਵੇ, ਜੰਗਲਾਂ ਪਹਾੜਾਂ 'ਚ ਬਰਫ਼ ਵਿੱਚ ਚਲ ਜਾਵੇ, ਫਿਰ ਇਹ ਚਿਰ ਜੀਵ ਹੈ ਤੇ ਬੜੀ ਲੰਬੀ ਉਮਰ ਉਹਨੇ ਆਪਣੀ ਕਰ ਲਈ ਹੋਵੇ। ਚਿਰ ਜੀਵੈ ਦਾ ਭਾਵ ਆ ਬੜੀ ਲੰਬੀ ਉਮਰ ਤੱਕ ਜਿੰਦਾ ਰਵੇ। ਜੋਗੀਆਂ ਦੀ ਉਮਰ ਹਜ਼ਾਰਾਂ ਹਜ਼ਾਰਾਂ ਸਾਲ ਹੁੰਦੀ ਸੀ। ਆਪਾਂ ਜਿਹੜਾ ਸੁਣਦੇ ਆ ਨਾ ਉਹ ਸਹੀ ਆ, ਕਿਉਂਕਿ ਉਹ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਕਰ ਲੈਂਦੇ ਸੀਗੇ, ਸਵਾਸ ਬੰਦ ਕਰ ਲੈਂਦੇ ਸੀ, ਸਵਾਸ ਲੈਂਦੇ ਹੀ ਨਹੀਂ ਸੀਗੇ। ਰੱਬ ਨਹੀਂ ਮਿਲਣਾ, ਪਾਤਸ਼ਾਹ ਕਹਿੰਦੇ ਆ, ਬਾਣੀ 'ਚ ਲਿਖਿਆ ਆ ਲੰਬੀ ਉਮਰ ਦੀ ਗੱਲ। ਯੋਗ ਸਿੱਧ ਆਸਣ 84 ਇਹ ਵੀ ਕਰ ਰਹਿਆ, ਵੱਡੀ ਆਰਜਾ ਫਿਰ ਜੰਮੈ, ਹਰਸ ਨੂੰ ਸੰਗ ਨਾ ਗਹਿਆ। ਕੋਈ ਯੋਗ ਦੇ 84 ਆਸਣ ਕਰ ਲਵੇ, ਲੰਬੀ ਉਮਰ ਕਰ ਲਵੇ, ਆਪਣੀ ਉਮਰ ਬਹੁਤ ਲੰਮੀ ਕਰ ਲਵੇ, ਪਰ ਵਾਹਿਗੁਰੂ ਨਹੀਂ ਮਿਲ ਸਕਦਾ ਉਹਨੂੰ। 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਬੜੇ ਲੰਬੇ ਸਮੇਂ ਤੱਕ ਧਰਤੀ ਤੇ ਜਿਉਂਦਾ ਰਵੇ। ਮਹਾ ਉਦਾਸ ਤਪੀਸਰ ਠੀਵੈ, ਤੇ ਉਦਾਸੀ ਵੀ ਬੜਾ ਮਹਾ ਉਦਾਸ ਹੋ ਜਾਵੇ, ਕਿ ਉਦਾਸੀ ਬਣਿਆ, ਘਰ-ਬਾਰ ਛੱਡਿਆ ਤੇ ਬਹੁਤ ਜ਼ਿਆਦਾ ਉਦਾਸ ਆ, ਕਿ ਉਹਨੂੰ ਬਿਲਕੁਲ ਵੀ ਆਪਣੇ ਘਰ ਨਾਲ, ਬੱਚਿਆਂ ਨਾਲ, ਇਸ ਸੰਸਾਰੀ ਜੀਵਨ ਨਾਲ ਪਿਆਰ ਨਹੀਂ ਹੈਗਾ। ਤਪੀਸਰ ਠੀਵੈ, ਤੇ ਬੜਾ ਤਪੀ ਬਣ ਜਾਵੇ, ਕਿ ਤਪ ਬਹੁਤ ਕਰੇ, ਆਪਣੇ ਸਰੀਰ ਨੂੰ ਬੜਾ ਤੰਗ ਕਰੇ। ਠੀਵੈ ਦਾ ਭਾਵ ਬਣ ਜਾਵੇ, ਹੋਵੇ, ਕੋਈ ਏਦਾਂ ਕਰ ਲਵੇ। ਅਗਨ ਮਹਿ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮ ਦਾਨ। ਅਗਨ ਤੇ ਨੰਨੇ ਨੂੰ ਸਿਹਾਰੀ ਆ, ਅਗਨੀ ਇਸਤਰੀਵਾਚਕ ਸ਼ਬਦ ਆ। ਅੱਗ ਦੇ ਵਿੱਚ, ਮਾਹੇ ਦਾ ਵਿੱਚ ਭਾਵ ਵਿੱਚ, ਹੋਮਤ ਪ੍ਰਾਨ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਵੇ, ਸਾੜ ਲਵੇ ਆਪਣੇ ਆਪ ਨੂੰ, ਭਾਵ ਕਿ ਆਪਣੇ ਆਪ ਨੂੰ, ਜਿਵੇਂ ਪਹਿਲੇ ਪਦੇ 'ਚ ਕਿਹਾ ਗਿਆ ਆ, ਕਿ ਅੱਗ ਦੇ ਵਿੱਚ ਭੇਟਾ ਕਰ ਦੇਵੇ, ਸੜ ਕੇ ਮਰ ਜਾਵੇ, ਹਵਨ ਕੁੰਡ ਦੇ ਵਿੱਚ ਛਾਲ ਮਾਰ ਦੇਵੇ। ਹੋਮਤ, ਹੋਮ ਕਰ ਦੇਵੇ, ਪ੍ਰਾਣ, ਆਪਣੇ ਪ੍ਰਾਣ ਤਿਆਗ ਦੇਵੇ ਉੱਥੇ। ਕਨਕ ਅਸ਼ਵ ਹੈਵਰ ਭੂਮਦਾਨ, ਕਨਕ ਸੋਨਾ, ਅਸ਼ਵ ਘੋੜੇ, ਹੈਵਰ ਹਾਥੀ, ਭੂਮੀ ਹਾਥੀਆਂ ਘੋੜਿਆਂ ਦਾ, ਭੂਮੀ ਦਾ ਤੇ ਸੋਨੇ ਦਾ ਦਾਨ ਕਰੇ। ਇਹ ਦਾਨ ਕਰੇ ਕਿ ਇਹਦੇ ਨਾਲ ਮੈਨੂੰ ਰੱਬ ਮਿਲ ਜੂਗਾ। ਕੋਈ ਬ੍ਰਾਹਮਣ ਇਹ ਕਹਿੰਦਾ ਸੀਗਾ ਕਿ ਤੂੰ ਏਦਾਂ ਦਾਨ ਕਰੋ, ਤੁਹਾਨੂੰ ਰੱਬ ਮਿਲ ਜੂਗਾ, ਤੁਹਾਨੂੰ ਸਵਰਗਾਂ 'ਚ ਲੈ ਜਾਵਾਂਗੇ। ਮਤਲਬ ਸਿਸਟਮ ਏਦਾਂ ਦਾ ਬਣਾਇਆ ਹੋਇਆ, ਅੱਜ ਵੀ ਚੱਲਦਾ ਉਹ। ਅੱਜ ਵੀ ਬਹੁਤ ਸਾਰੇ ਮੰਦਿਰ ਜਾਂ ਹੋਰ ਇਹੋ ਜਿਹੀਆਂ ਜਗ੍ਹਾ ਹੈਗੀਆਂ ਜਿੱਥੇ ਕਹਿ ਲਓ ਵੀ ਸੋਨੇ ਦਾ ਜਾਂ ਹੋਰ ਚੀਜ਼ਾਂ ਦਾ ਕੋਈ ਪਤਾ ਹੀ ਨਹੀਂ ਕਿੰਨਾ ਕੁ ਉਹ ਕੌਣ ਦਾਨ ਕਰ ਰਿਹਾ, ਜਿਹੜੇ ਸਮਝਦੇ ਕਿ ਇਹ ਦਾਨ ਕਰਨ ਦੇ ਨਾਲ ਸਾਨੂੰ ਰੱਬ ਮਿਲ ਜਾਊਗਾ, ਪਰ ਇਹ ਨਹੀਂ ਪਤਾ ਵੀ ਰੱਬ ਦੇ ਮਿਲਣ ਦਾ ਤਰੀਕਾ ਹੋ ਰਿਹਾ। ਰੱਬ ਨੂੰ ਪੈਸਾ ਥੋੜਾ ਚਾਹੀਦਾ ਸਾਡਾ, ਰੱਬ ਨੂੰ ਤਾਂ ਸਾਡਾ ਸਿਰ ਚਾਹੀਦਾ ਆ। ਨਾਮ ਦੀ ਦਾਤ ਦਊਗਾ ਤੇ ਜਿਹੜੀ ਸਿਰ ਦੇ ਵਿੱਚ ਮੱਤ ਆ, ਇਹ ਗੁਰੂ ਸਾਹਿਬ ਦੇ ਦਰ ਤੇ ਅਰਪਣ ਕਰਨੀ ਪੈਂਦੀ ਹੈ, ਨਾ ਕਿ ਗੁਰੂ ਸਾਹਿਬ ਨੂੰ, ਸਾਡੇ ਵਾਹਿਗੁਰੂ ਨੂੰ ਸਾਡੇ ਕੋਈ ਹਾਥੀ ਘੋੜੇ ਚਾਹੀਦੇ ਆ। ਸਾਰੀ ਸ੍ਰਿਸ਼ਟੀ ਦਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਆ, ਮਾਲਕ ਆ, ਉਹਨੂੰ ਕੋਈ ਹਾਥੀ ਘੋੜਾ ਦੇ ਕੇ ਜਾਂ ਸੋਨਾ ਦੇ ਕੇ ਕਿੱਦਾਂ ਖੁਸ਼ ਕਰ ਲਾਂਗੇ, ਭੂਮੀ ਦੇ ਕੇ। ਆ ਛੋਟੀ ਜਿਹੀ ਧਰਤੀ ਆ, ਉਹਨਾਂ ਤੇ ਏਦਾਂ ਦੀਆਂ ਆਪਣੀ ਹਜ਼ਾਰਾਂ ਲੱਖਾਂ ਕਰੋੜਾਂ ਧਰਤੀਆਂ ਬਣਾਈਆਂ ਆ, ਜਿਨ੍ਹਾਂ ਦਾ ਕੋਈ ਅੰਤ ਪਾਰਾਵਾਰ ਹੀ ਨਹੀਂ ਹੈਗਾ। ਉਹਨੂੰ ਅਸੀਂ ਕੀ ਦੇ ਸਕਦੇ ਹਾਂ? ਇਹ ਸਿਰਫ ਪੁਜਾਰੀ ਖਾ ਰਿਹਾ ਆ। ਅੱਜ ਸਾਡਾ ਵੀ ਏਦਾਂ ਹੀ ਪੁਜਾਰੀ ਖਾ ਰਿਹਾ ਆ, ਉਹਨੇ ਕੋਈ ਰੱਬ ਨੂੰ ਥੋੜਾ ਸਾਨੂੰ ਮਿਲਾ ਦੇਣਾ ਆ। ਸੋ ਪਾਤਸ਼ਾਹ ਕਹਿੰਦੇ ਆ, ਨਿਉਲੀ ਕਰਮ ਕਰੈ ਬਹੁ ਆਸਨ। ਨਿਉਲੀਕਰਨ ਹੁੰਦਾ ਜਿਹੜਾ ਨਿਓਲਾ ਹੁੰਦਾ ਆ, ਉਦਾਂ ਉਹ ਇੱਕ ਸੱਪ ਦੇ ਵਾਂਗੂ ਤੇ ਨਿਓਲੇ ਵਾਂਗੂ, ਮਤਲਬ ਆਸਣ ਏਦਾਂ ਦੇ ਕਰਦੇ ਆ ਕਿ ਉਹ ਨਿਓਲੇ ਵਾਂਗੂ ਢਿੱਡ ਵਿੱਚ ਨੂੰ ਕਰ ਲੈਣਾ ਸਾਰਾ। ਤੇ ਉਹ ਆਪਾਂ ਦੇਖਦੇ ਹੀ ਆ, ਬਾਬਾ ਜਿਹੜਾ ਕਰਦਾ ਯੂਪੀ ਵਾਲਾ, ਉਹ ਨਿਓਲੀ ਕਰਮ ਆ, ਆਸਣ ਕਰਦਾ ਬੜੇ ਤਰੀਕਿਆਂ ਦੇ। ਸੋ ਨਿਓਲੇ ਦੇ ਵਾਂਗੂ, ਜਾਂ ਨਿਓਲੀ ਕਰਮ 'ਚ ਇੱਕ ਹੋਰ ਵੀ ਆਉਂਦਾ ਕਿ ਆਪਣੇ ਨਾ ਅੰਦਰੋਂ ਜਿਹੜੀਆਂ ਨਾੜਾਂ, ਜਿਹੜੀਆਂ ਅੰਤੜੀਆਂ ਵਿੱਚ ਕੱਪੜਾ ਮੂੰਹ ਥਾਣੀ ਪਾ ਕੇ ਬਰੀਕ ਮਲਮਲ ਦਾ ਤੇ ਪਾਸੋਂ ਕੱਢ ਲੈਂਦੇ, ਸਾਫ਼ ਕਹਿੰਦੇ ਅਸੀਂ ਸਾਫ਼ ਕਰ ਰਹੇ ਹਾਂ ਆਪਣੇ ਆਪ ਨੂੰ ਅੰਦਰੋਂ। ਇਹ ਬੜਾ ਕਰਮ ਕਾਂਡ ਆ, ਬਹੁਤ ਘਟੀਆ ਚੀਜ਼ਾਂ ਆ, ਇਹਨੂੰ ਪਾਤਸ਼ਾਹ ਨਿਓਲੀ ਕਰਮ ਕਹਿੰਦੇ ਆ। ਕਰੈ ਬਹੁ ਆਸਣ, ਤੇ ਬੜੇ ਤਰ੍ਹਾਂ ਦੇ ਯੋਗ ਦੇ ਆਸਣ ਜਾਣਦਾ ਹੋਵੇ। ਜੈਨ ਮਾਰਗ ਸੰਜਮ ਅਤ ਸਾਧਨ, ਤੇ ਜੈਨੀਆਂ ਦਾ ਰਸਤਾ ਜਿਹੜਾ ਆ, ਆਪਾਂ ਜਾਣਦੇ ਹਾਂ ਜੈਨ ਧਰਮ ਜਿਹੜਾ ਆ, ਉਹਦੇ 'ਚ ਕਿੱਦਾਂ ਦਾ ਸਿਸਟਮ ਆ, ਕਿੰਨਾ ਉਹਨਾਂ ਨੇ ਔਖਾ ਬਣਾਇਆ, ਨਹਾਉਣਾ ਹੀ ਨਹੀਂ ਹੈਗਾ। ਆਪਾਂ ਪੜ੍ਹਦੇ ਮਾਂਝ ਕੀ ਵਾਰ 'ਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਲੋਕ, ਕਿ ਕਿੱਦਾਂ ਉਹ ਕਰਦੇ ਆ। ਕੋਈ ਰੱਬ ਦੀ ਗੱਲ ਨਹੀਂ, ਕੋਈ ਭਗਤੀ ਦੀ ਗੱਲ ਨਹੀਂ, ਉਹਨੂੰ ਸਾਰਾ ਹੀ ਸਿਸਟਮ ਗੁਰੂ ਸਾਹਿਬ ਨੇ ਰੱਦ ਕੀਤਾ ਆ। ਉਹ ਇਸ ਚੀਜ਼ ਤੋਂ ਡਰੀ ਜਾਂਦੇ ਆ ਕਿ ਮੇਰੇ ਤੋਂ ਜੀਵ ਹੱਤਿਆ ਨਾ ਹੋ ਜਾਏ। ਸਾਡੇ ਵੀ ਬੰਦੇ ਜੈਨੀ ਬਣੇ ਆ ਬਾਹਲੇ ਤਾਂ। ਗੁਰੂ ਸਾਹਿਬ ਕਹਿੰਦੇ ਆ, ਮੂਰਖਾ ਤੂੰ ਕੌਣ ਹੁੰਦਾ ਕਿਸੇ ਨੂੰ ਮਾਰਨ ਵਾਲਾ, ਤੇ ਕੌਣ ਹੁੰਦਾ ਕਿਸੇ ਨੂੰ ਜਿੰਦਾ ਰੱਖਣ ਵਾਲਾ। ਜੀਵਾ ਮਾਰ ਜਵਾਲਾ ਸੋਈ, ਅਵਰ ਨਾ ਕੋਈ ਰੱਖਾ।
ਮੂਰਖੋ, ਤੁਹਾਨੂੰ ਤੁਸੀਂ ਕਿੱਦਾਂ ਕਿਸੇ ਨੂੰ ਮਾਰ ਸਕਦੇ ਆ ਤੇ ਕਿੱਦਾਂ ਜਿੰਦਾ ਰੱਖ ਸਕਦੇ ਆ? ਤੁਹਾਡੇ ਚ ਕੀ ਤਾਕਤ ਹੈ? ਤੁਸੀਂ ਨਹਾਉਂਦੇ ਨਹੀਂਗੇ, ਕੋਈ ਮਤਲਬ ਕੋਈ ਤੁਸੀਂ ਕੋਈ ਸਵੱਛ ਨਹੀਂ ਰਹਿੰਦੇ, ਤੁਹਾਨੂੰ ਸਮਝ ਹੀ ਨਹੀਂ ਹੈਗੀ ਕਿ ਇਸ਼ਨਾਨ ਕਰਨਾ ਆ, ਸਰੀਰ ਨੂੰ ਸਵੱਛ ਰੱਖਣਾ ਆ, ਫਿਰ ਨਾਮ ਦੇ ਵਿੱਚ ਇਸ਼ਨਾਨ ਕਰਨਾ ਆ, ਗੁਰੂ ਸਾਹਿਬ ਨੂੰ ਮਿਲਣਾ ਆ, ਤੁਹਾਨੂੰ ਕੋਈ ਪਤਾ ਹੀ ਕੱਖ ਨਹੀਂ ਗਾ। ਗੁਰੂ ਸਮੁੰਦਰ ਨਦੀ ਸਭ ਸਿੱਖੀ, ਨਹਾਤਾ ਜਿਤ ਵਡਿਆਈ। ਨਾਨਕ ਜੇ ਸਿਰ ਖੁੱਥੇ ਨਹਾਵੇ ਨਹੀਂ, ਤਾਂ ਸੱਤ ਚੱਟੇ ਸਿਰ ਛਾਈ। ਨਹਾਉਂਦੇ ਨਹੀਂ, ਹੋਰ ਸਵਾਹ ਪਾਓ ਇਹਨਾਂ ਦੇ ਸਿਰ ਦੇ ਵਿੱਚ। ਪਾਤਸ਼ਾਹ ਕਹਿੰਦੇ ਬਾਣੀ ਚ ਹਰ ਚੀਜ਼ ਨੂੰ ਐਨ ਕਲੀਅਰ ਕੀਤਾ ਆ। ਗੁਰੂ ਸਾਹਿਬ ਨੂੰ ਕਿਤੇ ਡਰ ਨਹੀਂ ਕਿਸੇ ਦਾ। ਸੋ ਪਾਤਸ਼ਾਹ ਕਹਿੰਦੇ ਜੈਨ ਮਾਰਗ ਸੰਜਮ ਅਤ ਸਾਧਨ, ਗਿਆਨੀਆਂ ਵਾਲਾ ਰਸਤਾ ਤੇ ਉਹਨਾਂ ਦਾ ਸੰਜਮ ਕੋਈ ਬਹੁਤ ਅੱਤ ਦਾ ਭਾਵ ਆ, ਬੜੇ ਐਕਸਟ੍ਰੀਮ ਤਰੀਕੇ ਦੇ ਜਿਹੜੇ ਸਾਧਨ ਕਰ ਲਵੇ, ਅੱਤ ਹੀ ਹੋਵੇ ਜਿੱਥੇ ਕਿ ਇਦੋਂ ਵੱਧ ਕਰ ਹੀ ਨਹੀਂ ਸਕਦਾ। ਹੁਣ ਜਿਹੜਾ ਉਹ ਸਿਸਟਮ ਜਿਹੜਾ ਉਹ ਆਪਾਂ ਕਰ ਨਹੀਂ ਸਕਦੇ, ਬਹੁਤ ਔਖਾ ਹੈ ਤੇ ਰੱਬ ਨਹੀਂ ਮਿਲ ਸਕਦਾ। ਪਰ ਨਿਮਖ ਨਿਮਖ ਕਰ ਸਰੀਰ ਘਟਾਵੈ, ਤੋ ਭਈ ਹਉਮੈ ਮੈਲ ਨਾ ਜਾਵੇ। ਨਿਮਖ ਨਿਮਖ ਛੋਟਾ ਛੋਟਾ ਕਰਕੇ ਵੀ ਆਪਣੇ ਸਰੀਰ ਨੂੰ ਕੋਈ ਘਟਾ ਲਵੇ, ਸਰੀਰ ਨੂੰ ਘਟਾ ਲਵੇ, ਤੋ ਭਈ ਹਉਮੈ ਮੈਲ ਨਾ ਜਾਵੇ, ਤਾਂ ਵੀ ਹਉਮੈ ਦੀ ਮੈਲ ਜਿਹੜੀ ਆ ਨਹੀਂ ਜਾ ਸਕਦੀ। ਸਰੀਰ ਨੂੰ ਘਟਾਉਣ ਨਾਲ ਨਹੀਂ ਜਾ ਸਕਦੀ, ਕਿਉਂਕਿ ਮੈਲ ਜਿਹੜੀ ਆ ਮਨ ਨੂੰ ਲੱਗੀ ਆ, ਅੰਦਰੋਂ ਲੱਗੀ ਆ, ਨਾ ਕਿ ਸਰੀਰ ਘਟਾਉਣ ਨਾਲ ਕੀ ਹੋਊਗਾ। ਇਹ ਮੈਲ ਨਹੀਂ ਜਾਂਦੀ ਵਾਹਿਗੁਰੂ ਦੀ ਭਗਤੀ ਤੋਂ ਬਗੈਰ। ਜਿੰਨਾ ਮਰਜ਼ੀ ਕਰਮਕਾਂਡ ਕਰ ਲਵੇ, ਸਰੀਰ ਨੂੰ ਛੋਟਾ ਛੋਟਾ ਘਟਾ ਕੇ ਚਾਹੇ ਹਵਨ ਦੇ ਵਿੱਚ ਸੜਾ ਲਵੇ, ਨਹੀਂ ਜਾ ਸਕਦੀ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਵਾਹਿਗੁਰੂ ਦੇ ਨਾਮ ਦੇ ਬਰਾਬਰ ਕੁਛ ਨਹੀਂ ਹੈਗਾ। ਪਾਤਸ਼ਾਹ ਕਹਿੰਦੇ ਦੇਖੋ ਕਿੰਨਾ ਕੁਛ ਉੱਪਰ ਪਾਤਸ਼ਾਹ ਨੇ ਸਾਰਾ ਲਿਖਿਆ ਆ, ਤੇ ਅਖੀਰ ਤੇ ਆ ਕੇ ਵਾਹਿਗੁਰੂ ਦੇ ਨਾਮ ਦੀ ਗੱਲ ਕਰਕੇ ਉਹ ਸਾਰਾ ਕੁਛ ਰੱਦ ਕੀਤਾ ਹੈ। ਹਰ ਕੇ ਨਾਮ ਸੰਸਰ, ਵਾਹਿਗੁਰੂ ਦੇ ਨਾਮ ਦੇ ਬਰਾਬਰ ਇਹਨਾਂ ਚੋਂ ਕੁਛ ਵੀ ਨਹੀਂ ਹੈਗਾ। ਨਾਨਕ, ਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਗੁਰੂ ਵਾਲੇ ਬਣ ਕੇ ਨਾਮ ਨੂੰ ਜਪ ਕੇ ਕੋਈ ਪ੍ਰਾਣੀ ਗਤੀ ਹਾਸਲ ਕਰ ਸਕਦਾ, ਮੁਕਤੀ ਹਾਸਲ ਕਰ ਸਕਦਾ, ਏਦਾਂ ਦੀ ਅਵਸਥਾ ਹਾਸਲ ਕਰ ਸਕਦਾ ਆ ਜਿੱਥੇ ਵਾਹਿਗੁਰੂ ਆਪ ਆਪਣੇ ਨਾਲ ਭੇਦ ਕਰ ਲਵੇ, ਸੱਚਖੰਡ ਲੈ ਜਾਵੇ, ਸੁਰਤੀ ਲਵਾ ਦੇਵੇ। ਇਹ ਸਿਰਫ ਨਾਮ ਜਪਤ, ਨਾਮ ਨੂੰ ਜਪ ਕੇ। ਨਾਮ ਕਿੱਦਾਂ ਜਪਣਾ ਆ? ਵਾਹਿਗੁਰੂ ਵਾਹਿਗੁਰੂ, ਇਹ ਜ਼ਰੂਰ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਨਹੀਂ ਤਾਂ ਬਾਹਰ ਆਪਣੇ ਏਦਾਂ ਦੀ ਵਿਦਵਤਾ ਵੀ ਚੱਲ ਰਹੀ ਆ, ਕੋਈ ਕਹਿੰਦੇ ਹੁਕਮ ਚ ਰਹਿਣਾ, ਨਾਮ ਜਪਣਾ, ਕੋਈ ਕਹਿੰਦੇ ਏਦਾਂ ਕਰਨਾ, ਕੋਈ ਏਦਾਂ ਕਰਨਾ। ਸਿੱਧੀ ਗੱਲ ਹੈ ਕਿ ਨਾਮ ਜਪਣ ਦਾ ਭਾਵ ਆ ਵਾਹਿਗੁਰੂ ਵਾਹਿਗੁਰੂ ਕਰਨਾ। ਗੁਰੂ ਵਾਲੇ ਬਣ ਕੇ ਦੇਖੋ, ਜਿੱਥੇ ਵੀ ਨਾਮ ਜਪਣ ਦੀ ਗੱਲ ਆਊਗੀ ਨਾ, ਬਹੁਤੀ ਵਾਰੀ ਨਾਲ ਗੁਰਮੁਖ ਜ਼ਰੂਰ ਆਊਗਾ, ਜਾਂ ਏਦਾਂ ਦਾ ਕੋਈ ਹੋਰ ਸ਼ਬਦ ਹੋਊਗਾ। ਉਹਦਾ ਭਾਵ ਹੁੰਦਾ ਕਿ ਗੁਰੂ ਵਾਲੇ ਬਣ ਕੇ ਜਪਣਾ ਆ। ਇਹ ਨਹੀਂ ਕਿ ਹੁਣ ਆਪਾਂ ਨੂੰ ਮਤਲਬ ਆਪਾਂ ਨਾਮ ਜਪੀ ਜਾਂਦੇ ਆ ਪਰ ਅੰਮ੍ਰਿਤ ਛਕਣ ਨੂੰ ਤਿਆਰ ਹੀ ਨਹੀਂ ਹੈਗੇ, ਬਹੁਤਾ ਲਾਭ ਨਹੀਂ ਹੋਣਾ। ਹਾਂ, ਇੰਨਾ ਕੁ ਲਾਭ ਹੋ ਸਕਦਾ ਹੈ ਜੇ ਆਪਾਂ ਅੰਮ੍ਰਿਤ ਛਕਣ ਤੋਂ ਬਗੈਰ ਨਾਮ ਜਪ ਰਹੇ ਹਾਂ। ਉਹਦੇ ਦੋ ਲਾਭ ਹੋ ਸਕਦੇ ਆ। ਨੰਬਰ ਇੱਕ ਤੇ ਤਾਂ ਦੁਨਿਆਵੀ ਕੋਈ ਚੀਜ਼ ਚਾਹੀਦੀ ਆ, ਗੁਰੂ ਸਾਹਿਬ ਦੇ ਦੇਣਗੇ ਵੀ ਚੱਲ ਨਾਮ ਜਪਦਾ, ਇਹਨੂੰ ਦੇ ਦਿਓ ਜੋ ਮੰਗਦਾ। ਤੇ ਦੂਜੇ ਨੰਬਰ ਦੇ ਉੱਤੇ ਇਹਨੂੰ ਨਾਮ ਦੀ ਦਾਤ ਮਿਲ ਜੂਗੀ, ਪੱਕੇ ਤੌਰ ਤੇ ਉਹਨੂੰ ਅੰਮ੍ਰਿਤ ਦੀ ਦਾਤ ਮਿਲ ਜੂਗੀ। ਪਰ ਇਦੋਂ ਵੱਧ ਨਹੀਂ ਕੁਛ ਮਿਲਣਾ। ਮਤਲਬ ਉਦਾਂ ਨਾਮ ਦੀ ਦਾਤ ਮਿਲਣੀ ਬਹੁਤ ਵੱਡੀ ਚੀਜ਼ ਆ, ਪਰ ਜਪਣਾ ਗੁਰੂ ਵਾਲਾ ਬਣ ਕੇ ਆ। ਭਾਵ ਕਿ ਬਹੁਤਾ ਲੰਬਾ ਟਾਈਮ ਨਹੀਂ ਪਾਉਣਾ ਗੈਪ। ਮੰਨ ਲਓ ਆਪਾਂ ਨਾਮ ਜਪ ਰਹੇ ਹਾਂ, ਸਾਡੇ ਦੁਨਿਆਵੀ ਕੰਮ ਵੀ ਹੋ ਰਹੇ ਆ, ਪਰ ਅਸੀਂ ਅੰਮ੍ਰਿਤ ਨਹੀਂ ਛਕਿਆ। ਉਹਦੇ ਦੌਰਾਨ ਹੀ ਜੇ ਬੁਲਾਵਾ ਆ ਗਿਆ ਸਰੀਰ ਦਾ, ਆਖਰੀ ਸਮਾਂ ਆ ਗਿਆ, ਤਾਂ ਫਿਰ ਨਾਮ ਜਪੇ ਦਾ ਕੀ ਫਾਇਦਾ ਹੋਇਆ? ਦੁਬਾਰਾ ਗੇੜਾ ਲੱਗੂਗਾ ਜਾਂ ਹੋਰ ਹੀ ਚੱਕਰ ਚ ਪੈ ਜਾਵਾਂਗੇ। ਸੋ ਅੰਮ੍ਰਿਤ ਛਕਣ ਤੋਂ ਢਿੱਲ ਨਹੀਂ ਕਦੇ ਵੀ ਪਾਣੀ, ਕਿਉਂਕਿ ਸਰੀਰ ਦਾ ਕੋਈ ਪਤਾ ਨਹੀਂ ਹੈਗਾ। ਮੰਨ ਲਓ ਕੱਲ ਨੂੰ ਅੰਮ੍ਰਿਤ ਸੰਚਾਰ ਰਿਹਾ, ਅੱਜ ਹੀ ਸਰੀਰ ਨਾ ਰਿਹਾ, ਤਾਂ ਬੰਦਾ ਗਿਆ ਨਾ ਮਨਮੁਖੀ। ਤੇ ਜਿਹੜਾ ਮਨਮੁਖ ਆ ਉਹਨੂੰ ਕੌਣ ਲੈ ਕੇ ਜਾਂਦੇ? ਆਪਾਂ ਜਾਣਦੇ ਹੀ ਆ, ਗੁਰੂ ਸਾਹਿਬ ਥੋੜਾ ਲੈ ਕੇ ਜਾਂਦੇ, ਜਮਦੂਤ ਲੈ ਕੇ ਜਾਂਦੇ। ਸੋ ਗੁਰਮੁਖ ਦਾ ਭਾਵ ਆ ਨਾਮ ਜਪਣਾ ਹੈ, ਗੁਰੂ ਵਾਲੇ ਬਣ ਕੇ। ਹਮੇਸ਼ਾ ਹੀ ਧਿਆਨ ਰੱਖਣਾ ਆ ਕਿ ਨਾਮ ਜਪਣ ਵਾਸਤੇ ਪਹਿਲਾਂ ਗੁਰੂ ਵਾਲੇ ਬਣਨਾ, ਨਾਮ ਦੀ ਦਾਤ ਲੈਣੀ ਬਹੁਤ ਜ਼ਰੂਰੀ ਆ। ਸੋ ਬਾਕੀ ਸਾਰਾ ਕਰਮਕਾਂਡ ਗੁਰੂ ਪਾਤਸ਼ਾਹ ਜੀ ਨੇ ਰੱਦ ਕਰ ਦਿੱਤਾ। ਜਿਹੜਾ ਗੁਰੂ ਵਾਲਾ ਬਣ ਕੇ ਨਾਮ ਜਪਦਾ ਆ, ਨਾਮ ਦੇ ਬਰਾਬਰ ਕੁਛ ਨਹੀਂ ਹੈਗਾ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗਵਾਨ ਨਾ ਮਨ ਤੇ ਹੁਟੈ। ਮਨ ਦੇ ਵਿੱਚ ਕੋਈ ਇਹ ਪ੍ਰਾਣੀ, ਕੋਈ ਬੰਦਾ ਇਹ ਕਾਮਨਾ ਰੱਖੇ ਕਿ ਮੇਰੀ ਦੇਹ ਜਿਹੜੀ ਆ ਇਹ ਤੀਰਥਾਂ ਤੇ ਜਾ ਕੇ ਛੁੱਟ ਜਾਵੇ। ਭਾਵ ਕਿਉਂਕਿ ਕਰਦੇ ਸੀ ਜਦੋਂ ਆਖਰੀ ਸਮਾਂ ਆਇਆ ਨਾ, ਹੁਣ ਲੱਗਦਾ ਕਿ ਹੁਣ ਮੇਰੀ ਸਾਲ 2 ਸਾਲ 6 ਮਹੀਨਿਆਂ ਚ ਜਾਂ ਥੋੜੇ ਮਹੀਨਿਆਂ ਚ ਮੈਂ ਮਰ ਜਾਣਾ ਆ,
ਤਾਂ ਉਹ ਘਰਦਿਆਂ ਨੂੰ ਕਹਿੰਦਾ ਸੀ ਮੈਨੂੰ ਉੱਥੇ ਤੀਰਥ ਤੇ ਕਿਤੇ ਕਾਸ਼ੀ ਬਨਾਰਸ ਜਾਂ ਕਿਤੇ ਹੋਰ ਪੁਰੀ ਜਾਂ ਏਦਾਂ ਮੈਨੂੰ ਉੱਥੇ ਛੱਡ ਆਓ। ਉਹ ਉੱਥੇ ਹੀ ਰਹਿੰਦੇ ਕਿ ਇੱਥੇ ਰਹਿਣ ਨਾਲ ਮੈਂ ਉੱਥੇ ਸਵਰਗਾਂ 'ਚ ਚਲ ਜਾਊਂਗਾ, ਗੋ ਲੋਕ ਜਾਂ ਜਿੱਥੇ ਜਿੱਥੇ ਵੀ ਉਹ ਚਾਹੁੰਦੇ ਆ ਉਹ ਨਾਲ ਮੈਨੂੰ ਮਤਲਬ ਏਦਾਂ ਹੋ ਜਾਊਗਾ। ਤੇ ਦੇਖ ਲਓ ਭਗਤ ਕਬੀਰ ਜੀ ਜਿਹੜੇ ਸਾਰੀ ਉਮਰ ਕਹਿੰਦੇ ਕਾਸ਼ੀ ਬਨਾਰਸ ਰਹੇ ਆ, ਆਖਰੀ ਉਮਰ ਦੇ ਉੱਤੇ ਮਗਹਰ ਦੀ ਧਰਤੀ ਤੇ ਚਲ ਗਏ। ਕਹਿੰਦੇ ਕਿ ਲਿਆਓ ਮੈਨੂੰ ਤੁਸੀਂ ਨਰਕਾਂ 'ਚ ਪਾ ਕੇ ਦਿਖਾਓ। ਸੋ ਕਿਸੇ ਧਰਤੀ ਦੇ ਉੱਤੇ ਸਰੀਰ ਛੱਡਣ ਨਾਲ, ਕਿਸੇ ਖਾਸ ਧਰਤੀ ਦੇ ਉੱਤੇ ਏਦਾਂ ਥੋੜਾ ਬੰਦਾ ਰੱਬ ਨੂੰ ਜਿਹੜਾ ਚਲ ਜਾਊਗਾ, ਸੱਚਖੰਡ ਚਲ ਜਾਊਗਾ। ਜਾਂ ਉਹ ਤਾਂ ਜ਼ਿੰਦਗੀ ਦੇ ਵਿੱਚ ਉਹਨੇ ਕੀ ਕੀਤਾ ਆ, ਭਗਤੀ ਕੀਤੀ ਆ, ਨਾਮ ਦੀ ਦਾਤ ਲਈ ਹੀ ਨਹੀਂ ਲਈ, ਕਰਾਇਤ ਤਾਂ ਨਹੀਂ ਕਰਦਾ ਸੀ, ਭਗਤ ਹੀ ਪੂਰਾ ਤਾਂ ਪ੍ਰਾਪਤੀ ਹੋਣੀ ਆ। ਤਾਂ ਕਿਤੇ ਵੀ ਸਰੀਰ ਛੁੱਟ ਜਾਵੇ, ਪਰ ਉਹ ਕਹਿੰਦੇ ਸੀ ਕਿ ਤੀਰਥਾਂ ਦੇ ਉੱਤੇ ਦੇਹ ਛੁੱਟੂਗੀ ਤਾਂ ਅਸੀਂ ਉੱਥੇ ਚਲ ਜਾਂਗੇ ਜਿੱਥੇ ਜਾਣਾ ਚਾਹੁੰਦੇ ਹਾਂ, ਸਵਰਗਾਂ ਦੇ ਵਿੱਚ। ਗਰਭ ਗਮਾਨ ਨਾ ਮਨ ਤੇ ਹੁਟੈ। ਏਦਾਂ ਕਰਨ ਦੇ ਨਾਲ ਗੁਰੂ ਪਾਤਸ਼ਾਹ ਕਹਿੰਦੇ ਕਿ ਮਨ ਤੋਂ ਗਰਭ ਤੇ ਗਮਾਨ, ਹਉਮੈ ਹੰਕਾਰ ਨਹੀਂ ਕੱਢਦਾ ਕਦੇ ਵੀ। ਉੱਥੇ ਜਾ ਕੇ ਵੀ ਜਿਹੜਾ ਹਉਮੈ ਹੰਕਾਰ ਆ, ਸਾਰਾ ਕੁਛ ਆ, ਮਨ ਦੇ ਜਿਹੜੇ ਸੰਸਕਾਰ ਆ ਨਾਲ ਹੀ ਜਾਂਦੇ ਆ। ਉੱਥੇ ਰਹਿ ਕੇ ਕੀ ਹੋਇਆ, ਸਰੀਰ ਉੱਥੇ ਜੇ ਮੰਨ ਲਓ ਛੁੱਟ ਗਿਆ, ਉਹਦੇ ਨਾਲ ਕੀ ਹੋਇਆ। ਸੋਚ ਕਰੈ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋਚ ਦਾ ਭਾਵ ਆ ਸੁਚਮ, ਸੋਚ, ਜਿਵੇਂ ਨਹਾਈ ਜਾਣਾ, ਦਿਨ ਅਰ ਰਾਤ। ਕੋਈ ਦਿਨ ਰਾਤ ਨਹਾਈ ਹੀ ਜਾਂਦਾ ਹੋਵੇ, ਕੋਈ ਦਿਨ ਰਾਤ ਨਹਾਈ ਹੀ ਜਾਂਦਾ ਹੋਵੇ, ਮਤਲਬ ਇੰਨਾ ਜ਼ਿਆਦਾ ਆਪਣੇ ਵੀ ਸਿਸਟਮ ਬਣਿਆ। 1:30 ਵਜੇ ਉੱਠ ਕੇ ਨਹਾਉਣਗੇ ਬੰਦੇ, ਉਹ ਵੀ ਸਿਰ ਰੋਜ਼ਾਨਾ ਸਿਰ ਧੋਣਾ। ਹੁਣ ਆਪਾਂ ਜਾਣਦੇ ਹਾਂ ਜਿੰਨੇ ਵੀ ਗੁਰਸਿੱਖ ਆਪਾਂ ਕੇਸਾਂ ਧਾਰੀਆਂ ਸਾਰੇ ਦੇ ਸਾਰੇ ਹੀ ਆਪਾਂ ਸਾਰੇ ਸਰੀਰ ਦੀ ਸਫਾਈ ਰੱਖਦੇ ਹਾਂ। ਚੌਥੇ ਪੰਜਵੇਂ ਦਿਨ ਜਾ ਕੇ ਹਫ਼ਤੇ 'ਚ ਸਿਰ ਧੋਈ ਦਾ, ਉਹਨੂੰ ਧੋਣਾ ਆ, ਉਹਨੂੰ ਧੁੱਪ ਲਵਾਉਣੀ ਆ, ਸੁਕਾਉਣਾ ਆ, ਫਿਰ ਜਾ ਕੇ ਤੇਲ ਲਾ ਕੇ ਉਹਨੂੰ ਬੰਨਣਾ ਆ। ਹੁਣ ਜਿਹੜਾ ਬੰਦਾ ਰੋਜ਼ ਹੀ ਧੋ ਰਿਹਾ, ਉਹ ਤੇ ਗਿੱਲਾ ਸਿਰ ਕਿੱਦਾਂ ਕੰਮਾਂ ਧੰਦਿਆਂ ਤੇ ਵੀ ਜਾਣਾ ਹੁੰਦਾ, ਉਹਨੂੰ ਕਿਹੜੇ ਵੇਲੇ ਸੁਕਾਉਣਾ ਤੇ ਕਿਹੜੇ ਵੇਲੇ ਬੰਨਣਾ, ਤੇ ਉਹਦੇ ਨਾਲ ਕੋਈ ਸਰੀਰ ਦੀ ਸਫਾਈ ਹੋਊਗੀ। ਕੋਈ ਦਿਨ ਰਾਤ ਹੀ ਗੁਰੂ ਪਾਤਸ਼ਾਹ ਕਹਿੰਦੇ ਕਿ ਨਹਾਈ ਜਾਵੇ। ਗੁਰਸਿੱਖੀ ਦੇ ਵਿੱਚ ਵੀ ਏਦਾਂ ਦਾ ਸਿਸਟਮ ਬਹੁਤ ਬਣਿਆ। ਚਲ ਸਰੀਰਕ ਇਸ਼ਨਾਨ ਤਾਂ ਆਪਾਂ ਕਰਦੇ ਹਾਂ, ਉਹ ਸਿਰ ਵੀ ਰੋਜ਼ਾਨਾ ਹੀ ਧੋਤਾ ਜਾਂਦਾ। ਕੋਈ ਦਿਨ ਰਾਤ ਨਹਾ ਰਿਹਾ ਹੋਵੇ, ਪਾਤਸ਼ਾਹ ਕਹਿੰਦੇ ਮਨ ਕੀ ਮੈਲ ਨਾ ਤਨ ਤੇ ਜਾਤ। ਸੋਚ ਦਾ ਭਾਵ ਇੱਥੇ ਨਹਾਉਣਾ ਹੁੰਦਾ ਆ। ਸੋ ਆਪਾਂ ਕਈ ਵਾਰੀ ਜੇ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਜਪ ਬਾਣੀ ਚਾਹੁੰਦਾ, ਉਹਦਾ ਭਾਵ ਵੀ ਇਹੀ ਹੈ ਕਿ ਸੋਚਮ ਕਰਨ ਦੇ ਨਾਲ ਚਾਹੇ ਕੋਈ ਲੱਖਾਂ ਵਾਰੀ ਨਹਾਈ ਜਾਵੇ, ਸਰੀਰ ਸੁੱਚਾ ਨਹੀਂ ਹੁੰਦਾ। ਦੇਖੋ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਨਹਾਉਂਦੇ ਹਾਂ, ਥੋੜੇ ਚਿਰ ਬਾਅਦ ਹੀ ਪਸੀਨਾ ਆ ਜਾਂਦਾ। ਮੰਨ ਲਓ ਪਸੀਨਾ ਨਹੀਂ ਵੀ ਆਇਆ, ਮੰਨ ਲਓ ਆਪਾਂ ਜਿਹੜੀ ਫਿੰਗਰਪ੍ਰਿੰਟ ਆਪਾਂ ਜਾਣਦੇ ਹਾਂ ਨਾ, ਕਿ ਜੇ ਆਪਾਂ ਨਹਾਤੇ ਆ ਨਾ, ਨਹਾ ਤੋਂ ਕਹਿ ਲਓ 1 ਮਿੰਟ ਬਾਅਦ ਵੀ ਤੁਸੀਂ ਕਿਸੇ ਇਹੋ ਜਿਹੀ ਜਗ੍ਹਾ ਤੇ ਸਰਫਸ ਦੇ ਉੱਤੇ ਆਪਣੇ ਬਿਲਕੁਲ ਸੁੱਕੇ ਹੱਥ ਹੈ, ਬਿਲਕੁਲ ਲੱਗਦੇ ਕਿ ਹੱਥ ਮੇਰੇ ਬਿਲਕੁਲ ਸੁੱਕੇ ਆ, ਉੱਥੇ ਲਾ ਦਿਓ ਤੇ ਫਿੰਗਰਪ੍ਰਿੰਟ ਛਪ ਜਾਣਗੇ ਉੱਥੇ। ਉੱਥੋਂ ਭਾਵ ਆ ਕਿ ਜਿਹੜਾ ਉਹ ਬਿਲਕੁਲ ਸੂਖਮ ਪਸੀਨਾ ਨਾ, ਉਦੋਂ ਹੀ ਆ ਜਾਂਦਾ ਸਾਨੂੰ। ਫਿਰ ਅਸੀਂ ਕਿੱਦਾਂ ਪਵਿੱਤਰ ਹੋ ਜਾਵਾਂਗੇ। ਇੱਕ ਤਾਂ ਵੈਸੇ ਹੀ ਪਸੀਨਾ ਆਪਾਂ ਨੂੰ ਆਉਂਦਾ ਨਾ, ਜਿਹੜਾ ਆਪਾਂ ਨੂੰ ਦਿਸਦਾ ਕਿ ਆ ਬੰਦੇ ਨੂੰ ਪਸੀਨਾ ਆਇਆ ਜਾਂ ਮੈਨੂੰ ਪਸੀਨਾ ਆਇਆ, ਸਾਰਿਆਂ ਨੂੰ ਦਿਸਦਾ ਕਿ ਇਹਨੂੰ ਪਸੀਨਾ ਆਇਆ। ਇੱਕ ਸਾਡੇ ਸਰੀਰ ਦਾ ਪਸੀਨਾ ਆ, ਉਹ ਉਸੇ ਵੇਲੇ ਆ ਜਾਂਦਾ ਆ ਜਿੰਨਾ ਫਿੰਗਰਪ੍ਰਿੰਟ ਛਪਦੇ ਆ। ਉਹ ਵੀ ਪਸੀਨਾ ਹੀ ਹੁੰਦਾ, ਜਿਹੜੇ ਫਿੰਗਰਪ੍ਰਿੰਟ ਨਹੀਂ, ਜਿਹੜੇ ਦਿਸਦੇ ਨਹੀਂ ਹੈਗੇ ਫਿੰਗਰਪ੍ਰਿੰਟ, ਉਹ ਪਸੀਨਾ ਹੀ ਆ। ਤਾਂ ਕੀ ਆ, ਕਿਉਂਕਿ ਸਰੀਰ ਸਾਫ਼ ਹੋ ਹੀ ਨਹੀਂ ਸਕਦਾ। ਸੋਚ ਕਰੇ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸਰੀਰ ਨੂੰ ਧੋਣ ਨਾਲ ਮਨ ਦੀ ਮੈਲ ਨਹੀਂ ਜਾਣੀ ਕਦੇ ਵੀ। ਮਨ ਸਿਰਫ ਗੁਰੂ ਪਾਤਸ਼ਾਹ ਦੇ ਸ਼ਬਦ ਨਾਲ, ਮਨ ਧੋਵੋ ਸ਼ਬਦ ਲਾਗੋ, ਹਾਸਿਓ ਰਹੋ ਚਿਤ ਲਾਏ। ਵਾਹਿਗੁਰੂ ਦੇ ਨਾਲ ਸੁਰਤੀ ਜੋੜਨੀ, ਸ਼ਬਦ ਨਾਲ ਮਨ ਧੋਪਣਾ ਆ, ਨਾ ਕਿ ਸਰੀਰ ਨੂੰ ਧੋਣ ਨਾਲ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ। ਇਸ ਦੇਹੀ ਨੂੰ ਬੜੇ ਸਾਧਨਾਂ ਨਾਲ, ਬੜੇ ਤਰੀਕਿਆਂ ਦੇ ਨਾਲ ਸ਼ੁੱਧ ਕਰਨ ਦੀ ਕੋਸ਼ਿਸ਼ ਕਰੇ ਕਿ ਮੇਰਾ ਸਰੀਰ ਸ਼ੁੱਧ ਹੋ ਜਾਊਗਾ। ਕੋਈ ਪੁੱਠੇ ਸਿੱਧੇ ਆਸਣ ਕਰਨੇ, ਕੋਈ ਹੋਰ ਕੁਛ ਕਰਨਾ, ਕਿ ਮੇਰਾ ਇਹ ਸਰੀਰ ਜਿਹੜਾ ਆ ਇਹ ਮਤਲਬ ਇਹ ਸ਼ੁੱਧ ਹੋ ਜਾਊਗਾ। ਕੋਈ ਸਰੀਰ ਨੇ ਕਿੱਥੇ ਸ਼ੁੱਧ ਹੋਣਾ ਆ, ਤਾਂ ਕੱਚੀ ਮਿੱਟੀ ਆ, ਇਹ ਤਾਂ ਰਕਤ ਬੂੰਦ ਕਾ ਕਾਰਾ ਆ, ਗੁਰੂ ਪਾਤਸ਼ਾਹ ਕਹਿੰਦੇ ਆ। ਤੇ ਇਹ ਕਿੱਦਾਂ ਸ਼ੁੱਧ ਹੋ ਜਾਊਗਾ। ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ। ਪਰ ਮਨ ਤੋਂ ਜਿਹੜੀ ਮਾਇਆ ਦੀ ਜ਼ਹਿਰ ਆ, ਜਿਹੜੀ ਵਿਕਾਰਾਂ ਦੀ ਜ਼ਹਿਰ ਆ, ਉਹ ਕਦੇ ਨਹੀਂ ਜਾਂਦੀ। ਸਰੀਰ ਨੂੰ ਜਿੰਨਾ ਮਰਜ਼ੀ ਸ਼ੁੱਧ ਕਰਨ ਦੀ ਕੋਸ਼ਿਸ਼ ਕਰੇ, ਜਿੰਨੇ ਮਰਜ਼ੀ ਸਾਧਨ ਕਰੇ, ਮਨ ਸਿਰਫ ਵਾਹਿਗੁਰੂ ਦਾ ਨਾਮ ਹੀ ਸਾਫ਼ ਕਰ ਸਕਦਾ ਹੈ। ਮਨ ਨੂੰ ਵਾਹਿਗੁਰੂ ਦਾ ਨਾਮ, ਭਗਤੀ ਹੀ ਸਾਫ਼ ਕਰ ਸਕਦੀ। ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਜਲ ਦੇ ਲੱਲੇ ਨੂੰ ਸਹਾਰੀਆ, ਜਲ ਦੇ ਨਾਲ, ਜਲ ਦੇ ਦੁਆਰਾ ਧੋਵੈ ਧੋਂਦਾ ਹੈ, ਬਹੁਤ ਦੇਹ ਅਨੀਤ, ਰੋਜ਼ਾਨਾ ਹੀ
ਕੋਈ ਰੋਜ਼ ਆਪਣੇ ਸਰੀਰ ਨੂੰ ਪਾਣੀ ਨਾਲ ਧੋਵੇ ਕਿ ਮੈਂ ਬਹੁਤ ਨਹਾ ਕੇ ਆਪਣੇ ਸਰੀਰ ਨੂੰ ਸੁੱਚਾ ਕਰ ਰਿਹਾ, ਸਾਫ਼ ਕਰ ਰਿਹਾ, ਕਿ ਮੇਰਾ ਸਰੀਰ ਇਹਦੇ ਨਾਲ ਸਾਫ਼ ਹੋ ਜਾਊਗਾ, ਮੈਂ ਬੜਾ ਸ਼ੁੱਧ ਹੋ ਜਾਊਗਾ। ਸ਼ੁੱਧ ਕਹਾਂ ਹੋਏ ਕਾਚੀ ਭੀਤ। ਗੁਰੂ ਪਾਤਸ਼ਾਹ ਕਹਿੰਦੇ ਕਿ ਏਦਾਂ ਕੱਚੀ ਕੰਧ ਕਿੱਦਾਂ ਸ਼ੁੱਧ ਹੋ ਜਾਊਗੀ, ਭੀਤ ਹੁੰਦੀ ਹੈ ਕੰਧ। ਸੋ ਇਹ ਕੱਚੀ ਕੰਧ ਜਿਹੜੀ ਆ, ਇਹ ਕਿੱਦਾਂ ਕੱਚਾ ਭਾਂਡਾ ਆ, ਇਹ ਕੱਚੀ ਕੰਧ ਆ। ਹੁਣ ਕੰਧ ਕੱਚੀ ਆਪਾਂ ਦੇਖਦੇ ਹਾਂ ਕਿ ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ ਸੀ, ਜੇ ਆਪਾਂ ਉਹਨੂੰ ਪਾਣੀ ਪਾਈ ਜਾਈਏ, ਧੋਈ ਜਾਈਏ, ਧੋਈ ਜਾਈਏ, ਧੋਈ ਜਾਈਏ, ਉਹ ਤਾਂ ਕਲਰ ਤੇ ਮਿੱਟੀ ਤਾਂ ਉਹਦੇ ਲੱਥੀ ਜਾਣੀ, ਬਾਰ-ਬਾਰ ਲੱਥੀ ਜਾਣੀ। ਉਹ ਕੱਚੀ ਕੰਧ ਆ ਸਾਡਾ ਸਰੀਰ, ਇਹਨੇ ਧੋਣ ਨਾਲ ਕਿੱਦਾਂ ਸ਼ੁੱਧ ਹੋ ਜਾਣਾ। ਸੋ ਦੇਖੋ ਗੁਰੂ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਨਹਾਉਣ ਦੀ ਵੀ ਗੱਲ, ਇਸ਼ਨਾਨ ਦੀ ਵੀ ਕੀਤੀ ਆ ਕਿ ਇਸ਼ਨਾਨ ਕਰਨੇ ਆ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਸ਼ਨਾਨ ਕਰਨਾ ਹੈ ਤੇ ਉਦੋਂ ਬਾਅਦ ਸਰੀਰ ਨੂੰ ਸਾਫ਼ ਕਰਕੇ ਤਾਂ ਅੰਮ੍ਰਿਤ ਦੇ ਸਰੋਵਰ ਚ ਨਹਾਉਣਾ ਜ਼ਰੂਰੀ ਆ। ਹੁਣ ਮੰਨ ਲਓ ਸਵੇਰ ਨੂੰ ਜੇ ਆਪਾਂ ਠੀਕ ਨਹੀਂ ਆ, ਜਾਂ ਉੱਠਿਆ ਨਹੀਂ ਗਿਆ, ਜਾਂ ਮੰਨ ਲਓ ਲੇਟ ਆ, ਬੰਦਾ ਕਹਿੰਦਾ ਵੀ ਮੈਂ ਹੁਣ ਬਹਿ ਲਵਾਂ, ਬਾਅਦ ਚ ਨਹਾ ਲਊਂਗਾ, ਫਿਰ ਕੀ ਹੋਇਆ? ਨਹਾਉਣਾ ਸਰੀਰ ਦੀ ਸਫਾਈ ਵਾਸਤੇ ਆ, ਸਰੀਰ ਨੂੰ ਸਵੱਛ ਰੱਖਣ ਵਾਸਤੇ ਤੇ ਚੇਤਨ ਹੋਣ ਵਾਸਤੇ ਆ, ਨਾ ਕਿ ਨਹਾਉਣ ਨਾਲ ਰੱਬ ਦੀ ਪ੍ਰਾਪਤੀ ਹੋ ਜਾਣੀ। ਸ਼ੁੱਧ ਕਹਾਂ ਹੋਏ ਕਾਚੀ ਭੀਤ। ਕਿੱਦਾਂ ਕਹਿੰਦਾ ਸ਼ੁੱਧ ਹੋ ਜਾਵੇ ਕੱਚੀ ਕੰਧ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਮਨ ਦਾ ਨੰਨਾ ਇੱਥੇ ਮੁਕਤਾ ਆ, ਹੇ ਮਨਾ, ਮੇਰੇ ਮਨਾ, ਵਾਹਿਗੁਰੂ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਆ। ਇਹ ਚੀਜ਼ਾਂ ਦੇ ਨਾਲ ਉਹਦਾ ਕੋਈ ਤੁਲਨਾ ਨਹੀਂ ਹੈਗੀ। ਨਹਾਉਣ ਧੋਣ ਦੇ ਨਾਲ, ਇਹੋ ਜਿਹੇ ਕਰਮ ਕਾਂਡ ਦੇ ਨਾਲ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੇ ਬਰਾਬਰ ਨਹੀਂ ਹੈਗੀਆਂ ਇਹ ਚੀਜ਼ਾਂ। ਨਾਨਕ, ਹੇ ਨਾਨਕ, ਨਾਮ ਉਧਰੇ, ਨਾਮ ਦੇ ਮੰਮੇ ਨੂੰ ਸਹਾਰੀ, ਨਾਮ ਦੇ ਦੁਆਰਾ ਉਧਰੇ, ਉਧਰ ਗਏ, ਤਰ ਗਏ, ਪਤਤ ਬਹੁ ਮੂਚ। ਮੂਚ ਦਾ ਭਾਵ ਹੁੰਦਾ ਬਹੁਤ ਜ਼ਿਆਦਾ, ਜਿਹੜੇ ਬਹੁਤ ਜ਼ਿਆਦਾ, ਬਹੁਤ ਮੂਚ, ਵੱਡੇ ਵੱਡੇ ਮੰਦ ਕਰਮੀ ਜਿਹੜੇ ਜੀਵ ਆ, ਪਤਤ ਹੈਗੇ। ਪਤਤ ਦਾ ਭਾਵ ਆ ਜਿਹੜਾ ਅੰਦਰੋਂ ਗੰਦਾ ਆ, ਕੋਈ ਰੱਬ ਦੀ ਗੱਲ ਨਹੀਂ ਪਤਾ, ਹਰ ਤਰ੍ਹਾਂ ਦੀਆਂ ਕਰੈਤਾਂ ਕੀਤੀਆਂ, ਉਹਨੂੰ ਪਤਤ ਕਹਿੰਦੇ। ਨਾਮ ਦੇ ਦੁਆਰਾ ਤਰ ਸਕਦੇ ਆ, ਨਹਾਉਣ ਧੋਣ ਦੇ ਦੁਆਰਾ ਨਹੀਂ ਤਰ ਸਕਦੇ। ਨਹਾਉਣਾ ਸਰੀਰ ਨੂੰ ਸ਼ੁੱਧ ਕਰਨ ਲਈ, ਸਾਫ਼ ਕਰਨ ਲਈ ਆ, ਥੋੜੇ ਟਾਈਮ ਲਈ, ਟੈਂਪਰੇਰੀ। ਆਪਾਂ ਦੇਖਦੇ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਆਪਾਂ ਨਹਾਉਂਦੇ ਆ, ਘੰਟੇ 2 ਘੰਟੇ ਬਾਅਦ ਫਿਰ ਸਰੀਰ ਉਵੇਂ ਹੋ ਜਾਂਦਾ, ਪਸੀਨਾ ਆ ਜਾਂਦਾ ਥੋੜੇ ਚਿਰ ਬਾਅਦ ਹੀ, ਫਿਰ ਕੀ ਫਾਇਦਾ ਹੋਇਆ? ਨਹਾਉਣਾ ਤਾਂ ਜ਼ਰੂਰੀ ਹੈ, ਪਰ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਉਹਦੇ ਨਾਲ। ਨਹਾਉਣ ਨੂੰ ਕਿੰਨੀ ਵਾਰੀ ਨਹਾਈ ਜਾਈਏ ਆਪਾਂ, ਸਰੀਰ ਨੂੰ ਸਾਫ਼ ਕਰਨ ਲਈ ਨਹਾਉਣਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨਾਮ ਦੇ ਦੁਆਰਾ ਬੜੇ ਪਤਤ ਬੰਦੇ ਜਿਹੜੇ ਆ ਉਹ ਤਰ ਜਾਂਦੇ ਆ। ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਬੰਦਾ ਬੜਾ ਸਿਆਣਾ ਹੋਵੇ ਕਿ ਮੈਂ ਸਿਆਣਾ ਬਹੁਤ ਹਾਂ, ਸਾਰੇ ਕਹਿਣਗੇ ਬੰਦਾ ਤੇ ਬਹੁਤ ਸਿਆਣਾ ਆ, ਬੰਦਿਆਂ ਚ ਬਹਿੰਦਾ ਆ, ਪਰ ਉਹਨੇ ਅੰਮ੍ਰਿਤ ਦੀ ਦਾਤ ਹੀ ਨਾ ਲਈ ਹੋਵੇ, ਸਿਆਣਾ ਕਾਹਦਾ ਆ? ਉਹਨੂੰ ਜਮਦੂਤਾਂ ਦਾ ਡਰ ਰਹਿਣਾ ਹੀ ਰਹਿਣਾ ਆ, ਕਿਉਂਕਿ ਗੁਰੂ ਸਾਹਿਬ ਦਾ ਪੁੱਤਰ ਨਹੀਂ ਬਣਿਆ। ਤੇ ਸਿਆਣਾ ਕਾਹਦਾ ਆ? ਇੰਨੀ ਉਮਰ ਹੋ ਗਈ ਆ, ਆਪਾਂ ਦੇਖਦੇ ਹਾਂ ਕਈ ਵਾਰੀ ਅੰਮ੍ਰਿਤ ਤਾਂ ਚਲੋ ਬੱਚੇ ਨੂੰ ਜੰਮਦਿਆਂ ਨੂੰ ਛਕਾਉਣਾ ਚਾਹੀਦਾ, ਕਈ ਵਾਰੀ ਬੰਦੇ ਬੜੇ ਬਜ਼ੁਰਗ ਵੀ ਹੋ ਜਾਂਦੇ ਆ, ਨਾਮ ਦੀ ਦਾਤ ਹੀ ਨਹੀਂ ਲਈ, ਪਰ ਬੰਦਿਆਂ ਚ ਬਹਿੰਦੇ ਆ, ਫੈਸਲੇ ਕਰਾਉਂਦੇ ਆ। ਗੁਰੂ ਸਾਹਿਬ ਕਹਿੰਦੇ ਕਿ ਜਮਦੂਤਾਂ ਦਾ ਡਰ ਤੈਨੂੰ ਰਹਿਣਾ ਹੀ ਆ ਤੇਰੇ ਜੀਵ ਆਤਮਾ ਨੂੰ ਅੰਦਰੋਂ, ਕਿਉਂਕਿ ਤੂੰ ਭਗਤੀ ਨਹੀਂ ਕਰਦਾ, ਭਗਤੀ ਦੀ ਦਾਤ ਹੀ ਨਹੀਂ ਲਈ। ਬੜਾ ਸਿਆਣਾ ਆ, ਪਰ ਤੈਨੂੰ ਜਮਦੂਤਾਂ ਦਾ ਡਰ, ਜਮ ਕਾ ਭਉ, ਜਮਦੂਤਾਂ ਦਾ ਡਰ ਅੰਦਰ ਰਹਿਣਾ ਹੀ ਰਹਿਣਾ ਆ, ਇਹਨੇ ਤੈਨੂੰ ਦੱਬਣਾ ਹੀ ਆ। ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਪਰ ਜਿਹੜੀ ਤ੍ਰਿਸ਼ਨਾ ਕਦੀ ਵੀ ਨਹੀਂ ਬੁੱਝ ਸਕਦੀ। ਧਰਾਪੈ ਦਾ ਭਾਵ ਹੁੰਦਾ ਕਿਸੇ ਚੀਜ਼ ਨੇ ਉਹਦੀ ਜਿਹੜਾ ਸੰਤੁਸ਼ਟੀ ਹੋ ਜਾਣੀ, ਤਸੱਲੀ ਹੋ ਜਾਣੀ। ਧਰਾਪੈ ਦਾ ਭਾਵ ਹੁੰਦਾ ਰੱਜ ਜਾਣਾ, ਤਸੱਲੀ ਹੋ ਜਾਣੀ। ਇਹ ਤ੍ਰਿਸ਼ਨਾ ਨਹੀਂ ਕਦੀ ਵੀ ਰੱਜਦੀ, ਕਦੀ ਵੀ ਬੁੱਝਦੀ। ਜਿੰਨੇ ਮਰਜ਼ੀ ਯਤਨ ਕਰ ਲਵੇ, ਕਿੰਨਾ ਵੀ ਬੰਦਾ ਸਿਆਣਾ ਹੋਵੇ, ਭਗਤੀ ਤੋਂ ਬਗੈਰ ਤ੍ਰਿਸ਼ਨਾ ਕਦੀ ਨਹੀਂ ਬੁੱਝਦੀ। ਭਗਤੀ ਕਰਨ ਵਾਲਾ ਜਿਹੜਾ ਨੂੰ ਕੋਈ ਤ੍ਰਿਸ਼ਨਾ ਰਹਿੰਦੀ ਨਹੀਂ, ਉਹ ਕਹਿੰਦਾ ਮੈਨੂੰ ਸਿਰਫ ਭਗਤੀ ਚਾਹੀਦੀ ਹੈ, ਸੰਗਤ ਚਾਹੀਦੀ ਹੈ, ਮੈਨੂੰ ਹੋਰ ਕੁਛ ਚਾਹੀਦਾ ਨਹੀਂ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਪਾਵ ਦਰਗਾਹ ਨਹੀਂ ਸੱਜੈ। ਬੜੇ ਭੇਖ ਧਾਰਨ ਕੀਤੇ ਹੋਣ, ਧਾਰਮਿਕ ਭੇਖ ਖਾਸ ਤੌਰ ਤੇ ਬੰਦੇ ਕਿੰਨਾ ਧਾਰਨ ਕਰ ਲੈਂਦੇ ਆ ਕਿ ਵੇਖਣ ਨੂੰ ਪਤਾ ਲੱਗੇ ਕਿ ਬੰਦਾ ਹਾਂ ਬੜਾ ਭਗਤ ਆ ਜੀ, ਰੱਬ ਦਾ ਭਗਤ ਆ। ਪਾਤਸ਼ਾਹ ਕਹਿੰਦਾ ਕਿ ਇਹਦੇ ਨਾਲ ਅੱਗ ਨਹੀਂ ਬੁੱਝਣੀ ਕਦੇ ਵੀ, ਤ੍ਰਿਸ਼ਨਾ ਦੀ ਅੱਗ ਜਿਹੜੀ ਅੰਦਰ ਮੱਚਦੀ ਹੈ, ਇਹ ਨਹੀਂ ਬੁੱਝਦੀ ਕਦੇ ਵੀ। ਕੋਟ ਪਾਵ ਦਰਗਾਹ ਨਹੀਂ ਸੱਜੈ। ਕਰੋੜਾਂ ਉਪਾਅ ਕਰ ਲਵੇ ਕਿ ਮੈਂ ਕਿਸੇ ਤਰੀਕੇ ਨਾਲ ਸੱਚਖੰਡ ਚਲ ਜਾ, ਵਾਹਿਗੁਰੂ ਕੋਲ ਚਲ ਜਾ, ਨਹੀਂ ਸਿੱਝ ਸਕਦਾ। ਨਹੀਂ, ਇਹ ਮਤਲਬ ਸਿੱਝਣਾ ਹੁੰਦਾ ਕਿਸੇ ਚੀਜ਼ ਦਾ, ਜਿੱਦਾਂ ਹਾਸਲ ਕਰ ਲੈਣਾ, ਜਾਂ ਉਹਨੂੰ ਜਿਵੇਂ ਆਪਾਂ ਕਹੀਏ ਉਹਦਾ ਪ੍ਰਾਪਤੀ ਹੋ ਜਾਣੀ। ਕੋਟ ਪਾਵ ਦਰਗਾਹ ਨਹੀਂ ਸੱਜੈ, ਸੱਚਖੰਡ ਨਹੀਂ ਜਾ ਸਕਦਾ, ਜਿੰਨੇ ਮਰਜ਼ੀ ਕਰੋੜਾਂ ਤਰੀਕੇ ਅਪਣਾ ਲਵੇ।
ਛੂਟਛ ਨਾਹੀ ਊਬ ਪਿਆਲ। ਊਬ ਦਾ ਭਾਵ ਆ ਕਿ ਭਾਵੇਂ ਉਹ ਆਕਾਸ਼ ਜਾ ਚੜੇ ਪੰਛੀ ਹੋ ਕੇ, ਜੇ ਭਾਵਾਂ ਊੜ ਚੜ੍ਹੇ ਅਸਮਾਨ ਦੇ ਵਿੱਚ ਜਾ ਚੜੇ ਪੰਛੀਆਂ ਵਾਂਗੂ, ਤੇ ਜਾਂ ਪਤਾਲ ਦੇ ਵਿੱਚ ਚਲ ਜਾਵੇ, ਛੁਟਕਾਰਾ ਨਹੀਂ ਹੋਣਾ ਜੀਵ ਦਾ ਕਦੇ ਵੀ। ਚਾਹੇ ਕਿ ਜਿੰਨਾ ਮਰਜ਼ੀ ਉਹ ਚ ਤਾਕਤ ਹੋਵੇ, ਜਿੱਥੇ ਮਰਜ਼ੀ ਜਾ ਸਕਦਾ ਹੋਵੇ, ਪਰ ਉਹ ਵਾਹਿਗੁਰੂ ਦੇ ਨਾਮ ਤੋਂ ਬਗੈਰ ਛੁਟਕਾਰਾ ਨਹੀਂ ਆ। ਛੂਟਸ ਨਾ ਹੀ ਛੁੱਟ ਨਹੀਂ ਸਕਦਾ ਕਦੇ ਵੀ, ਵਿਕਾਰਾਂ ਤੋਂ, ਮਾਇਆ ਤੋਂ, ਇਸ ਸਰੀਰ ਤੋਂ ਨਹੀਂ ਛੁੱਟ ਸਕਦਾ। ਮੋਹ ਵਿਆਪੈ ਮਾਇਆ, ਵਿਆਪੈ ਮਾਇਆ ਜਾਲ। ਵਿਆਪੈ ਦਾ ਭਾਵ ਵਿਆਪਦੇ ਹਨ, ਮਾਇਆ ਦੇ ਜਾਲ ਦੇ ਵਿੱਚ ਫਸ ਜਾਂਦੇ ਆ ਜੀਵ, ਬਚ ਨਹੀਂ ਸਕਦੇ। ਇਸ ਸਰੀਰ ਚ ਰਹਿੰਦਾ ਮਾਇਆ ਤੋਂ ਬਚ ਨਹੀਂ ਸਕਦੇ। ਮਾਇਆ ਤੋਂ ਸਿਰਫ ਗੁਰੂ ਸਾਹਿਬ ਹੀ ਬਚਾ ਸਕਦੇ ਆ। ਵਿਆਪੈ ਮਾਇਆ ਜਾਲ, ਮਾਇਆ ਦੇ ਜਾਲ ਵਿੱਚ ਫਸੇ ਹੋਏ ਆ, ਫਸ ਜਾਂਦੇ ਆ ਜੀਵ। ਤਾਂ ਹੀ ਆਪਾਂ ਜਦੋਂ ਸਿਮਰਨ ਸ਼ੁਰੂ ਕਰਦੇ ਹਾਂ, ਬਹਿਣ ਲੱਗਦੇ ਹਾਂ, ਸੰਗਤ ਚ ਸਿਟਿੰਗ ਲਾਉਂਦੇ ਹਾਂ, ਤਾਂ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਮਾਇਆ ਦੇ ਜਾਲ ਤੋਂ ਬਚਾਓ। ਮਾਇਆ ਦਾ ਜਾਲ ਬੜਾ ਸਟਰੋਂਗ ਆ, ਨਾ ਭਗਤੀ ਕਰਨ ਦਿੰਦਾ, ਨਾ ਸੰਗਤ ਕਰਨ ਦਿੰਦਾ, ਨਾ ਨਾਮ ਜਪਣ ਦਿੰਦਾ। ਇਹ ਤੋਂ ਗੁਰੂ ਪਾਤਸ਼ਾਹ ਹੀ ਬਚਾ ਸਕਦੇ ਆ। ਅਵਰ ਕਰਤੂਤ ਸਗਲੀ ਜਮ ਡਨ, ਗੋਬਿੰਦ ਭਜਨ ਬਿਨ ਤਿਲ ਨਹੀਂ ਮਨ। ਅਵਰ ਤਾਂ ਭਾਵੇਂ ਦੂਜੀਆਂ ਕਰਤੂਤ, ਕਰਤੂਤਾਂ। ਅੱਜ ਕੱਲ ਆਪਾਂ ਕਰਤੂਤ ਸ਼ਬਦ ਨੂੰ ਸਿਰਫ ਜਿਹੜੀ ਗਲਤ ਕੰਮ ਆ ਜਾਂ ਕੁਛ ਆ ਉਹਦੇ ਦੇ ਵਾਸਤੇ ਵਰਤਦੇ ਆ। ਗੁਰਬਾਣੀ ਚ ਕਰਤੂਤ ਦਾ ਭਾਵ ਹੁੰਦਾ ਕੰਮ, ਕਿ ਵਾਹਿਗੁਰੂ ਨੂੰ ਛੱਡ ਕੇ ਜਿੰਨੇ ਵੀ ਕੰਮ ਆ, ਜਿੰਨੇ ਵੀ ਕਰਮ ਕਾਂਡ ਆ, ਜੋ ਵੀ ਤੂੰ ਕਰ ਰਿਹਾ ਆ, ਧਾਰਮਿਕ ਰਸਮਾਂ ਕਰ ਰਿਹਾ, ਇਹਨਾਂ ਸਾਰੀਆਂ ਨੂੰ ਜਮਦੂਤ ਨੇ ਡੰਨ ਲਾਉਣਾ ਹੀ ਲਾਉਣਾ ਹੈ। ਨਾਮ ਤੋਂ ਬਗੈਰ ਜੋ ਕੁਛ ਵੀ ਕਰ ਰਿਹਾ, ਉੱਥੇ ਤੈਨੂੰ ਪੁੱਛਣਾ ਹੀ ਹੈ ਵੀ ਤੂੰ ਆਹ ਕਿਉਂ ਕੀਤਾ, ਤੂੰ ਆਹ ਕਿਉਂ ਕੀਤਾ। ਪਰ ਨਾਮ ਜਪਿਆ, ਸੰਗਤ ਕੀਤੀ ਆ, ਇਹ ਸਾਰਿਆਂ ਨਾਲੋਂ ਇਹੀ ਵਧੀਆ ਕੰਮ ਆ। ਪਰ ਜੇ ਇਹ ਤੋਂ ਬਗੈਰ ਕੁਛ ਹੋਰ ਕੀਤਾ ਆ, ਤੇ ਜਮਦੂਤ ਨੇ, ਧਰਮਰਾਜ ਨੇ ਡੰਨ ਲਾਉਣਾ ਹੀ ਲਾਉਣਾ ਹੈ। ਤੇ ਧਰਮਰਾਜ ਜਿਹੜਾ ਡੰਨ ਲਾਉਂਦਾ, ਆਪਾਂ ਜਾਣਦੇ ਹੀ, ਬਾਣੀ ਚ ਲਿਖਿਆ ਹੀ ਆ, ਨੰਗਾ ਦੋਜਖ ਚਾਲੇ ਹੱਥੋਂ ਦਿਸਿਆ ਖਰਾ ਡਰਾਵਨਾ। ਧਰਮਰਾਜ ਸਾਰਾ ਹਿਸਾਬ ਕਿਤਾਬ ਕਰਦਾ ਆ, ਜੋ ਜੋ ਸਜ਼ਾਵਾਂ ਦਿੰਦਾ, ਉਹ ਸਾਰੀਆਂ ਹੀ ਬਾਣੀ ਚ ਲਿਖੀਆਂ। ਡਾਨਾ ਦਾ ਭਾਵ ਡੰਨ ਲਾਉਂਦਾ ਆ ਧਰਮਰਾਜ। ਵਾਹਿਗੁਰੂ ਦੀ ਭਗਤੀ ਤੋਂ ਛੱਡ ਕੇ, ਨਾਮ ਨੂੰ ਛੱਡ ਕੇ ਹਰ ਚੀਜ਼ ਨੂੰ ਡੰਨ ਲੱਗਦਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ। ਵਾਹਿਗੁਰੂ ਦੀ ਭਗਤੀ ਤੋਂ ਬਗੈਰ ਤਿਲ ਜਿੰਨੀ ਵੀ ਗੱਲ ਮੰਨਦਾ ਨਹੀਂ ਉਹ ਧਰਮਰਾਜ। ਭਗਤੀ ਨਹੀਂ ਕੀਤੀ, ਹੋਰ ਕੋਈ ਗੱਲ ਸੁਣਨੀ ਹੀ ਨਹੀਂ। ਉਹਨੇ ਇਹੀ ਗੱਲ ਸੁਣਨੀ ਕਿ ਤੂੰ ਵਾਹਿਗੁਰੂ ਕਿਉਂ ਨਹੀਂ ਜਪਿਆ, ਤੈਨੂੰ ਭੇਜਿਆ ਵਾਹਿਗੁਰੂ ਨੇ, ਤੈਨੂੰ ਭੇਜਿਆ ਨਾਮ ਜਪਣ ਲਈ, ਤੂੰ ਕੀ ਕਰਦਾ ਰਿਹਾ। ਤਿਲ ਜਿੰਨੀ ਵੀ ਕੋਈ ਗੱਲ ਮੰਨਣੀ ਨਹੀਂ ਉਹਨੇ, ਜਮਦੂਤਾਂ ਨੇ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੁੱਲੇ ਸਹਿਜ ਸੁਭਾਏ। ਪਰ ਜੇ ਕੋਈ ਜੀਵ ਵਾਹਿਗੁਰੂ ਦੀ ਭਗਤੀ ਕਰਦਾ, ਹਰ ਕਾ ਨਾਮ, ਵਾਹਿਗੁਰੂ ਦਾ ਨਾਮ ਜਪਦਾ, ਤਾਂ ਸਾਰੇ ਇਹ ਜਿਹੜੇ ਜਨਮਾਂ ਜਨਮਾਂ ਦੇ ਕਲ ਕਲੇਸ਼ ਆ, ਦੁੱਖ ਆ, ਆਤਮਾ ਨੂੰ ਚੰਬੜੇ ਹੋਏ, ਇਹ ਸਾਰੇ ਖਤਮ ਹੋ ਜਾਂਦੇ। ਹਰ ਕਾ ਨਾਮ ਜਪਤ ਦੁੱਖ ਜਾਏ। ਵਾਹਿਗੁਰੂ ਦਾ ਨਾਮ ਜਪ ਕੇ ਇਹ ਜਿਹੜਾ ਆਤਮਿਕ ਦੁੱਖ ਆ, ਜਿਹੜਾ ਕਿ ਖਹਿੜਾ ਨਹੀਂ ਛੱਡਦਾ ਬੰਦੇ ਦਾ, ਵਾਹਿਗੁਰੂ ਦਾ ਨਾਮ ਜਪ ਕੇ ਖਤਮ ਹੋ ਜਾਂਦਾ। ਨਾਨਕ, ਹੇ ਨਾਨਕ ਬੋਲੇ ਸਹਿਜ ਸੁਭਾਏ। ਨਾਨਕ ਆਖਦਾ ਕਿ ਜੋ ਕੋਈ ਜਿਹੜਾ ਵੀ ਜੀਵ ਸਹਿਜ ਸੁਭਾਅ ਟਿਕ ਕੇ ਗੁਰੂ ਸਾਹਿਬ ਕੋਲ ਬਖਸ਼ਿਸ਼ ਲੈ ਕੇ, ਬੋਲੇ ਦਾ ਭਾਵ ਵਾਹਿਗੁਰੂ ਬੋਲਦਾ ਆ, ਜਿਹੜਾ ਸਹਿਜ ਦੇ ਵਿੱਚ ਟਿਕ ਕੇ, ਗੁਰੂ ਪਾਤਸ਼ਾਹ ਸੁਭਾਏ ਦਾ ਭਾਵ ਆ ਭਾਏ, ਪ੍ਰੇਮ ਦੇ ਵਿੱਚ, ਵਾਹਿਗੁਰੂ ਦੇ ਪਿਆਰ ਦੇ ਵਿੱਚ, ਸਹਿਜ ਦੇ ਵਿੱਚ ਟਿਕ ਕੇ ਵਾਹਿਗੁਰੂ ਬੋਲਦਾ ਆ, ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਉਹਦੇ ਸਾਰੇ ਦੁੱਖ, ਹਰ ਕਾ ਨਾਮ ਜਪਤ ਦੁੱਖ ਜਾਏ, ਉਹਦੇ ਦੁੱਖ ਖਤਮ ਹੋ ਜਾਂਦੇ ਆ। ਉਹਨੂੰ ਗੁਰੂ ਪਾਤਸ਼ਾਹ ਟਿਕਾ ਲੈਂਦੇ ਆ, ਆਪਣੇ ਨਾਲ ਟਿਕਾ ਲੈਂਦੇ ਆ। ਸੋ ਅਗਲੇ 4 ਪਦਿਆਂ ਦੀ ਵਿਚਾਰ ਕੱਲ ਹੋਊਗੀ। ਸੋ ਗੁਰੂ ਸਾਹਿਬ ਨੇ ਇਹੀ ਆਪਾਂ ਨੂੰ ਗੱਲ ਸਾਰੀ ਕਰਮ ਕਾਂਡ ਸਾਰੇ ਦਾ ਸਾਰਾ ਰੱਦ ਕੀਤਾ, ਤੇ ਨਾਲ ਨਾਲ ਇਹ ਦੱਸਿਆ ਕਿ ਸਿਰਫ ਵਾਹਿਗੁਰੂ ਦੀ ਭਗਤੀ ਦੇ ਨਾਲ ਹੀ ਪ੍ਰਾਪਤੀ ਹੋਣੀ ਆ। ਕਿਸੇ ਵੀ ਤਰ੍ਹਾਂ ਜਿੱਥੇ ਮਰਜ਼ੀ ਭੱਜ ਲਈਏ, ਜੋ ਮਰਜ਼ੀ ਕਰ ਲਈਏ, ਵਾਹਿਗੁਰੂ ਦੀ ਭਗਤੀ ਤੋਂ ਉੱਪਰ, ਨਾਮ ਜਪਣ ਤੋਂ ਉੱਪਰ ਕੁਛ ਨਹੀਂ ਹੈਗਾ। ਸੋ ਨਾਮ ਹੀ ਜਪਣਾ ਆ, ਨਾਮ ਦਾ ਹੀ ਸਾਨੂੰ ਆਸਰਾ ਆ। ਜੇ ਗੁਰੂ ਪਾਤਸ਼ਾਹ ਕਹਿੰਦੇ ਆ ਕਿ ਕੋਟ ਨਾਮ ਸੰਗਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋਂ ਨਰਕ ਜਾਵੇ। ਜੇ ਕੋਈ ਪ੍ਰਾਣੀ ਵਾਹਿਗੁਰੂ ਦੀ ਭਗਤੀ ਨਾਲ, ਨਾਮ ਨਾਲ ਪਿਆਰ ਨਹੀਂ ਪਾ ਰਿਹਾ, ਕਰੋੜਾਂ ਕਰਮ ਕਾਂਡ ਕਰਦਾ ਰਵੇ, ਇਹਨੇ ਨਰਕ ਚ ਜਾਣਾ ਹੈ। ਉਹਦਾ ਕੋਈ ਹੋਰ ਤਰੀਕਾ ਨਹੀਂ ਹੈਗਾ। ਸੋ ਆਪਾਂ ਵੀ ਗੁਰੂ ਸਾਹਿਬ ਕੋਲ ਬਖਸ਼ਿਸ਼ ਲੈਣੀ। ਗੁਰੂ ਸਾਹਿਬ ਸਾਨੂੰ ਕਿਸੇ ਵੀ ਤਰ੍ਹਾਂ ਦਾ ਏਦਾਂ ਕਰਮ ਕਾਂਡ ਨਾ ਕਰਨਾ ਪਵੇ, ਨਾ ਤੁਸੀਂ ਕਦੀ ਸਾਨੂੰ ਮਤਲਬ ਬਚਾ ਕੇ ਰੱਖਿਓ ਕਿ ਅਸੀਂ ਕਿਸੇ ਤਰ੍ਹਾਂ ਦੇ ਕਰਮ ਕਾਂਡ ਕਰਕੇ ਆਪਣਾ ਸਮਾਂ ਨਾ ਵੇਸਟ ਕਰੀਏ, ਤੇ ਕਿਤੇ ਵੀ ਸਾਨੂੰ ਇਹੋ ਜਿਹੀ ਥਾਂ ਤੇ ਨਾ ਲੈ ਕੇ ਜਾਓ ਜਿੱਥੇ ਸਾਨੂੰ ਗੁਰਮਤਿ ਤੋਂ ਉਲਟ ਕਰਮ ਕਾਂਡ ਵਾਲੀਆਂ ਗੱਲਾਂ ਸੁਣਨੀਆਂ ਕਰਨੀਆਂ ਪੈ ਜਾਣ। ਤੇ ਸਾਨੂੰ ਬਚਾ ਕੇ ਰੱਖਿਓ, ਆਪਣੀ ਸੰਗਤ 'ਚ ਹੀ ਰੱਖਿਓ, ਜਿੱਥੇ ਸਾਰਾ ਕੁਛ
ਉਹੀ ਕੀਤਾ ਜਾਂਦਾ ਜਿਹੜਾ ਤੁਸੀਂ ਕਹਿੰਦੇ ਹੋ। ਸਮਾਂ ਜਮਾ ਵੇਸਟ ਨਹੀਂ ਕੀਤਾ ਜਾਂਦਾ ਕਰਮ ਕਾਂਡ ਦੇ ਵਿੱਚ। ਇਹੀ ਆਪਾਂ ਅਰਦਾਸ ਬੇਨਤੀ ਕਰਨੀ ਆ ਤੇ ਗੁਰੂ ਸਾਹਿਬ ਕੋਲੋਂ ਨਾਮ ਦੀ ਦਾਤ ਆਪਾਂ ਵੱਧ ਤੋਂ ਵੱਧ ਮੰਗਣੀ ਆ। ਵਾਹਿਗੁਰੂ ਜੀ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਸਾਰੀ ਸੰਗਤ ਦੇ ਗੁਰੂ ਪਾਤਸ਼ਾਹ ਬਖਸ਼ਣਹਾਰਾ ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।